ਮੈਂ ਸ਼ਬਦ ਜਿਹੜੇ ਨਹੀਂ ਵਰਤਦਾ ਵੀ ਇਹ ਸਰਕਾਰੀ ਹੈ ਜਾਂ ਇਹ ਆਰਐਸਐਸ ਦੇ ਨੇ। ਤੁਸੀਂ ਸ਼ਬਦ ਦੇ ਦਿਓ ਨਵੇਂ ਕਿਹੜੇ ਰੱਖਣੇ ਆ। ਸਟੇਟਮੈਂਟ ਉਹਨਾਂ ਵਾਲੀਆਂ ਨੇ ਸਾਰੀਆਂ ਜਿਹੜੀਆਂ ਦਿੰਦਾ ਹੈ, ਕੰਮ ਵੀ ਉਹਨਾਂ ਵਾਲੇ ਆ। ਜਿੱਥੇ ਕੋਈ ਸਿੱਖ ਕੌਮ ਦੀ ਗੱਲ ਹੋਏਗੀ ਚੁੱਪ ਹੋਏਗਾ, ਜਿੱਥੇ ਸਾਡੇ ਅਗੇਂਸਟ ਹੋਏਗੀ ਸਟੇਜ ਤੋਂ ਵੱਡੀਆਂ ਵੱਡੀਆਂ ਸਟੇਟਮੈਂਟ ਦੇ ਕੇ ਸਾਡੇ ਅਗੇਂਸਟ ਭੁਗਤੇਗਾ। ਸਾਡੇ ਅਗੇਂਸਟ ਸਾਡੀ ਖਿੱਲੀ ਉਡਾਉਣ ਵਾਸਤੇ ਕੌਣ ਤਤਪਰ ਆ? ਇੱਕ ਬੰਨੇ ਆਰਐਸਐਸ ਵੀ ਕਹਿੰਦੀ ਹੈ ਕਿ ਸਿੱਖ ਧਰਮ ਨਹੀਂ ਹੈ, ਕਿ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਜਦੋਂ ਇਹਨੂੰ ਜਵਾਬ ਦਿੱਤਾ, ਜਦੋਂ ਇਹਦਾ ਮੂੰਹ ਟੁੱਟਾ ਜਵਾਬ ਨਾਲ, ਫਿਰ ਇਹਨੇ ਧਰਮ ਚਲਾਇਆ ਵਾ। ਬਾਅਦ ਚ ਫਿਰ ਇਹਨੇ ਗੁਰੂ ਨਾਨਕ ਤੋਂ ਇਨਸਾਨੀਅਤ ਧਰਮ ਚਲਵਾਤਾ ਹੈ। ਕਿਸੇ ਧਾਰਮਿਕ ਸਟੇਜ, ਕਹੀ ਜਾਣ ਵਾਲੀ ਧਾਰਮਿਕ ਸਟੇਜ ਤੋਂ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਉੱਥੇ ਹੋਵੇ। ਸੋ ਉੱਥੇ ਕਮੈਂਟ ਕੀਤਾ ਗਿਆ ਜੀ ਮਿਸ ਯੂਨੀਵਰਸ ਬਣਨ ਦੇ ਉੱਤੇ ਕਿ ਇਹ ਬਹੁਤ ਵਧੀਆ ਹੋਇਆ ਜੀ, ਬਹੁਤ ਵਧੀਆ ਉਸਨੇ ਆਪਣੇ ਜਿਸਮ ਨੂੰ ਸੰਭਾਲ ਕੇ ਰੱਖਿਆ ਹੋਇਆ। ਹੁਣ ਗਵਾਂਢੀਆਂ ਦਾ ਕਾਕਾ ਬਾਹਰ ਚਲਾ ਗਿਆ ਵਾ ਤੇ ਮੈਂ ਵਧਾਈ ਤਾਂ ਦੇਣ ਜਾਣਾ ਕਿਉਂਕਿ ਮੇਰਾ ਘਰ ਬੈਠਾ ਵੇਟ ਕਰਨ ਡਿਆ ਵਾ ਤੇ ਮੇਰੀ ਵੀ ਆਸ ਹੈ ਵੀ ਉਹ ਵੀ ਕਿਸੇ ਤਰੀਕੇ ਨਾਲ ਨਿਕਲ ਜਾਏ। ਦੇਖੋ ਵੀਰ ਜੀ, ਜੋ ਰਣਜੀਤ ਸਿੰਘ ਢੱਡੀਆਂ ਵਾਲਾ ਆ, ਉਹਦੀ ਆਪਣੀ ਤਾਂ ਕੋਈ ਸੋਚ ਹੈ ਨਹੀਂ। ਉਹ ਜੋ ਕੁਝ ਵੀ ਪਿੱਛੋਂ ਉਹਨੂੰ ਫੀਡਬੈਕ ਆਉਂਦੀ ਆ ਨਿਊਜ਼ੀਲੈਂਡ ਤੋਂ, ਹਰਨੇਕ ਸਿੰਘ ਦੀ, ਜਾਂ ਉੱਤੋਂ ਜਿੱਥੋਂ ਵੀ ਇਹਨਾਂ ਨੂੰ ਏਜੰਸੀਆਂ ਤੋਂ ਪੈਸੇ ਮਿਲਦੇ ਆ, ਉਹ ਜੋ ਵੀ ਉਹ ਇਹਨਾਂ ਨੂੰ ਆਰਡਰ ਕਰਦੇ ਆ, ਉਹੀ ਇਹ ਬੋਲਦੇ। ਇਹਦੀ ਆਪਣੀ ਕੋਈ ਸੋਚ ਨਹੀਂ, ਕੋਈ ਆਪਣੀ ਇਹਦੀ ਸਟੱਡੀ ਨਹੀਂ। ਬੜੀਆਂ ਇਹਦੀਆਂ ਸਟੇਟਮੈਂਟਾਂ ਜਿਹੜੇ ਧਾਰਮਿਕ ਸ਼ਖਸੀਅਤਾਂ ਹੋਈਆਂ ਆ ਉਹਨਾਂ ਦੇ ਖਿਲਾਫ ਦਿੰਦਾ ਰਿਹਾ। ਭਾਈ ਨੰਦ ਲਾਲ ਸਿੰਘ ਜੀ ਦੇ ਬਾਰੇ, ਬੀਬੀ ਮਾਤਾ ਸੁੰਦਰ ਕੌਰ ਬਾਰੇ, ਇਹ ਇੰਨਾ ਕੁਝ ਬੋਲਦਾ। ਢੱਡਰੀਆਂ ਬਾਰੇ ਦੀ ਜ਼ੁਬਾਨ ਟੁੱਟ ਜਵੇ। ਹੁਣ ਐਦੂ ਕੋਈ ਘਟੀਆ ਸਟੇਟਮੈਂਟ ਨਹੀਂ ਹੋ ਸਕਦੀ ਜੋ ਨਿਊਜ਼ੀਲੈਂਡ ਵਾਲੇ ਨੇਕੀ ਨੇ ਦਿੱਤੀ ਵੀ ਜੇ ਗੁਰੂ ਨਾਨਕ ਦੇ ਘਰ ਕੁੜੀ ਜੰਮ ਪੈਂਦੀ ਤੇ ਉਹ ਸ੍ਰੀ ਚੰਦ ਵਾਂਗੂ ਉਹ ਵੀ ਨੰਗੀ ਰਹਿੰਦੀ। ਸੋ ਪਰਮੇਸ਼ਰ ਦੁਆਰ ਜਿਹੜਾ ਨਾਮ ਰੱਖਿਆ ਗਿਆ ਸੀ, ਸ਼ੁਰੂ ਦੇ ਵਿੱਚ ਇਹਨਾਂ ਵੱਲੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਗਈਆਂ ਸੀ। ਸੋ ਅੱਜ ਦੇ ਸੰਦਰਭ 'ਚ ਜੇ ਦੇਖਣਾ ਹੋਵੇ ਤਾਂ ਕੀ ਮੰਨਦੇ ਹੋ? ਡੇਰਾ ਇੱਕ ਸੰਸਥਾ ਹੈਗੀ ਹੈ, ਗੁਰਦੁਆਰਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਪ੍ਰਾਈਡ ਪੰਜਾਬ ਟੀਵੀ ਤੁਹਾਨੂੰ ਹਮੇਸ਼ਾ ਦਰਪੇਸ਼ ਆਏ ਮਸਲਿਆਂ ਦੇ ਨਾਲ ਜਾਣੂ ਕਰਵਾਉਂਦਾ ਰਹਿੰਦਾ ਹੈ। ਇੱਕ ਸੁਹਿਰਦ ਮੀਡੀਆ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦਾ ਮਸਲਾ ਹੋਵੇ ਜਾਂ ਫਿਰ ਸਿੱਖ ਪੰਥ ਦਾ ਮਸਲਾ ਹੋਵੇ, ਉਸ ਤੋਂ ਬਾਅਦ ਆਪਾਂ ਕਹੀਏ ਦੁਨੀਆਦਾਰੀ ਦੇ ਵਿੱਚ ਅੰਤਰਰਾਜੀ ਪੱਧਰ ਦੇ ਉੱਤੇ ਵੀ ਕੋਈ ਮਸਲਾ ਹੋਵੇ ਤੇ ਉਹਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ, ਉਸ ਮਸਲੇ ਨੂੰ ਸੁਲਝਾਉਣਾ, ਉਹਦੀਆਂ ਤੰਦਾਂ ਕਿੱਥੋਂ ਤੱਕ ਜਿਹੜੀਆਂ ਨੇ ਉਹ ਤੁਹਾਨੂੰ ਦੱਸਣਾ। ਸੋ ਕਿਸ ਤਰ੍ਹਾਂ ਦੇ ਮਸਲੇ ਜਿਹੜੇ ਨੇ ਇਸ ਵੇਲੇ ਸਿੱਖ ਪੰਥ ਦੇ ਪੇਸ਼ ਆ ਰਹੇ ਨੇ, ਉਹਦੇ ਬਾਰੇ ਵੀ ਜਾਣੂ ਕਰਵਾਉਣਾ ਸਾਡਾ ਫਰਜ਼ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਸੇ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤੇ ਸੁਹਿਰਦ ਜਿਹੜੇ ਲੋਕ ਨੇ ਸਾਡੇ ਪੰਥ ਦੇ ਵਿੱਚ, ਉਹ ਚਾਹੇ ਪ੍ਰਚਾਰਕ ਨੇ, ਸਕਾਲਰ ਨੇ, ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆ ਕੇ ਤੇ ਉਹ ਮਸਲੇ ਜਿਹੜੇ ਨੇ ਉਹ ਵਿਚਾਰੇ ਜਾਣ। ਸੋ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਵਿੱਚ ਇੱਕ ਵਿਚਾਰ ਦਾ, ਜਾਂ ਕਹਿ ਲਈਏ ਕਿ ਇੱਕ ਐਸੀ ਤਕਰਾਰ ਜਿਹੜੀ ਪੈਦਾ ਹੋਈ ਹੈ। ਕੁਝ ਪ੍ਰਚਾਰਕ ਜਿਹੜੇ ਨੇ ਉਹ ਰੱਬ ਤੋਂ ਮੁਨਕਰ ਹੋ ਗਏ, ਪਰਮਾਤਮਾ ਤੋਂ ਮੁਨਕਰ ਹੋ ਗਏ। ਉਹਨਾਂ ਵੱਲੋਂ ਗੁਰਦੁਆਰਿਆਂ ਦੇ ਉੱਤੇ ਕੇਂਦੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸੋ ਫਿਰ 10 ਗੁਰੂ ਸਾਹਿਬਾਨ, ਉਸ ਤੋਂ ਬਾਅਦ ਸਾਡੇ ਯੋਧੇ, ਹਰ ਇੱਕ ਨੂੰ ਵਾਰੀ-ਵਾਰੀ ਟਾਰਗੇਟ ਕੀਤਾ ਗਿਆ। ਤੇ ਉਹਨਾਂ ਪ੍ਰਚਾਰਕਾਂ ਦੀ ਜੇਕਰ ਸ਼ਬਦਾਵਲੀ ਦੀ ਗੱਲ ਕਰੀਏ ਤਾਂ ਕਿਸੇ ਐਂਗਲ ਤੋਂ ਵੀ ਉਹ ਪ੍ਰਚਾਰਕ ਨਹੀਂ ਲੱਗਦੇ। ਮਤਲਬ ਕਿ ਇੱਕ ਆਮ ਇਨਸਾਨ ਵੀ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਹੈ ਆਪਣੇ ਜਿਹੜੀ ਡੇਲੀ ਰੂਟੀਨ ਦੇ ਵਿੱਚ ਉਹ ਵਰਤਦਾ ਨਹੀਂ, ਜਿਹੋ ਜਿਹੇ ਪ੍ਰਚਾਰਕ ਕਰਦੇ ਨੇ। ਸੋ ਉਹਨਾਂ ਦਾ ਪ੍ਰਚਾਰ ਸਿੱਖ ਕੌਮ ਨੂੰ ਲੈ ਕੇ ਕਿਸ ਪਾਸੇ ਜਾ ਰਿਹਾ, ਇਹ ਹੁਣ ਵੱਡਾ ਸਵਾਲ ਬਣਦਾ ਹੈ ਕਿ ਜਾਂ ਤਾਂ ਆਪਾਂ ਇਹ ਕਹਿ ਲਈਏ ਕਿ ਬੜਾ ਵਧੀਆ ਪ੍ਰਚਾਰ ਹੋ ਰਿਹਾ ਤੇ ਸਿੱਖ ਕੌਮ ਜਿਹੜੀ ਆ ਉਹ ਤਰੱਕੀ ਵੱਲ ਵਧ ਰਹੀ ਹੈ। ਇਸ ਤਰ੍ਹਾਂ ਵੀ ਕੁਝ ਨਹੀਂ ਹੋ ਰਿਹਾ। ਫਿਰ ਇੱਕ ਐਸੀ ਜਿਹੜੀ ਆਪਣੇ ਆਮ ਲੋਕਾਂ ਦੇ ਵਿੱਚ ਇੱਕ ਐਸੀ ਆਪਾਂ ਕਹਿ ਸਕਦੇ ਹਾਂ ਕਿ ਵਿਚਾਰ, ਉਹਨਾਂ ਦੀ ਮਾਨਸਿਕਤਾ ਪੈਦਾ ਹੋ ਰਹੀ ਹੈ ਜੋ ਨਾਸਤਿਕਤਾ ਵਾਲੇ ਪਾਸੇ ਨੂੰ ਧੱਕ ਰਹੀ ਹੈ। ਮਤਲਬ ਕਿ ਆਮ ਤੌਰ ਦੇ ਉੱਤੇ ਇਹ ਕਹਿ ਦਿੱਤਾ ਜਾਂਦਾ ਵੀ ਇਹ ਗੁਰਦੁਆਰੇ ਵੀ ਜਿਹੜੇ ਨੇ ਉਹ ਪਵਿੱਤਰ ਨਹੀਂ ਹੈ, ਗੁਰਦੁਆਰਿਆਂ ਨੂੰ ਆਮ ਬਿਲਡਿੰਗ ਹੈ। ਸੋ ਉਸ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ, ਉਹਨਾਂ ਦੇ ਫੋਲੋਵਰ ਵੀ ਇਹ ਗੱਲਾਂ ਜਿਹੜੇ ਆਮ ਸੋਸ਼ਲ ਮੀਡੀਆ ਦੇ ਉੱਤੇ ਵਿਚਾਰਦੇ ਰਹਿੰਦੇ ਨੇ ਕਿ ਕੇਸ ਰੱਖਣੇ ਵੀ ਜ਼ਰੂਰੀ ਨਹੀਂ ਹੈ, ਦਸਤਾਰਾਂ ਬੰਨਣੀਆਂ ਵੀ ਜ਼ਰੂਰੀ ਨਹੀਂ ਹੈ। ਸੋ ਫਿਰ ਉਹ ਇਹ ਵੀ ਕਹਿੰਦੇ ਨੇ ਕਿ ਗੁਰੂ ਸਾਹਿਬਾਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਬੜੀਆਂ ਗਲਤੀਆਂ ਕੀਤੀਆਂ। ਸੋ ਇਸ ਤਰ੍ਹਾਂ ਦੇ ਬੜਾ ਸਾਰਾ ਘਸਮਾਨ ਜਿਹੜਾ ਹੈ ਉਹ ਪਿਆ ਹੋਇਆ ਤੇ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ।
ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਐਸੀਆਂ ਦੋ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਸੋ ਜਿਨ੍ਹਾਂ ਦਾ ਬੜਾ ਨਾਮ ਹੈ ਕੌਮ ਦੇ ਵਿੱਚ, ਤੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਤੋਂ ਲੈ ਕੇ ਐਸੇ ਮਸਲਿਆਂ ਨੂੰ ਟੈਕਲ ਵੀ ਕਰਦੇ ਆਏ ਨੇ। ਇੱਟ ਦਾ ਜਵਾਬ ਪੱਥਰ ਨਾਲ ਆਪਾਂ ਇਹ ਕਹਾਵਤ ਤਾਂ ਸੁਣੀ ਹੋਣੀ ਆ, ਸੋ ਦਿੰਦੇ ਨੇ ਵਿਚਾਰ ਦੇ ਨਾਲ। ਗੁਰਬਾਣੀ ਦੇ ਹਰ ਇੱਕ ਆਪਾਂ ਕਹਿ ਲਈਏ ਪਹਿਲੂ ਨੂੰ ਉਹ ਦਰਸਾ ਕੇ ਉਹ ਪ੍ਰਚਾਰਕਾਂ ਨੂੰ ਜਵਾਬ ਦੇ ਰਹੇ ਨੇ। ਸੋ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਕਰਨਾ ਚਾਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਜੋ ਸਾਡੇ ਨਾਲ ਸ਼ਖਸੀਅਤਾਂ ਨੇ। ਗਿਆਨੀ ਰਣਜੋਤ ਸਿੰਘ ਜੀ ਜੋ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਨੇ, ਦੁਨੀਆ ਭਰ ਦੇ ਵਿੱਚ ਜਾ ਕੇ ਸਿੱਖ ਪੰਥ ਦਾ ਪ੍ਰਚਾਰ, ਕੌਮ ਦਾ ਪ੍ਰਚਾਰ ਕਰਦੇ ਨੇ, ਗੁਰਬਾਣੀ ਦੀ ਵਿਆਖਿਆ ਕਰਦੇ ਨੇ। ਸੋ ਇਹਨਾਂ ਦੀ ਜੇਕਰ ਗੱਲ ਕਰੀਏ ਤੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪਤਾ ਹੈ ਕਿ ਭੂਸਰੇ ਹੋਏ ਜਿਹੜੇ ਸਾਣ ਨੇ ਉਹਨਾਂ ਨੂੰ ਨੱਥ ਕਿਵੇਂ ਪਾਉਣੀ ਹੈ। ਸੋ ਇੱਕ ਐਸਾ ਸਾਣ ਸੀ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਜਿਸ ਨੂੰ ਨੱਥ ਵੀ ਪਾਈ ਗਈ, ਤੇ ਉਹ ਆਡੀਓ ਜਿਹੜੀ ਹੈ ਅੱਜ ਵੀ YouTube ਦੇ ਉੱਤੇ ਦੇਖੀ ਸੁਣੀ ਜਾ ਸਕਦੀ ਹੈ। ਸੋ ਉਹ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਗਿਆਨੀ ਜੀ ਮੈਂ ਜੀ ਆਇਆਂ ਨੂੰ ਕਰਦਾ, ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਉਹਨਾਂ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਸਿੱਖ ਸਕਾਲਰ ਨੇ ਸਰਦਾਰ ਪ੍ਰਭਦੀਪ ਸਿੰਘ ਜੀ, ਜੋ ਸਮੇਂ-ਸਮੇਂ ਦੇ ਉੱਤੇ ਇਹਨਾਂ ਲੋਕਾਂ ਨੂੰ ਜਵਾਬ, ਮੂੰਹ ਤੋੜ ਜਵਾਬ ਜਿਹੜਾ ਉਹ ਦਿੰਦੇ ਰਹਿੰਦੇ ਨੇ, ਤੇ ਹੋਰ ਵੀ ਸਿੱਖ ਮਸਲਿਆਂ ਦੇ ਉੱਤੇ ਹਮੇਸ਼ਾ ਜਿਹੜਾ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ। ਉਹਨਾਂ ਦਾ ਅਕਸਰ ਤੁਸੀਂ ਪ੍ਰੋਗਰਾਮ ਸਿੰਘਨਾਦ ਟੀਵੀ ਦੇ ਉੱਤੇ ਦੇਖਦੇ ਹੋ, ਰੋਜ਼ਾਨਾ ਪ੍ਰੋਗਰਾਮ ਉਹਨਾਂ ਵੱਲੋਂ ਕੀਤਾ ਜਾਂਦਾ ਹੈ। ਸੋ ਐਸੇ ਮਸਲੇ ਉਹ ਵਿਚਾਰਦੇ ਰਹਿੰਦੇ ਨੇ। ਸੋ ਪਿਛਲੇ ਦਿਨਾਂ ਤੋਂ ਲੈ ਕੇ ਇੱਕ ਉਹਨਾਂ ਦੀ ਵੀ ਜਿਹੜੀ ਹੈ ਤਕਰਾਰਬਾਜ਼ੀ ਜਾਂ ਕਹਿ ਲਈਏ ਟੱਕਰ ਜਿਹੜੀ ਚੱਲ ਰਹੀ ਹੈ, ਸੋ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਰਦੇ ਹਾਂ, ਤੇ ਫਿਰ ਉਹਨਾਂ ਦੇ ਨਾਲ ਵੀ ਅੱਜ ਦਾ ਮਸਲਾ ਜਿਹੜਾ ਇਹ ਹੈਗਾ ਉਹ ਵਿਚਾਰਦੇ ਹਾਂ। ਸੋ ਜੀ ਆਇਆਂ ਨੂੰ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਜੀ ਬਹੁਤ ਧੰਨਵਾਦ ਤੁਹਾਡਾ ਮੈਨੂੰ ਆਪਣੇ ਸ਼ੋਅ 'ਚ ਇਨਵਾਈਟ ਕਰਨ ਵਾਸਤੇ। ਧੰਨਵਾਦ ਤੁਹਾਡਾ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਵਾਸਤੇ ਕੱਢਿਆ। ਸੋ ਇਹ ਮਸਲੇ ਜਿਹੜੇ ਵਿਚਾਰ ਨੇ ਬੜੇ ਜ਼ਰੂਰੀ ਨੇ, ਇਸ ਕਰਕੇ ਸੋ ਦਰਸ਼ਕੋ ਅੱਜ ਦਾ ਆਪਾਂ ਜਿਹੜਾ ਹੈਗਾ ਪ੍ਰੋਗਰਾਮ ਸ਼ੁਰੂ ਕਰਾਂਗੇ। ਤੇ ਸਭ ਤੋਂ ਪਹਿਲਾਂ ਸਵਾਲ ਗਿਆਨੀ ਜੀ ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਪਾਂ ਹਰਨੇਕ ਨੇਕੀ ਦੀ ਗੱਲ ਕਰਦੇ ਹਾਂ। ਸੋ ਮੈਂ ਜਾਣਨਾ ਚਾਹੁੰਦਾ ਹੈ ਕਿ ਉਹ ਤੁਹਾਡੀ ਆਡੀਓ ਵਾਇਰਲ ਹੋਈ ਹੈ, ਉਹਦੇ ਵਿੱਚ ਤੁਸੀਂ ਪੁਰਾਣੇ ਸਮੇਂ ਦੀਆਂ ਕੁਝ ਉਹਨਾਂ ਦੀਆਂ ਗੱਲਾਂ ਐਸੀਆਂ ਖੋਲੀਆਂ ਜਿਹਦਾ ਉਹਨਾਂ ਕੋਲ ਜਵਾਬ ਨਹੀਂ ਸੀਗਾ। ਸੋ ਬੜਾ ਉਹ ਕਹਿੰਦੇ ਹੁੰਦੇ ਨੇ ਸਿੱਖ ਪੰਥ ਦੇ ਪ੍ਰਚਾਰਕਾਂ ਨੂੰ ਇਹ ਮੰਗ ਖਾਣੇ ਨੇ, ਇਹ ਭਾੜ ਰਹੇ ਨੇ। ਸੋ ਤੁਸੀਂ ਜਦੋਂ ਉਹਨਾਂ ਨੂੰ ਜਵਾਬ ਦਿੱਤੇ ਸੀ, ਮਤਲਬ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਤੁਸੀਂ ਪਹਿਲਾਂ ਤੋਂ ਉਹਨਾਂ ਨੂੰ ਕਾਫੀ ਲੰਬੇ ਟਾਈਮ ਤੋਂ ਜਾਣਦੇ ਹੋ। ਮੈਂ ਚਾਹੁੰਦਾ ਕਿ ਇਹਦੇ ਬਾਰੇ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆਖਰ ਕਿਵੇਂ, ਮਤਲਬ ਕਿ ਤੁਹਾਡਾ ਉਹਨਾਂ ਨਾਲ ਪਹਿਲੀ ਵਾਰੀ ਰਾਬਤਾ ਬਣਿਆ ਸੀ, ਤੇ ਕਿਵੇਂ ਉਹਨਾਂ ਦੇ ਵਿੱਚ ਇਹ ਚੇਂਜਸ ਆਈ, ਤੇ ਕਿਸ ਤਰ੍ਹਾਂ ਉਹ ਪ੍ਰਚਾਰਕਾਂ ਨੂੰ, ਸਿੱਖਾਂ ਨੂੰ, ਗੁਰੂਆਂ ਨੂੰ ਗਲਤ ਕਹਿਣ ਲੱਗ ਪਏ। ਹਾਂਜੀ, ਸਭ ਤੋਂ ਪਹਿਲਾਂ ਇਹ ਪ੍ਰਾਈਡ ਪੰਜਾਬ ਟੀਵੀ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਂ ਪਹਿਲੀ ਵਾਰ 91 ਦੇ ਵਿੱਚ ਭਾਰਤ ਤੋਂ ਬਾਹਰ ਇਹ ਨਿਊਜ਼ੀਲੈਂਡ ਦੇ ਵਿੱਚ ਪ੍ਰਚਾਰ ਵਾਸਤੇ ਗਿਆ ਸੀ। ਤੇ ਜਦੋਂ ਪਹਿਲੀ ਵਾਰ ਮੈਂ ਪਹੁੰਚਿਆ ਉੱਥੇ ਨਿਊਜ਼ੀਲੈਂਡ, ਤੇ ਇਹ ਗੁਰਦੁਆਰੇ ਦੇ ਵਿੱਚ ਇੱਕ ਮਾਮੂਲੀ ਸੇਵਾ ਦੇ ਤੌਰ ਤੇ ਵਿਚਰਦਾ ਸੀਗਾ। ਕੋਈ ਬਰਤਨ ਸਾਫ਼ ਕਰ ਲਏ, ਪੋਚੇ ਦੇ ਲਏ, ਇੱਧਰ ਉੱਧਰ ਕਰ ਲਈਆਂ, ਚਾਦਰਾਂ ਵਿਛਾ ਲਈਆਂ ਜੀ। ਤੇ ਪ੍ਰਚਾਰਕਾਂ ਦੇ ਨਾਲ ਇਹ ਦੁਆ ਸੰਪਰਕ ਦੇ ਵਿੱਚ ਰਹਿਣਾ ਚਾਹੁੰਦਾ ਹੁੰਦਾ ਸੀਗਾ ਜੀ। ਤੇ ਚਲੋ ਮੇਰੇ ਤੋਂ ਪਹਿਲਾਂ ਗਿਆਨੀ ਹਰਿੰਦਰ ਸਿੰਘ ਜੀ ਉੱਥੇ ਜਾਂਦੇ ਸੀ, ਉਹਨਾਂ ਨਾਲ ਵੀ ਕਾਫੀ ਇਹਨਾਂ ਦਾ ਸੰਪਰਕ ਸੀ, ਤੇ ਫਿਰ ਮੇਰੇ ਨਾਲ ਵੀ ਹੋ ਗਿਆ ਜੀ। ਇਹ ਪਿੱਛੋਂ ਇੱਥੋਂ ਮਾਲਪੁਰ ਦੇ ਲਾਗੇ ਪਿੰਡ ਆ ਇਹ ਖੈੜ ਅਛਰਵਾਲ ਇਹਨਾਂ ਦਾ ਜੀ, ਤੇ ਫਗਵਾੜੇ ਤੋਂ 30-35 ਕਿਲੋਮੀਟਰ ਤੇ ਆ। ਇਸ ਕਰਕੇ ਵੀ ਇਹਨੇ ਮੇਰੇ ਨਾਲ ਨਜ਼ਦੀਕੀ ਬਣਾਈ ਵੀ ਇਹ ਸਾਡੇ ਉੱਥੇ ਲਾਗੇ ਦਾ, ਕੱਲ ਨੂੰ ਕਿਤੇ ਮੇਰੇ ਕੰਮ ਵੀ ਆ ਸਕਦਾ ਇਹ ਜੀ। ਤੇ ਚਲੋ ਮੈਂ ਕਰੀਬਨ 1-2 ਸਾਲ ਛੱਡ ਕੇ ਨਿਊਜ਼ੀਲੈਂਡ ਜਾਂਦਾ ਰਿਹਾ। ਜਿਹੜੇ ਵੀ ਹੋਰ ਪ੍ਰਚਾਰਕ ਜਾਂਦੇ ਰਹੇ ਉਹਨਾਂ ਤੋਂ ਇਹ ਬੈਠ ਕੇ ਸੁਣਦਾ ਰਿਹਾ, ਗੱਲਾਂ ਕਰਦਾ ਰਿਹਾ, ਕਿਤਾਬਾਂ ਮੰਗਵਾਉਂਦਾ ਰਿਹਾ, ਪੜ੍ਹਦਾ ਰਿਹਾ। ਪਹਿਲਾਂ ਇਹ ਠੀਕ ਸੀਗਾ ਜਦੋਂ ਅਸੀਂ ਪਹਿਲੀ ਵਾਰ ਉੱਥੇ ਗਏ, ਤੇ ਹੌਲੀ ਇਹ ਤਰਕਵਾਦੀ ਬਣਦਾ ਗਿਆ, ਤੇ ਗੱਲਾਂ ਥੋੜੀਆਂ ਜਿਹੀਆਂ ਗੁਰਮਤ ਤੋਂ ਹਟ ਕੇ ਕਰਨ ਲੱਗ ਪਿਆ। ਮੈਂ ਇਹਨੂੰ ਕਈ ਵਾਰੀ ਸਮਝਾਇਆ ਵੀ, ਪਰ ਨਹੀਂ, ਚਲਦਿਆਂ 2014 ਦੇ ਵਿੱਚ ਇਹਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਮੇਰੇ ਕਾਬੂ ਨਹੀਂ ਆਉਂਦਾ। ਤੇ ਪਹਿਲਾਂ ਤਾਂ ਮੈਨੂੰ ਉੱਥੇ ਲਿਖਦਾ ਹੁੰਦੇ ਸੀਗੇ, ਇਹਨਾਂ ਨੇ ਕੰਪਿਊਟਰ ਪ੍ਰਿੰਟ ਕੱਢ ਕੇ ਲਾਉਣੇ, ਨਿਰਧਾਰਕ ਪ੍ਰਚਾਰਕ, ਕੌਮ ਦਾ ਨਿਰਧਾਰਕ ਪ੍ਰਚਾਰਕ, ਇਹ ਉਹ। ਤੇ ਜਦੋਂ ਮੈਂ ਇਹਨੂੰ ਸਮਝਾਉਣ ਲੱਗਾ ਵੀ ਏਦਾਂ ਗੱਲਾਂ ਨਹੀਂ ਚੱਲਦੀਆਂ ਜਿੱਦਾਂ ਤੂੰ ਕਰਦਾ ਆ, ਵੀ ਜ਼ਮੀਨੀ ਪੱਧਰ ਤੇ ਚੱਲ ਕੇ ਪਤਾ ਲੱਗਦਾ ਅਸਲੀਅਤ ਕੀ ਹੁੰਦੀ ਆ ਜੀ। ਤੇ ਫਿਰ ਮੇਰੇ ਨਾਲ ਥੋੜਾ ਜਿਹਾ ਇਹ ਬਟਣ ਲੱਗ ਪਿਆ ਵੀ ਇਹ ਤਾਂ ਬੰਦਾ ਮੇਰੇ ਸਾਹਮਣੇ ਖੜਾ ਹੋਣ ਲੱਗ ਪਿਆ, ਮੈਨੂੰ ਜਵਾਬ ਦੇਣ ਲੱਗ ਪਿਆ, ਮੇਰੇ ਸਾਹਮਣੇ ਬੋਲਣ ਲੱਗ ਪਿਆ।
ਤੇ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਹੌਲੀ ਹੌਲੀ ਇਹ ਆ ਗਿਆ ਤੇ ਫਿਰ ਇਹਦੇ ਨਾਲ ਜ਼ਿਆਦਾ ਗੱਲਬਾਤ ਹੋ ਜਾਂਦੀ ਹੁੰਦੀ ਸੀ ਕਦੀ ਕਦੀ ਫੋਨ ਦੇ ਉੱਤੇ। ਤੇ ਜਦੋਂ 2-3 ਸਾਲ ਇਹਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਮੇਰੇ ਤੋਂ ਕਾਬੂ ਨਹੀਂ ਹੋ ਰਿਹਾ, ਵੀ ਮੈਂ ਤਾਂ ਸਾਰਿਆਂ ਨੂੰ ਥੱਲੇ ਲਾ ਕੇ ਖੁਸ਼ ਹਾਂ, ਵੀ ਥੱਲੇ ਲਾ ਕੇ ਰੱਖਣਾ ਚਾਹੁੰਦਾ ਹਾਂ ਜੀ। ਜਿਹੜਾ ਵੀ ਪ੍ਰਚਾਰਕ ਜਾਂਦਾ ਸੀਗਾ ਉਹਨੂੰ ਧੌਂਸ ਦਿਖਾਲਣੀ, ਉਹਨੂੰ ਇਹ ਜਤਲਾਉਣਾ ਵੀ ਮੈਂ ਹੀ ਇੱਥੇ ਸੱਦਦਾ ਸਾਰਿਆਂ ਨੂੰ, ਪਰ ਮੈਂ ਇਹਦੇ ਅਧੀਨ ਨਹੀਂ ਹੋਇਆ। ਫਿਰ ਇਹਨੇ 2014 ਦੇ ਵਿੱਚ, ਜਦੋਂ ਕਿ ਮੈਨੂੰ ਉਸ ਵੇਲੇ 24 ਸਾਲ ਹੋ ਗਏ ਸੀ ਜਾਂਦੇ ਨੂੰ ਜੀ। ਠੀਕ ਹੈ ਜੀ। ਨਿਊਜ਼ੀਲੈਂਡ 24 ਸਾਲ। ਹੁਣ ਮੈਨੂੰ ਇਹਨਾਂ ਦਾ ਇਕੱਲੀ ਗੱਲ ਦਾ ਪਤਾ ਸੀ, ਕਿਉਂਕਿ ਜਿੱਦਾਂ ਇਹਨਾਂ ਨੇ ਇੰਡੀਆ ਆਉਣਾ ਹੁੰਦਾ ਸੀਗਾ ਤੇ ਮੈਨੂੰ ਫੋਨ ਕਰ ਦੇਣਾ, ਇੱਥੇ ਆ ਕੇ ਸੰਪਰਕ ਕੇ ਰੱਖਣਾ, ਤੇ ਫਿਰ ਪੈਸੇ ਦੀ ਲੋੜ ਪੈਣੀ, ਮੇਰੇ ਕੋਲ ਪੈਸੇ ਲੈ ਜਾਣੇ, ਇੱਥੋਂ ਆਧਾਰੇ ਲੈ ਜਾਣੇ। ਤੇ ਉਸੇ ਦੌਰਾਨ ਇਹਦੀ ਸਿਸਟਰ ਦਾ ਮੈਰਿਜ ਸੀਗਾ, ਫਿਰ ਮੈਨੂੰ ਫੋਨ ਕੀਤਾ ਵੀ ਜਲਦੀ ਇੰਨੇ ਪੈਸੇ ਚਾਹੀਦੇ, 80,000 ਰੁਪਈਆ। ਚਲੋ ਮੈਂ ਉਹ ਇਹਦਾ ਫਾਦਰ ਆਇਆ ਇੱਥੇ ਜੀ ਤੇ ਇਹਦਾ ਭਰਾ ਆਇਆ, ਉਹ ਪੈਸੇ ਲੈ ਗਏ ਤੇ ਮੁੜ ਕੇ ਉਹਦੀ ਵੀ ਇਹਨਾਂ ਨੇ ਬਾਤ ਨਹੀਂ ਕੋਈ ਪੁੱਛੀ ਜੀ। 2014 ਦੇ ਵਿੱਚ ਇਹ ਕੋਈ ਬਹਾਨਾ ਲੱਭਦਾ ਸੀਗਾ ਵੀ ਮੈਨੂੰ ਉੱਥੋਂ ਇਹ ਸਦਾ ਵਾਸਤੇ ਹੀ ਇਹ ਦੁਆ ਨਾ ਸੱਦੇ ਦੁਬਾਰਾ ਜੀ। ਤੇ 2014 ਮਈ ਦੇ ਵਿੱਚ ਮੈਂ ਆਪਣੇ ਪਿੰਡੂ ਸੀਗਾ ਮੇਰਾ, ਤੇ ਉਹਦੇ ਨਾਲ ਮੈਂ ਇਹ ਕੇਵਲ ਸਿੰਘ ਨੂੰ ਦੱਸ ਕੇ, ਕਿਉਂਕਿ ਉਹ ਇਹਨਾਂ ਦਾ ਮੁਖੀ ਸੀਗਾ ਗੁਰਦੁਆਰੇ, ਕੇਵਲ ਸਿੰਘ ਇਹਨਾਂ ਦੀ ਭੂਆ ਦਾ ਮੁੰਡਾ ਆ ਉਹ ਜੀ। ਮੈਂ ਉਹਨੂੰ ਦੱਸ ਕੇ ਗਿਆ ਵੀ ਮੈਂ ਕਥਾ ਤੋਂ ਬਾਅਦ ਚਲੇ ਜਾਣਾ ਆਪਣੇ ਪਿੰਡ ਦੇ ਸਿੰਘ ਦੇ ਨਾਲ ਜੀ। ਮੈਂ ਉਹਦੇ ਨਾਲ ਚਲਾ ਗਿਆ ਤੇ ਉੱਥੇ ਘਰ ਜਾ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਅੱਜ ਕਬੱਡੀ ਦਾ ਮੈਚ ਆ, ਵੀ ਇੰਡੀਆ ਤੋਂ ਬੀਬੀਆਂ ਦੀ ਲੜਕੀਆਂ ਦੀ ਟੀਮ ਕਬੱਡੀ ਦੀ ਆਈ ਹੋਊ ਆ ਜੀ, ਤੇ ਅਸੀਂ ਜਾਣਾ। ਮੈਂ ਕਿਹਾ ਚਲੋ ਮੈਂ ਵੀ ਚੱਲਦਾ, ਵੀ ਅਸੀਂ ਵੀ ਬਚਪਨ ਦੇ ਵਿੱਚ ਜਦੋਂ ਇੱਥੇ ਪੜ੍ਹਦੇ ਸੀ ਪਿੰਡਾਂ ਦੇ ਵਿੱਚ ਕਬੱਡੀ ਖੇਡਦੇ ਰਹੇ, ਸਾਨੂੰ ਕਬੱਡੀ ਦਾ ਜਨੂਨ ਸੀਗਾ ਜੀ। ਮੈਂ ਵੀ ਦੇਖਣ ਚੱਲਦਾ ਚਲੋ ਮੈਚ ਕਬੱਡੀ ਦਾ। ਜੀ। ਤੇ ਅਸੀਂ ਮੈਚ ਦੇਖਣ ਚਲੇ ਗਏ। ਹਾਲੇ ਮੈਂ ਕਬੱਡੀ ਦਾ ਮੈਚ ਦੇਖਦਾ ਹੀ ਸੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੈਚ ਦੇਖਣ ਗਿਆ ਆ। ਇਹਨਾਂ ਨੇ ਆਪਣਾ ਰੇਡੀਓ ਔਨ ਕਰਕੇ ਬਕਵਾਸ ਕਰਨੀ ਸ਼ੁਰੂ ਕਰ ਦਿੱਤੀ। ਅੱਛਾ। ਮੇਰੀ ਵੇਟ ਨਹੀਂ ਕੀਤੀ ਵੀ ਮੇਰਾ ਪੱਖ ਤਾਂ ਸੁਣ ਲਓ ਤੁਸੀਂ। ਜੀ ਜੀ। ਵੀ ਮੈਂ ਕਿੱਦਾਂ ਗਿਆ ਕਬੱਡੀ ਦਾ ਮੈਚ ਦੇਖਣਾ, ਕੋਈ ਬਹੁਤ ਵੱਡੀ ਕਬੱਡੀ ਦਾ ਮੈਚ ਮੁੱਦਾ ਨਹੀਂ ਸੀਗਾ ਜੀ। ਨਹੀਂ, ਤੁਸੀਂ ਲੜਕੀਆਂ ਦਾ ਮੈਚ ਦੇਖਣ ਗਏ ਕਬੱਡੀ ਦਾ। ਮੈਂ ਇਹਨਾਂ ਨੂੰ ਪੁੱਛਦਾ ਆ ਵੀ ਹੁਣ ਇਹਨਾਂ ਦੇ ਬਾਬੇ ਨੇ ਜੀ ਇਹ ਆ ਜਿਹੜੀ ਮਿਸ ਯੂਨੀਵਰਸਲ ਬਣੀ ਆ ਹਰਨਾਜ਼ ਸੰਧੂ ਜੀ, ਉਹਦਾ ਪ੍ਰੋਗਰਾਮ ਦੇਖਿਆ ਸਾਰੇ, ਉਹਦੇ ਜਿੰਨੇ ਵੀ ਸੀਗੇ ਜੋ ਵੀ ਹੁੰਦਾ, ਮੈਂ ਤਾਂ ਬਹੁਤਾ ਉਹਦੇ ਪਾਸੇ ਜਾਂਦਾ ਨਹੀਂ। ਮਿਸ ਯੂਨੀਵਰਸਲ ਕਿੱਦਾਂ ਚੁਣਦੇ ਕਿੱਦਾਂ ਨਹੀਂ ਚੁਣਦੇ, ਕੀ ਉਹਨਾਂ ਦੇ ਟੈਕ ਹੁੰਦੇ ਆ ਜੀ, ਤੇ ਸਾਰਾ ਕੁਝ ਦੇਖਿਆ ਤੇ ਉਹਨੂੰ ਵਧਾਈਆਂ ਦਿੱਤੀਆਂ। ਜੀ ਜੀ, ਬਿਲਕੁਲ ਬਿਲਕੁਲ। ਹਾਲਾਂਕਿ ਉਹ ਅਰਧ ਤੋਂ ਜ਼ਿਆਦਾ ਨਗਨ ਹੋ ਕੇ ਉਹ ਜੋ ਵੀ ਵੋਕ ਕਰਦੀ ਆ ਤੇ ਉਹਨੂੰ ਵਧਾਈਆਂ ਦਿੱਤੀਆਂ ਉਹ ਹਰਨਾਜ਼ ਸੰਧੂ ਨੂੰ ਪਈ ਜੀ। ਬਹੁਤ ਵਧੀਆ, ਉਹਨੇ ਇੰਨਾ ਮੁਕਟ, ਇੰਨੇ ਕਰੋੜ ਦਾ ਉਹਦੇ ਮੁਕਟ ਪਾਇਆ ਗਿਆ। ਸਾਰਾ ਕੁਝ ਦੇਖ ਕੇ ਮੈਂ ਹੁਣ ਕਹਿੰਦਾ ਵੀ ਇਹਨਾਂ ਦੇ ਮੂੰਹ ਨੂੰ ਹੁਣ ਕਿਉਂ ਤਾਂ ਮੈਂ ਤਾਂ ਸਿਰਫ ਸੱਭਿਅਕ ਇੱਕ ਸੀਗਾ, ਉਹ ਕਬੱਡੀ ਦਾ ਮੈਚ ਲੜਕੀਆਂ ਦਾ ਸੀਗਾ, ਸੱਭਿਅਕ ਮੈਚ ਮੈਂ ਤਾਂ ਦੇਖਣ ਗਿਆ ਜੀ। ਉਸ ਵੇਲੇ ਐਡਾ ਵੱਡਾ ਇਹਨਾਂ ਨੇ ਇਸ਼ੂ ਬਣਾਇਆ, ਰੇਡੀਓ ਤੇ ਬਕਵਾਸ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਕਮ ਸੇ ਕਮ ਜਿਹੜਾ ਸੁਹਿਰਦ ਬੰਦਾ ਹੁੰਦਾ ਨਾ, ਉਹ ਪਹਿਲਾਂ ਦੂਏ ਦਾ ਪੱਖ ਸੁਣਦਾ ਆ ਵੀ ਤੂੰ ਕਿਸ ਤਰ੍ਹਾਂ ਗਿਆ ਵੀ ਉੱਥੇ ਕਬੱਡੀ ਦਾ ਮੈਚ ਦੇਖਣ। ਜੀ। ਇਹਨਾਂ ਨੇ ਕੋਈ ਪੱਖ ਨਹੀਂ ਮੇਰਾ ਸੁਣਿਆ, ਰੇਡੀਓ ਔਨ ਕੀਤਾ, ਬੋਲਣਾ ਸ਼ੁਰੂ ਕਰ ਦਿੱਤਾ। ਤੇ ਸਾਨੂੰ ਕਿਸੇ ਨੇ, ਮੈਂ ਆਪਣੇ ਉਹ ਪਿੰਡੂ ਦੇ ਨਾਲ ਸੀਗਾ, ਉਹਨੂੰ ਫੋਨ ਕਿਸੇ ਨੇ ਕੀਤਾ ਵੀ ਤੁਹਾਡੇ ਪਿੰਡੂ ਗਿਆਨੀ ਜੀ ਕਿੱਥੇ? ਕਹਿੰਦੇ ਮੇਰੇ ਨਾਲ ਹੀ ਆ। ਉਹ ਕਹਿੰਦੇ ਵੀ ਉਹਨਾਂ ਬਾਰੇ ਰੇਡੀਓ ਤੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ। ਜੀ। ਤੇ ਮਤਲਬ ਗਿਆਨੀ ਜੀ, ਜਿਹੜੀ ਆਪਾਂ ਇਹਦੀ ਕਰਦੇ ਆ ਹਰਨਾਜ਼ ਸੰਧੂ ਵਾਲਾ ਮਸਲਾ ਵੀ ਆਪਾਂ ਜਿਹੜਾ ਉਹ ਕਰਨਾ ਹੈ, ਡਿਸਕਸ ਕਰਨਾ ਹੈ, ਪਰ ਜੇ ਸੰਖੇਪ ਦੇ ਵਿੱਚ ਮੈਂ ਚਾਹੁੰਦਾ ਕਿ ਮੈਨੂੰ ਇਹਨਾਂ ਤੁਸੀਂ ਦੱਸੋ ਸਾਨੂੰ ਕਿ ਕਿਵੇਂ ਦਾ ਚਰਿੱਤਰ ਹੈਗਾ, ਕਦੋਂ ਚੇਂਜਸ ਜਿਹੜੀਆਂ ਆਈਆਂ ਨੇ, ਮਤਲਬ ਕਿ ਇਹਨਾਂ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਆਮ ਸਿੱਖ ਵਾਂਗ ਗੁਰਦੁਆਰਿਆਂ ਦੇ ਵਿੱਚ ਵਿਚਰਨਾ, ਪ੍ਰਚਾਰਕਾਂ ਨੂੰ ਸੱਦਣਾ, ਸੋ ਬਾਅਦ ਵਿੱਚ ਇਹ ਚੇਂਜਸ ਜਿਹੜੀ ਆਈ ਹੈ ਕਿਹੋ ਜਿਹਾ ਹੁਣ ਕਿਹੋ ਜਿਹਾ ਨੇ? ਦੇਖੋ, ਚੇਂਜਸ ਤਾਂ ਇਹਦੇ ਵਿੱਚ ਇੰਨੀ ਕੁ ਗੁਰਮਤ ਦੇ ਰਸਤੇ ਤੋਂ ਹਟ ਕੇ ਆ ਗਈ ਆ।
ਕਿਉਂਕਿ ਇਹ ਚਾਹੁੰਦਾ ਸੀ ਭਈ ਮੈਂ ਵੱਧ ਹੋਵਾਂ ਪਰ ਬੇਸ਼ੱਕ ਬਦਨਾਮ ਹੋਵਾਂ ਪਰ ਮੇਰਾ ਨਾਮ ਹੋਵੇ। ਇਹਦੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਇਹ ਲਾਲਸਾ ਸੀ। ਇਹ ਕਦੀ ਕਿਸੇ ਦੇ ਰੇਡੀਓ ਤੇ ਜਾ ਕੇ ਬੋਲਦਾ ਸੀ, ਕਦੀ ਕਿਸੇ ਦੇ ਰੇਡੀਓ ਤੇ ਬੋਲਦਾ ਸੀਗਾ। ਇਹਦੇ ਮਨ ਦੀ ਲਾਲਸਾ ਸੀ। ਹੁਣ ਦੇਖੋ ਬੰਦੇ ਦੇ ਅੰਦਰਲੀ ਦਾ ਕੋਈ ਜਾਣ ਨਹੀਂ ਸਕਦਾ, ਇਹਦੇ ਮਨ ਦੇ ਵਿੱਚ ਕੀ ਚੱਲਦਾ ਹੋਊਗਾ ਇਹ ਸਾਰਾ ਥੋੜਾ ਕੋਈ ਕਿਸੇ ਨੂੰ ਦੱਸਦਾ ਹੈ ਕੋਈ ਵੀ। ਇਹਦੇ ਮਨ ਦੇ ਵਿੱਚ ਕੀ ਚੱਲਦਾ ਹੋਊਗਾ ਇਹ ਕੋਈ ਕਹਿ ਨਹੀਂ ਸਕਦਾ ਜੀ। ਪਰ ਇੰਨਾ ਜ਼ਰੂਰ ਸਪਸ਼ਟ ਹੋ ਰਿਹਾ ਸੀਗਾ ਵੀ ਇਹਦੇ ਮਨ ਦੇ ਵਿੱਚ ਆ ਵੀ ਮੇਰਾ ਨਾਮ ਹੋਵੇ, ਮੈਂ ਕਿਸੇ ਤਰ੍ਹਾਂ ਮਸ਼ਹੂਰ ਹੋਵਾਂ, ਮੈਂ ਲੋਕਾਂ ਨੂੰ ਗਾਈਡ ਕਰਾਂ, ਮੈਂ ਲੋਕਾਂ ਨੂੰ ਏਦਾਂ ਕਰਾਂ, ਏਦਾਂ ਇਹਦੇ ਮਨ ਤੇ ਸੀ ਜ਼ਰੂਰ। ਜੀ 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 ਠੀਕ ਹੈ। ਤੇ ਹੌਲੀ ਹੌਲੀ ਰੇਡੀਓ ਲੈ ਲਿਆ। ਉੱਥੇ ਇਹਦੇ ਰੌਲੇ ਬੜੇ ਪੈਂਦੇ ਆ। ਉਹ ਤਾਂ ਜਦੋਂ ਇਹਨੇ ਮੈਨੂੰ ਕਾਲ ਕੀਤਾ ਨਾ, ਮੈਂ ਤਾਂ ਇਹਨੂੰ ਨਹੀਂ ਸੀ ਕਿਹਾ ਵੀ ਮੈਂ ਤੇਰੇ ਨਾਲ ਗੱਲ ਕਰਨੀ। ਇਹਨੇ ਮੈਨੂੰ ਕਾਲ ਕੀਤਾ ਵੀ ਤੁਹਾਡੇ ਨਾਲ ਮੈਂ ਗੱਲ ਕਰਨੀ ਆ। ਮੈਂ ਕਿਹਾ ਠੀਕ ਆ, ਕਰ ਲਓ ਗੱਲ। ਇਹਨਾਂ ਨੇ ਫੋਨ ਕੀਤਾ, ਮੈਂ ਤਾਂ ਬੈਠਾ ਸੀਗਾ ਵੀ ਚਲੋ 2-3 ਘੰਟੇ ਕੱਢਾਂਗੇ ਜੀ ਜੀ। ਪਰ ਇਹਨੂੰ ਪਤਾ ਲੱਗਣ ਲੱਗ ਪਿਆ ਸੀ ਵੀ ਗਿਆਨੀ ਜੀ ਨੂੰ ਸਾਰਾ ਕੁਝ ਪਤਾ ਮੇਰਾ, ਤੇ ਇਹ ਹੁਣ ਸਾਰਾ ਕੁਝ ਇਹ ਖੋਲ ਦੇਣਾ, ਇਸ ਕਰਕੇ ਡਰ ਗਿਆ ਸੀਗਾ। ਉਹ ਹੋਰ ਹੀ ਤਰੀਕੇ ਦੇ ਨਾਲ ਗੱਲਬਾਤ ਕਰਕੇ ਇੱਕ ਸੱਭਿਅਕ ਭਾਸ਼ਾ, ਜਦੋਂ ਅਸੀਂ ਆਮ ਪਰਿਵਾਰਕ ਮੈਂਬਰਾਂ 'ਚ ਜਾਂ ਦੋਸਤਾਂ ਮਿੱਤਰਾਂ ਨਾਲ ਬੈਠੇ ਹੋਈਏ, ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਬੋਲਦੇ ਜਿਸ ਤਰ੍ਹਾਂ ਦੀ ਉਹਨਾਂ ਨੇ ਬੋਲ ਕੇ ਤੇ ਤੁਹਾਡਾ ਫੋਨ ਜਿਹੜਾ ਹੈ ਉਹ ਕੱਟ ਦਿੱਤਾ ਸੀ ਕਿ ਕਿਤੇ ਹੋਰ ਭੇਦ ਨਾ ਮੇਰੇ ਖੋਲੇ ਜਾਣ ਗਿਆਨੀ ਜੀ ਵੱਲੋਂ। ਸੋ ਮੈਂ ਇਹਦੇ ਕਰੈਕਟਰ ਬਾਰੇ ਮੈਨੂੰ ਪਤਾ, ਕਿਉਂਕਿ ਮੈਂ ਹਰੇਕ ਸਾਲ ਉੱਥੇ ਜਾਂਦਾ ਆ। ਮੈਂ ਜੀ ਬਿਲਕੁਲ 2 ਸਾਲ ਜਾਂ 3 ਸਾਲ ਛੱਡ ਕੇ ਇਹਦੇ ਬਾਰੇ ਉੱਥੇ ਰੌਲੇ ਬਹੁਤ ਪੈਂਦੇ ਰਹੇ। ਜਦੋਂ ਗਿਆਨੀ ਸੁਰਿੰਦਰ ਸਿੰਘ ਜੀ ਨੂੰ ਉੱਥੋਂ ਗੁਰਦੁਆਰੇ ਕੱਢਿਆ ਤੇ ਉਸ ਵੇਲੇ ਰੌਲਾ ਪਿਆ। ਉੱਥੇ ਬੀਬੀਆਂ ਨੇ ਇਹਨੂੰ ਖੜੇ ਹੋ ਕੇ ਕਿਹਾ ਬਹੁਤ ਗੱਲਾਂ ਪਈ। ਜਿਨ੍ਹਾਂ ਦੇ ਘਰ ਤੂੰ ਸੌਂਦਾ ਸੀ ਉਹਨਾਂ ਦੀ ਵਾਈਫ ਦੇ ਨਾਲ ਤੇਰੇ ਰਿਲੇਸ਼ਨ, ਨਜਾਇਜ਼ ਰਿਲੇਸ਼ਨ ਹੋਏ ਪਏ, ਤੈਨੂੰ ਸ਼ਰਮ ਨਹੀਂ ਕੁੱਤਿਆ? ਜਿੱਥੋਂ ਤੂੰ ਖਾਂਦਾ ਉੱਥੇ ਤੂੰ ਇਹ ਥੁੱਕਦਾ ਆ, ਤੂੰ ਉੱਥੇ ਸ਼ੇਕ ਕਰਦਾ ਆ। ਮਤਲਬ ਕਿ ਉਸ ਵੇਲੇ ਇਹਨੇ ਕੋਈ ਕਿਸੇ ਨੂੰ ਜਵਾਬ ਨਹੀਂ ਦਿੱਤੇ। ਉੱਥੇ ਨਿਊਜ਼ੀਲੈਂਡ ਦੇ ਵਿੱਚ ਪੂਰਾ ਇਹ ਰੌਲਾ ਰਿਹਾ ਕਿ ਜਿੱਥੇ ਇਹ ਉਦੋਂ ਅਨਮੈਰਿਡ ਸੀ, ਜਦੋਂ ਕਿਸੇ ਦੇ ਘਰੇ ਰਹਿੰਦਾ ਸੀਗਾ ਇਹ, ਤੇ ਉਹਨਾਂ ਨਾਲ ਨਜਾਇਜ਼ ਸੰਬੰਧ ਸੀ ਇਹਦੇ। ਜੀ 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 ਜੀ। ਜੇ ਇਹਦੇ ਵਿੱਚ ਤੁਹਾਡੇ ਵੱਲ ਆਉਣਾ, ਮੈਂ ਆਪ ਜੀ ਦੇ ਨਾਲ ਵੀ ਨਾਲੋਂ ਨਾਲ ਜਿਹੜਾ ਹੈ ਲੈ ਕੇ ਚੱਲੀਏ ਕਿ ਇੱਕ ਤਾਂ ਇਹ ਹੋ ਗਿਆ ਆਪਣੇ ਨਿਊਜ਼ੀਲੈਂਡ ਵਾਲਾ, ਤੇ ਇੱਕ ਇਹਨਾਂ ਦਾ ਬਾਬਾ ਜਿਹੜਾ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ। ਪਿਛਲੇ ਦਿਨਾਂ ਤੋਂ ਆਪਾਂ ਦੇਖਿਆ ਕਿ ਤੁਸੀਂ ਕਾਫੀ ਪ੍ਰੋਗਰਾਮ ਜਿਹੜੇ ਨੇ ਉਹ ਕੀਤੇ ਨੇ, ਬਹੁਤ ਸਾਰੇ ਐਸੇ ਉਹਨਾਂ ਨੂੰ ਜਵਾਬ ਜਿਹੜੇ ਦਿੱਤੇ ਨੇ ਗੁਰਬਾਣੀ ਤੇ ਜੋ ਤਰਕ ਸ਼ਬਦ ਦੀ ਗੱਲ ਕਰਦੇ ਨੇ, ਸਿਧਾਂਤਾਂ ਦੀ ਗੱਲ ਕਰਦੇ ਆ, ਉਸ ਅਕੋਰਡਿੰਗ ਤੁਸੀਂ ਜਵਾਬ ਉਹਨਾਂ ਨੂੰ ਦਿੱਤੇ ਆ। ਮੈਂ ਸਭ ਤੋਂ ਪਹਿਲਾ ਸਵਾਲ ਜਿਹੜਾ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਕੋਈ ਵੀ ਪ੍ਰਚਾਰਕ ਹੈ, ਮੰਨ ਲਓ, ਕਿਵੇਂ ਆਪਾਂ ਤੈਅ ਕਰ ਸਕਦੇ ਹਾਂ ਵੀ ਇਹ ਵਾਕਈ ਭਾਈ ਹੈ, ਇਹ ਸੰਤ ਹੈ, ਅਖੌਤੀ ਹੈ, ਜਾਂ ਫਿਰ ਇਹ ਸਰਕਾਰੀ ਹੋ ਚੁੱਕਿਆ? ਕਿਵੇਂ ਤੈਅ ਕਰ ਸਕਦੇ ਹਾਂ? ਕਿਉਂਕਿ ਇੱਕ ਪਛਾਣ ਵੀ ਹੋਣੀ ਚਾਹੀਦੀ ਹੈ ਜੋ ਕਿ ਸਾਡੀ ਜਿਹੜੀ ਕੌਮ ਹੈ ਜਾਂ ਪੰਜਾਬ ਹੈ ਉਹਨੂੰ ਪਹਿਚਾਣ ਹੋ ਸਕੇ। ਕਿਵੇਂ ਤੈਅ ਕਰੀਏ ਆਪਾਂ? ਬਹੁਤ ਵਧੀਆ ਸਵਾਲ ਹੈ ਤੁਹਾਡਾ। ਸਭ ਤੋਂ ਪਹਿਲਾਂ ਤੈਅ ਕਿਵੇਂ ਕੀਤਾ ਜਾ ਸਕਦਾ ਜੀ? ਉਹਦਾ ਇੱਕੋ ਹੀ ਪੈਮਾਨਾ ਵਾ ਵੀ ਜਿਹੜਾ ਵੀ ਉਹ ਪ੍ਰਚਾਰਕ ਹੈ, ਜੇ ਤੇ ਉਹ ਸਿੱਖੀ ਦੇ ਦਾਇਰੇ 'ਚ ਵਿਚਰਦਾ ਹੈ ਤੇ ਫਿਰ ਉਹਦੀ ਜਿਹੜੀ ਭਾਸ਼ਾ ਹੈ ਜੀ ਉਹ ਸਿੱਖਾਂ ਵਾਲੀ ਹੋਣੀ ਚਾਹੀਦੀ ਹੈ। ਉਹ ਸਿੱਖ ਸੱਭਿਆਚਾਰ ਨੂੰ ਪ੍ਰਮੋਟ ਕਰਦਾ ਹੋਣਾ ਚਾਹੀਦਾ ਹੈ। ਉਹ ਸਿੱਖ ਪ੍ਰਿੰਸੀਪਲ, ਸਿੱਖ ਸਿਧਾਂਤ ਦੀ ਗੱਲ ਕਰਦਾ ਹੋਣਾ ਚਾਹੀਦਾ ਹੈ। ਜੇ ਉਹਦੀ ਭਾਸ਼ਾ ਜਾਂ ਉਹਨੇ ਸਿੱਖ ਪ੍ਰਿੰਸੀਪਲ ਦੇ ਅਗੇਂਸਟ ਆਪਣੇ ਕੋਈ ਪ੍ਰਿੰਸੀਪਲ ਦੇ ਦਿੱਤੇ ਜੀ, ਤੇ ਸਮਝ ਲਿਓ ਕਿ ਉਹ ਪ੍ਰਚਾਰਕ ਸਾਡੇ ਦਾਇਰੇ ਚੋਂ ਬਾਹਰ ਹੈ। ਹੁਣ ਇਹ 2 ਤਰੀਕੇ ਨਾਲ ਹੁੰਦਾ ਹੈ। ਇੱਕ ਤੇ ਹੁੰਦਾ ਹੈ ਸਾਜ਼ਿਸ਼ੀ ਜੀ, ਕਿ ਕੁਝ ਲੋਕ ਸਾਜ਼ਿਸ਼ ਤਹਿਤ ਕੰਮ ਕਰਦੇ ਨੇ। ਕੁਝ ਲੋਕ ਭੋਲੇ ਭਾਵ, ਸਟੱਡੀ ਨਹੀਂ ਹੈ, ਡੇਰਿਆਂ ਦੇ ਵਿੱਚੋਂ ਪੜ੍ਹਦੇ ਨੇ, ਜਿੱਥੋਂ ਪੜ੍ਹਦੇ ਨੇ ਜਿਹੋ ਜਿਹੀਆਂ ਸਾਖੀਆਂ, ਜਿਹੋ ਜਿਹੇ ਜੀ ਵਿਚਾਰਧਾਰਾ ਨੂੰ ਪੜ੍ਹ ਲੈਂਦੇ ਨੇ, ਉਹ ਅਡਾਪਟ ਕਰ ਲੈਂਦੇ ਨੇ, ਉਹਦੇ ਅਕਾਰਡਿੰਗ ਪ੍ਰਚਾਰ ਕਰੀ ਜਾਂਦੇ ਨੇ। ਉਹ ਬੰਦੇ, ਉਹ ਲੋਕ ਨੇ, ਉਹ ਤਰੱਕੀ ਕਰ ਸਕਦੇ ਨੇ, ਵਾਪਸ ਆ ਸਕਦੇ ਨੇ, ਗੁਰੂ ਦੀ ਗੋਦ ਵਿੱਚ ਆ ਸਕਦੇ ਨੇ, ਕਿਉਂਕਿ ਉਹ ਭੁੱਲੇ ਨੇ, ਦੋਸ਼ੀ ਨਹੀਂ ਨੇ ਜੀ। ਹੁਣ ਜਿਹੜਾ ਸਾਜ਼ਿਸ਼ੀ ਹੁੰਦਾ ਹੈ ਉਹ ਦੋਸ਼ੀ ਹੁੰਦਾ ਹੈ। ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ, ਮੈਂ ਸਿੱਧਾ ਉਸ ਅਖੌਤੀ ਬਾਬੇ ਵੱਲ, ਮਾਡਰਨ ਬਾਬੇ ਵੱਲ ਆ ਜਾਂਦਾ, ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲ ਜੀ, ਕਿ ਜਿੱਥੋਂ ਤੱਕ ਇਹਦੀ ਗੱਲ ਆ, ਇਹ ਸਾਜ਼ਿਸ਼ੀ ਹੈ। ਅੱਛਾ ਜੀ। ਇਹ ਸਾਜ਼ਿਸ਼ ਤਹਿਤ ਕਰ ਰਿਹਾ। ਉਹ ਮੈਂ ਤੁਹਾਨੂੰ ਬਕਾਇਦਾ ਵੀ
ਕਿਉਂਕਿ ਇਸ ਗੱਲ ਦੇ ਉੱਤੇ ਇਹਨੇ ਇਤਰਾਜ਼ ਕੀਤਾ ਸੀ ਕਿ ਪ੍ਰਭਦੀਪ ਤੂੰ ਮੈਨੂੰ ਆਰਐਸਐਸ ਨਾਲ ਜੋੜਿਆ। ਮੈਂ ਅੱਗੇ ਵੀ ਵੈਸੇ ਸਿੰਘ ਨਾਥ ਟੀਵੀ ਤੋਂ ਪ੍ਰੋਗਰਾਮ ਕਰਕੇ ਉਹ ਦੱਸ ਦਿੱਤੀ ਸਾਰੀ ਗੱਲ, ਪਰ ਮੈਂ ਦੁਬਾਰਾ ਕਹਿ ਦਿੰਦਾ ਜੀ ਕਿ ਆਰਐਸਐਸ ਨਾਲ ਪ੍ਰਭਦੀਪ ਨੇ ਨਹੀਂ ਜੋੜਨਾ, ਆਰਐਸਐਸ ਨਾਲ ਤੁਹਾਡੀ ਭਾਸ਼ਾ ਨੇ ਜੋੜਨਾ ਹੈ, ਤੁਹਾਡੀ ਆਈਡੀਓਲੋਜੀਕਲ ਅਪਰੋਚ, ਪਹੁੰਚ, ਜੀ ਜੈਸੀ ਵਿਚਾਰਧਾਰਕ ਤੁਹਾਡੀ ਪਹੁੰਚ ਹੈ ਉਹਦੇ ਤੋਂ ਤੁਸੀਂ ਤੈਅ ਹੋਣਾ ਵੀ ਤੁਸੀਂ ਕੌਣ ਜੇ। ਜੀ ਜੀ ਕੱਪੜੇ ਤੁਹਾਡੇ ਸਿੱਖਾਂ ਵਰਗੇ ਹੋ ਸਕਦੇ ਨੇ, ਬਾਹਰੋਂ ਤੁਸੀਂ ਲੱਗ ਸਕਦੇ ਜੇ ਵੀ ਇਹ ਸਿੱਖ ਕੌਮ ਦਾ ਹਿੱਸਾ ਨੇ, ਪਰ ਜਦੋਂ ਤੁਸੀਂ ਬੋਲਣਾ ਹੈ ਜੀ ਜਾਤ ਪੜਤ ਹੈ ਕਾਕ ਪਿਕ ਬਸੰਤ ਰੁੱਤ ਕੇ ਮਾਹੇ, ਜੀ ਇਹ ਸਕੂਲਾਂ 'ਚ ਪੜ੍ਹਦੇ ਹੋ ਉਸ ਟਾਈਮ ਦੇ ਦੋਹੇ ਨੇ ਜੀ ਵੀ ਜਦੋਂ ਕਾਂ ਤੇ ਕੋਇਲ ਬੋਲਦੀ ਹੈ ਉਹਦੇ ਬੋਲਣ ਤੋਂ ਪਤਾ ਲੱਗਦਾ ਸਾਧ ਅਸਾਧ ਪਰਖੀ ਹੈ ਕਰਤੂਤ ਸੁਭਾਖ ਹੈ। ਜੀ ਜੀ ਉਹਦੀ ਭਾਖਿਆ ਤੋਂ ਪਤਾ ਲੱਗਦਾ ਵੀ ਸਾਧਾਂ ਵਾਲੀ ਕਰਤੂਤ ਹੈ ਕਿ ਅਸਾਧਾਂ ਵਾਲੀ ਕਰਤੂਤ ਹੈ। ਹੁਣ ਜਦੋਂ ਇਹਦੀ ਭਾਖਾ ਦੀ ਗੱਲ ਕਰਦੇ ਆਂ, ਇਹਦੀ ਬੋਲਣ ਦੀ ਗੱਲ ਕਰਦੇ ਆਂ, ਜਿਹੜੀ ਯੂਨੀਵਰਸਿਟੀ ਨੂੰ ਇਹ ਪ੍ਰਮੋਟ ਕਰਦਾ ਹੈ, ਨਿਊਜ਼ੀਲੈਂਡ ਵਾਲੀ ਯੂਨੀਵਰਸਿਟੀ, ਉਸ ਯੂਨੀਵਰਸਿਟੀ ਨੇ ਗੁਰੂ ਵੀ ਰੱਦ ਕੀਤਾ ਜੀ। ਉਸ ਯੂਨੀਵਰਸਿਟੀ ਨੇ ਗੁਰੂ ਦੀ, ਵੇਖੋ ਗੁਰੂ ਦਾ, ਅਸੀਂ ਗੁਰੂ ਨੂੰ ਗੁਰੂ ਕਿਉਂ ਕਹਿੰਦੇ ਆ? ਗੁਰੂ ਨੂੰ ਗੁਰੂ ਤਾਂ ਕਹਿੰਦੇ ਆ ਕਿ ਗੁਰੂ ਨੇ ਸਾਨੂੰ ਇੱਕ ਨਿਰੰਕਾਰੀ ਪਹੁੰਚ ਦਿੱਤੀ ਹੈ, ਇੱਕ ਨਿਰੰਕਾਰੀ ਸੰਕਲਪ, ਅਕਾਲੀ ਸੰਕਲਪ ਦਿੱਤਾ ਹੈ, ਜਿਹਨੂੰ ਅਸੀਂ ਖਾਲਸਾ ਧਰਮ ਕਹਿੰਦੇ ਆ, ਸਿੱਖ ਧਰਮ ਕਹਿੰਦੇ ਜੀ। ਹੁਣ ਜਿਹੜਾ ਗੁਰੂ ਨੂੰ ਰੱਦ ਕਰੇ ਤੇ ਗੁਰੂ ਦੀ ਜਿਹੜੀ ਉਹ ਨਿਰੰਕਾਰੀ ਪਹੁੰਚ ਹੈ, ਅਕਾਲੀ ਪਹੁੰਚ ਹੈ, ਉਹਨੂੰ ਵੀ ਰੱਦ ਕਰੇ, ਉਹ ਮੈਨੂੰ ਇਹ ਬਾਬਾ ਹੀ ਦੱਸ ਦੇ ਫਿਰ ਉਹ ਕੌਣ ਹੈ? ਇੱਕ ਗੁਰੂ ਵੀ ਨਹੀਂ, ਗੁਰੂ ਵੀ ਐਵੇਂ ਆਮ ਜਿਹਾ, ਫਿਰ ਜਿਹੜੀ ਗੁਰੂ ਦੀ ਪਹੁੰਚ ਹੈ, ਜੋ ਗੁਰੂ ਮਹਿਸੂਸ ਕਰਦਾ ਵੀ ਮੈਂ ਆਵੇ ਖਸਮ ਕੀ ਬਾਣੀ, ਮੈਂ ਹਵਾ ਤੋਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ ਜੀ। ਉਹ ਕਹਿੰਦਾ ਮੈਂ ਹੁਕਮ 'ਚ ਮੈਨੂੰ ਬਾਣੀ ਆਈ, ਮੈਨੂੰ ਖਸਮੀ ਬਾਣੀ ਆਈ ਜੀ। ਉਹ ਤਾਂ ਦੱਸੀ ਜਾਂਦਾ ਵੀ ਖਸਮ ਹੈ ਤੇ ਉਹਦੀ ਬਾਣੀ ਆਈ। ਇਹ ਕਹਿੰਦਾ ਨਾ ਗੁਰੂ ਹੈ ਤੇ ਨਾ ਹੀ ਉਹ ਖਸਮ ਹੈ, ਗੁਰੂ ਹੈ ਪਰ ਉਹ ਐਵੇਂ ਏਦਾਂ ਜਿਵੇਂ ਤਬਲਾ ਵਜਾਉਣ ਵਾਲਾ ਮੇਰਾ। ਹੁਣ ਕਿਸੇ ਨੇ ਸਿੰਘ ਥੋੜਾ ਲਾ ਕੇ ਆਉਣਾ ਵੀ ਮੈਂ ਭਾਈ ਆਹ ਲਓ ਜੀ ਮੈਂ ਆਰਐਸਐਸ ਵਾਲੇ ਸਿੰਘ ਮੱਥੇ ਤੇ ਲਾ ਕੇ ਆ ਗਿਆ ਤੇ ਮੈਂ ਪਛਾਣਿਆ ਜਾਵਾਂ। ਤੁਹਾਡੀ ਭਾਸ਼ਾ ਦੱਸਦੀ ਹੈ, ਤੁਹਾਡੀਆਂ ਕਰਤੂਤਾਂ ਦੱਸਦੀਆਂ ਨੇ ਵੀ ਤੁਸੀਂ ਕਿਹਦੇ ਹੱਕ 'ਚ ਭੁਗਤਦੇ ਜੇ। ਇਧਰ ਨਿਊਜ਼ੀਲੈਂਡ ਵਾਲੀ ਯੂਨੀਵਰਸਿਟੀ ਦਰਬਾਰ ਨੂੰ ਵੀ ਨਕਾਰਦੀ ਹੈ ਜੀ, ਉਹ ਦਰਬਾਰ ਢਾਉਂਦੀ ਹੈ ਲਫ਼ਜ਼ਾਂ ਨਾਲ, ਜਿਹੜੀ ਇਹਦੀ ਨਿਊਜ਼ੀਲੈਂਡ ਵਾਲੀ ਯੂਨੀਵਰਸਿਟੀ ਹੈ ਜਿਹਨੂੰ ਇਹ ਮੰਨਦਾ ਜੀ ਜੀ, ਜਿਹਨੂੰ ਕਹਿੰਦਾ ਵੀ ਜੇ ਸਿੰਘ ਨਾਦ ਸੁਣਦੇ ਨੇ ਫਿਰ ਵਿਰਸਾ ਵੀ ਤੇ ਸੁਣਦੇ ਨੇ ਲੋਕ, ਵਿਰਸੇ ਨੂੰ ਤੇ ਸੁਣਦੇ ਨੇ। ਜਿਹਨੂੰ ਇਹ ਮੰਨਦਾ ਯੂਨੀਵਰਸਿਟੀ ਨੂੰ, ਉਹ ਦਰਬਾਰ ਲਫ਼ਜ਼ਾਂ ਨਾਲ ਢਾਉਂਦੀ ਹੈ। ਇੱਕ ਦਰਬਾਰ ਟੈਂਕਾਂ ਨਾਲ ਢਾਉਂਦਾ ਹੈ, ਇੱਕ ਸਰਕਾਰ ਦਰਬਾਰ ਟੈਂਕ ਲੈ ਕੇ ਆਉਂਦੀ ਹੈ ਤੇ ਉਹ ਢਾਉਂਦੀ ਹੈ, ਇੱਕ ਦਰਬਾਰ ਲਫ਼ਜ਼ਾਂ ਨਾਲ ਢਾਉਂਦਾ ਹੈ, ਕਹਿੰਦਾ ਕੁਛ ਨਹੀਂ ਇਹ ਦੇਸ ਰਾਜ ਦੀ ਬਣਾਈ ਮੜੀ ਹੈ, ਹਿੰਦੂ ਦਾ ਬਣਾਇਆ ਸਾਰਿਆ ਇੱਕ ਦੇਸ ਰਾਜ ਦਾ, ਇਹ ਇੱਕ ਮੜੀ ਦੇ ਬਰਾਬਰ ਆ ਇੱਕ ਬੰਨੇ, ਤੇ ਇਹ ਬਿਆਨ ਆਉਂਦੇ ਨੇ ਤੇ ਇਹ ਉਹਨੂੰ ਪ੍ਰਮੋਟ ਕਰਦਾ ਹੈ। ਹੁਣ ਦਰਬਾਰ ਢਾਉਣ ਵਾਲੇ ਕੌਣ ਸਨ, ਸਰਕਾਰੀ ਕਿ ਆਪਣੇ? ਜਿਹੜਾ ਸਾਡਾ ਤਖਤ ਦੀ ਵਿਚਾਰਧਾਰਾ ਹੈ, ਜਿਹੜੀ ਪੋਲੀਟੀਕਲ ਜਿਹਨੂੰ ਅਸੀਂ ਕਹਿ ਦਿੰਦੇ ਆ, ਤਖਤ ਦਾ ਮਤਲਬ ਪੋਲੀਟੀਕਲ ਵਿਚਾਰਧਾਰਾ ਜੀ, ਉਹਨੂੰ ਰੱਦ ਕਰਨ ਵਾਲੇ ਕੌਣ ਸਨ? ਦਰਬਾਰ ਨੂੰ ਹਰੀਮੰਦਰ ਬਣਾਉਣ ਵਾਲੇ ਕੌਣ ਸਨ? ਅਸੀਂ ਸੀ ਕਿ ਇਹ ਆਪਣਾ ਸਿੱਖਾਂ ਦੇ ਹਿਤੈਸ਼ੀ ਸਨ ਜਾਂ ਕੌਣ ਸਨ? ਉਹ ਇਹੋ ਹੀ ਇਹਦੇ ਭਾਈ ਸਨ ਜਿਨ੍ਹਾਂ ਨੇ ਦਰਬਾਰ ਨੂੰ ਹਰਮੰਦਰ ਉਸਾਰਿਆ, ਜਿਨ੍ਹਾਂ ਨੇ ਦਰਬਾਰ ਢਾਉਣ ਦੇ ਯਤਨ ਕੀਤੇ ਆਰਮੀ ਲਿਆ ਕੇ। ਇਹ ਦਰਬਾਰ ਲਫ਼ਜ਼ਾਂ ਨਾਲ ਢਾ ਰਹੇ ਨੇ। ਤੁਸੀਂ ਗੁਰੂ ਦੀ ਗੱਲ, ਅਕਾਲ ਦੀ ਗੱਲ, ਦਰਬਾਰ ਦੀ ਗੱਲ, ਤੁਸੀਂ ਸ਼ਹੀਦਾਂ ਦੀ ਗੱਲ ਕਰ ਲਓ। ਬਾਬਾ ਦੀਪ ਸਿੰਘ ਸ਼ਹੀਦ ਨੂੰ ਮੀਣਿਆਂ ਦਾ ਸਰਦਾਰ ਦੱਸਦੇ ਨੇ। ਬਿਲਕੁਲ। ਕਿਉਂ ਦੱਸਦੇ ਨੇ? ਕਿਉਂਕਿ ਬਾਬਾ ਦੀਪ ਸਿੰਘ ਦੀ ਜਿਹੜੀ ਚਾਲ ਹੈ ਉਹ ਝੱਲੀ ਨਹੀਂ ਜਾਣੀ ਸਰਕਾਰ ਤੋਂ ਤੇ ਇਹਨਾਂ ਤੋਂ, ਉਹ ਖਤਰਨਾਕ ਹੈ। ਬਾਬਾ ਦੀਪ ਸਿੰਘ ਇਸ ਸਿਸਟਮ ਵਾਸਤੇ ਖਤਰਨਾਕ ਹੈ। ਕਿਉਂਕਿ ਬਾਬਾ ਦੀਪ ਸਿੰਘ ਦੀ ਨਾਂ ਤੇ ਜਦੋਂ ਤੁਸੀਂ ਬੈਠ ਕੇ ਤਾਰੀਫ ਕਰਨ ਲੱਗਦੇ ਜੇ, ਨਾ ਤੇ ਉਹਦੇ ਖੰਡੇ ਦੀ ਤਾਰੀਫ ਹੋ ਪਾਣੀ ਹੈ ਤੁਹਾਡੇ ਕੋਲ, ਤੇ ਨਾ ਹੀ ਉਹਦੀ ਕਲਮ ਦੀ ਤਾਰੀਫ ਹੋ ਪਾਉਣੀ। ਬਿਲਕੁਲ। ਉਹ ਦੋਵਾਂ ਦਾ ਤਾਂ ਨਹੀਂ ਹੈ ਜੀ ਜੀ। ਜਿਹੜਾ ਸਾਰੀ ਉਮਰ ਕਲਮ ਚਲਾਉਂਦਾ ਹੋਵੇ, ਬੁੱਢੇ ਬਾਰੇ ਖੰਡਾ ਚੁੱਕ ਲੇ ਜੀ, ਇਹ ਗੱਲ ਸਰਕਾਰ ਬਰਦਾਸ਼ਤ ਨਹੀਂ ਕਰ ਸਕਦੀ। ਉਹ ਤੁਹਾਨੂੰ ਬੁੱਢੇ ਵੇਖਣਾ ਚਾਹੁੰਦੀ ਹੈ, ਥੱਕੇ ਹੋਏ ਵੇਖਣਾ ਚਾਹੁੰਦੀ ਹੈ, ਥੱਕੇ ਹਾਰੇ ਵੇਖਣਾ ਚਾਹੁੰਦੀ ਹੈ।
ਇਸ ਕਰਕੇ ਉਹ ਬਾਬਾ ਦੀਪ ਸਿੰਘ ਨੂੰ ਵੀ ਮਾਰਨਾ ਚਾਹੁੰਦੀ ਹੈ ਕਿ ਬਾਬਾ ਦੀਪ ਸਿੰਘ ਦੇ ਰੂਪ ਭਾਵੇਂ ਆਪਣਾ ਬਾਬਾ ਜਰਨੈਲ ਸਿੰਘ ਹੋ ਗਏ, ਐਸੇ ਜਿਹੜੇ ਸਾਡੀ ਕੌਮ ਦੇ ਜਰਨੈਲ ਨੇ, ਉਹਨਾਂ ਦੇ ਉੱਤੇ ਇਹ ਸਵਾਲੀਆ ਚਿੰਨ੍ਹ ਲਾਉਂਦੇ ਨੇ। ਇਹੋ ਸਵਾਲੀਆ ਚਿੰਨ੍ਹ ਸਰਕਾਰ ਲਾਉਂਦੀ ਹੈ। ਹੁਣ ਮੈਨੂੰ ਤੁਸੀਂ ਦੱਸ ਦਿਓ, ਮੈਂ ਤੁਹਾਡੇ ਗਾੜੀ ਤੱਥ ਰੱਖ ਦਿੱਤੇ ਨੇ ਸਾਰੇ, ਮੈਨੂੰ ਇਹ ਦੱਸ ਦਿਓ ਕਿ ਇਹਨੂੰ ਕਹਿਣਾ ਕੀ ਹੈ? ਜਿਹੜੀ ਹਰ ਸਟੇਟਮੈਂਟ ਸਰਕਾਰ ਨਾਲ, ਹਰ ਸਟੇਟਮੈਂਟ ਐਸਟੈਬਲਿਸ਼ਮੈਂਟ ਧਿਰ ਜਿਹੜੀ ਹੈ, ਜਾਂ ਹਰ ਸਟੇਟਮੈਂਟ ਜੋ ਸੰਘ ਪਰਿਵਾਰ ਬੀਜੇਪੀ ਜਾਂ ਆਰਐਸਐਸ ਚਾਹੁੰਦੀ ਹੈ, ਉਹਦੇ ਨਾਲ ਮਿਲਦੀ ਹੈ। ਤੇ ਤੁਸੀਂ ਸ਼ਬਦ ਦੇ ਦਿਓ, ਮੈਂ ਸ਼ਬਦ ਜਿਹੜੇ ਨਹੀਂ ਵਰਤਦਾ ਵੀ ਇਹ ਸਰਕਾਰੀ ਹੈ ਜਾਂ ਇਹ ਆਰਐਸਐਸ ਦੇ ਨੇ, ਤੁਸੀਂ ਸ਼ਬਦ ਦੇ ਦਿਓ ਨਵੇਂ ਕਿਹੜੇ ਰੱਖਣੇ ਆ। ਸਟੇਟਮੈਂਟ ਉਹਨਾਂ ਵਾਲੀਆਂ ਨੇ ਸਾਰੀਆਂ ਜਿਹੜੀਆਂ ਦਿੰਦਾ ਹੈ, ਕੰਮ ਵੀ ਉਹਨਾਂ ਵਾਲੇ ਆ। ਜਿੱਥੇ ਕੋਈ ਸਿੱਖ ਕੌਮ ਦੀ ਗੱਲ ਹੋਏਗੀ ਚੁੱਪ ਹੋਏਗਾ, ਜਿੱਥੇ ਸਾਡੇ ਅਗੇਂਸਟ ਹੋਏਗੀ ਸਟੇਜ ਤੋਂ ਵੱਡੀਆਂ ਵੱਡੀਆਂ ਸਟੇਟਮੈਂਟ ਦੇ ਕੇ ਸਾਡੇ ਅਗੇਂਸਟ ਭੁਗਤੇਗਾ। ਸਾਡੇ ਅਗੇਂਸਟ ਸਾਡੀ ਖਿੱਲੀ ਉਡਾਉਣ ਵਾਸਤੇ ਕੌਣ ਤਤਪਰ ਆ? ਇੱਕ ਬੰਨੇ ਆਰਐਸਐਸ ਵੀ ਕਹਿੰਦੀ ਹੈ ਕਿ ਸਿੱਖ ਧਰਮ ਨਹੀਂ ਹੈ ਜੀ, ਇੱਕ ਬੰਨੇ ਆਰਐਸਐਸ ਕਹਿੰਦੀ ਵੀ ਸਿੱਖ ਧਰਮ ਨਹੀਂ, ਇੱਕ ਬੰਨੇ ਇਹ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਜਦੋਂ ਇਹਨੂੰ ਜਵਾਬ ਦਿੱਤਾ, ਜਦੋਂ ਇਹਦਾ ਮੂੰਹ ਟੁੱਟਾ ਜਵਾਬ ਨਾਲ, ਫਿਰ ਇਹਨੇ ਧਰਮ ਚਲਾਇਆ ਵਾ ਬਾਅਦ ਚ, ਫਿਰ ਇਹਨੇ ਗੁਰੂ ਨਾਨਕ ਤੋਂ ਇਨਸਾਨੀਅਤ ਧਰਮ ਚਲਵਾਤਾ ਹੈ, ਪਰ ਪਹਿਲਾਂ ਨਹੀਂ ਚਲਾਇਆ। ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਫਿਰ ਇਨਸਾਨੀਅਤ ਧਰਮ ਆ ਗਿਆ ਜੀ। ਪਰ ਕਾਰਨ ਇਹ ਹੈਗਾ ਕਿ ਇਹਨਾਂ ਨੂੰ, ਕਿਉਂਕਿ ਜਿਹੜਾ ਬੰਦਾ ਥੋੜਾ ਬਹੁਤਾ ਇਹ ਮੰਨ ਲੈਣਾ, ਇਹ ਮਹਿਸੂਸ ਕਰ ਲੇ ਕਿ ਜਿਹੜਾ ਸਿੱਖੀ ਦਾ ਟਾਈਟਲ ਹੈ ਨਾ, ਸਿੱਖ ਹੋਣ ਦਾ, ਉਹਦੇ ਵਿੱਚ ਉਹ ਟਾਈਟਲ ਤਾਂ ਹੀ ਦਿੱਤਾ ਸਾਨੂੰ ਗੁਰੂ ਨੇ ਵੀ ਥੋੜੀ ਭੁੱਲਣ ਦੀ ਗੁੰਜਾਇਸ਼, ਗਲਤੀ ਕਰਨ ਦੀ ਗੁੰਜਾਇਸ਼ ਨੂੰ ਨਾਲ ਲੈ ਕੇ ਚੱਲੀਏ ਵੀ ਅਸੀਂ ਗਲਤ ਹੋ ਸਕਦੇ ਹਾਂ, ਅਸੀਂ ਭੁੱਲ ਵੀ ਸਕਦੇ ਹਾਂ। ਤਾਂ ਹੀ ਉਹ ਸਿੱਖੀ ਦੇ ਟਾਈਟਲ ਨਾਲ ਵਫਾ ਹੁੰਦੀ, ਤਾਂ ਹੀ ਉਹ ਗੁਰੂ ਸਾਨੂੰ ਦਿੰਦਾ ਵੀ ਇਹ ਸਿੱਖ ਦਾ ਰਹੇ, ਸਿੱਖ ਕੇ ਕੜ ਕੜ ਕੇ ਨਿਪੁੰਨ ਹੋਵੇ। ਜੇ ਇਹ ਗੁਰੂ ਦਾ ਸਿੱਖ ਵਾਂਗੂ, ਗੁਰੂ ਦੇ ਸਿੱਖ ਵਾਂਗੂ ਸੋਚਦਾ, ਤੇ ਇਹਨੂੰ ਅਸੀਂ ਬੜੇ ਪਿਆਰ ਨਾਲ, ਜਦੋਂ ਇਹ ਨਿਊਜ਼ੀਲੈਂਡ ਵਾਲੇ ਨੇ ਪਹਿਲਾਂ ਗੁਰੂ ਸਾਹਿਬ ਦੇ ਉੱਤੇ ਸਵਾਲੀਆ ਚਿੰਨ੍ਹ ਲਾਏ ਸਨ, ਬੜੇ ਪਿਆਰ ਨਾਲ ਇਹਨੂੰ ਹੀ ਕਿਹਾ ਸੀਗਾ ਕਿ ਭਾਈ ਤੇਰਾ ਪ੍ਰਤੀਕਰਮ ਦੇਣਾ ਬਣਦਾ, ਕਿਉਂਕਿ ਤੂੰ ਪ੍ਰਚਾਰਕ ਹੈ, ਤੇਰਾ ਫਰਜ਼ ਬਣਦਾ ਹੈ ਆਪਣੀ ਗੱਲ ਸਪਸ਼ਟ ਕਰਨੀ ਵੀ ਜਿਹੜਾ ਇਹ ਬੋਲ ਰਿਹਾ ਬੰਦਾ, ਇਹਦੇ ਬਾਰੇ ਤੂੰ ਕੀ ਸੋਚਦਾ ਹੈ। ਨਾਲੇ ਤੂੰ ਆਪ ਖੁਦ ਕਿਹਾ ਹੈ ਕਿ ਮੈਂ ਹੁਣ ਤੋਂ ਅੱਜ ਤੋਂ ਬਾਅਦ ਨਜ਼ਰੀਏ ਦਿਆ ਕਰੂੰਗਾ, ਇਹਦੇ ਬਾਰੇ ਤੇਰਾ ਨਜ਼ਰੀਆ ਕੀ ਹੈ। ਸੋ ਉਸ ਟਾਈਮ ਤੋਂ ਉਹਦੀ ਨਜ਼ਰੀਆ ਮਸ਼ੀਨ ਖਰਾਬ ਹੋਈ, ਸਾਨੂੰ ਪਤਾ ਲੱਗ ਗਿਆ ਵੀ ਇਹ ਸ਼ਾਸੀ ਤਰੀਕੇ ਨਾਲ ਦੋਵੇਂ ਖੇਡ ਰਹੇ ਨੇ, ਤੇ ਕੌਮ ਦੀ ਪਿੱਠ 'ਚ ਛੁਰਾ ਮਾਰਨ ਵਾਸਤੇ ਜਾਂ ਕੌਮੀ ਤੌਰ ਤੇ ਸਾਡਾ ਘਾਣ ਕਰਨ ਵਾਸਤੇ, ਨੁਕਸਾਨ ਕਰਨ ਵਾਸਤੇ ਦੋਵੇਂ ਰਲ ਕੇ ਕੰਮ ਕਰ ਰਹੇ ਨੇ। ਬਿਲਕੁਲ ਠੀਕ ਹੈ ਜੀ। ਅਗਲਾ ਸਵਾਲ ਜਿਹੜਾ ਮੈਂ ਗਿਆਨੀ ਜੀ ਤੁਹਾਡੇ ਵੱਲ ਆਉਣਾ, ਲਖਬੀਰ ਸਿੰਘ ਨਾਮ ਦਾ ਇੱਕ ਸ਼ਖਸ ਨੇ ਜੋ ਨੇਕੀ ਦੇ ਨਾਲ ਹੁੰਦੇ ਆ, ਤੇ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਵੀ ਬੋਲੀ ਵੀ ਬੋਲਦੇ ਨੇ, ਬਹੁਤ ਕੁਝ ਕਰਦੇ ਆ, ਪਰ ਸਾਨੂੰ ਪਤਾ ਲੱਗਿਆ ਕਿ ਉਹ ਤੁਹਾਡੇ ਚੇਲੇ ਨੇ, ਤੁਹਾਡੇ ਕੋਲੋਂ ਸਿੱਖੇ ਹੋਏ ਨੇ। ਸੋ ਉਹਨਾਂ ਦਾ ਪਿਛੋਕੜ ਜੇਕਰ ਆਪਾਂ ਕਰੀਏ, ਪਹਿਲਾਂ ਆਪਾਂ ਨੇਕੀ ਦੀ ਗੱਲ ਕੀਤੀ ਆ, ਹੁਣ ਜੇ ਆਪਾਂ ਲਖਬੀਰ ਸਿੰਘ ਦੀ ਗੱਲ ਕਰੀਏ, ਸੋ ਉਹਨਾਂ ਦਾ ਕੀ ਪਿਛੋਕੜ ਹੈਗਾ? ਦੇਖੋ, ਮੈਂ ਇੱਥੇ ਫਗਵਾੜੇ ਦੇ ਵਿੱਚ ਗੁਰਦੁਆਰਾ ਸਾਹਿਬ ਸੇਵਾ ਨਿਭਾਉਂਦਾ ਸੀਗਾ ਜੀ, ਤੇ ਇਹ ਮੇਰੇ ਕੋਲ ਇੱਥੇ ਗੁਰਦੁਆਰਾ ਸਾਹਿਬ ਆਇਆ। ਇਹ ਪਿੱਛੋਂ ਇੱਥੇ ਬਿਆਸ ਦੇ ਲਾਗੇ ਇਹਨਾਂ ਦਾ ਪਿੰਡ ਢਿਲਵਾਂ ਆ ਜੀ, ਤੇ ਉਸ ਵੇਲੇ ਇੱਥੇ ਫਗਵਾੜੇ ਮੇਰਾ ਖਿਆਲ ਆ ਇਹ ਕਿਸੇ ਕਾਲਜ ਦੇ ਵਿੱਚ ਆਉਂਦਾ ਹੁੰਦਾ ਸੀਗਾ ਇਹ ਜੀ, ਤੇ ਮੇਰੇ ਕੋਲ ਆਇਆ, ਮੈਨੂੰ ਸਾਰੀ ਗੱਲ ਦੱਸੀ ਪਈ, ਮੈਨੂੰ ਕੋਈ ਪਿੰਡ ਦੇ ਵਿੱਚ ਬਰਦਾਸ਼ਤ ਨਹੀਂ ਕਰਦਾ, ਘਰ ਵਾਲੇ ਵੀ ਮੈਨੂੰ ਦਬਕਦੇ ਆ, ਮੈਨੂੰ ਤੁਸੀਂ ਪੜ੍ਹਾ ਦਿਓ, ਤੁਸੀਂ ਬੜੀਆਂ ਮਿਹਨਤਾਂ ਤੁਹਾਡੇ ਕੀਤੇ ਲਖਬੀਰ ਨੇ। ਅੱਛਾ ਜੀ। ਚਲੋ ਮੈਂ ਫਗਵਾੜੇ ਨੂੰ ਜਿਸ ਕਰ ਦਿੱਤੀ ਵੀ ਚੱਲ ਤੂੰ ਆ ਜਾ ਕਰ, ਮੈਂ ਤੈਨੂੰ ਪੜ੍ਹਾ ਦਿਆ ਕਰੂੰ। ਮੈਂ ਜੀ ਇਹਨੂੰ ਬਹੁਤ ਮਿਹਨਤ ਕੀਤੀ, 2, 2.5, 3 ਸਾਲ ਇੱਥੇ ਲਾਏ ਮੈਂ। ਜਾਣੀ ਮੈਂ ਆਪਣੀ ਪੂਰੀ ਜਾਣੀ ਤਨਦੇਹੀ ਦੇ ਨਾਲ ਇਹਨੂੰ ਪੜ੍ਹਾਇਆ। ਆਪਣਾ ਦੇਖੋ ਸਮਾਂ ਵੀ ਉਸ ਵੇਲੇ, ਕਿਉਂਕਿ ਉਸ ਵੇਲੇ ਗਰੀਬੀ ਦੇ ਵਿੱਚ ਵਿਚਰਦੇ ਸੀ, ਅਸੀਂ ਗੁਰਦੁਆਰੇ ਸੇਵਾ ਨਿਭਾਉਂਦੇ ਸੀ, ਪਰ ਫਿਰ ਵੀ ਮੈਂ ਇਹਦੇ ਵਾਸਤੇ ਟਾਈਮ ਡੇਲੀ 2-2, 3-3 ਘੰਟੇ ਕੱਢਦਾ ਹੁੰਦਾ ਸੀਗਾ। ਅੱਛਾ। ਉਸ ਤੋਂ ਬਾਅਦ ਕਿਉਂਕਿ ਅਸੀਂ ਫਗਵਾੜੇ ਸੀ, ਮੈਂ ਗੁਰਦੁਆਰੇ ਸੇਵਾ ਨਿਭਾਉਂਦਾ, ਪਿੰਡ ਮੇਰਾ ਲਾਗੇ ਸੀ 3-4 ਕਿਲੋਮੀਟਰ ਭੁੱਲਾਰਾ ਜੀ, ਤੇ ਭੁੱਖ ਲੱਗ ਜਾਣੀ, ਇਹਨੂੰ ਮੈਂ ਪ੍ਰਸ਼ਾਦੇ ਛਕਾਉਣ ਲਿਜਾਣਾ ਪਿੰਡ ਦੇ ਵਿੱਚ, ਫਿਰ ਉੱਥੋਂ ਵਾਪਸ ਆਉਣਾ, ਫਿਰ ਪੜ੍ਹਾਉਣਾ। ਇਹਨੂੰ ਮੈਂ ਅੱਧੀ ਦਿਹਾੜੀ ਤੱਕ ਪੜ੍ਹਾਉਂਦਾ ਰਹਿੰਦਾ ਸੀਗਾ। 2.5-3 ਸਾਲ ਇਹ ਮੇਰੇ ਕੋਲੋਂ ਪੜ੍ਹਿਆ। ਤੇ ਨਿਊਜ਼ੀਲੈਂਡ ਤੋਂ ਕੇਵਲ ਸਿੰਘ ਜੀ ਆਏ,
ਕਿਉਂਕਿ ਇਹ ਕਹਿੰਦਾ ਸੀ ਮੈਂ ਬਾਹਰ ਜਾਣਾ ਆ। ਮੈਂ ਕੇਵਲ ਸਿੰਘ ਨੂੰ ਇੱਥੇ ਜਲੰਧਰ ਗੁਰੂ ਤੇਗ ਬਹਾਦਰ ਨਗਰ ਗੁਰਦੁਆਰੇ ਸੀ ਲੱਗਾ, ਮੈਂ ਇਹਦੇ ਕੋਲ ਲੱਗਿਆ ਤੇ ਇਹਨੂੰ ਨਿਊਜ਼ੀਲੈਂਡ ਮੈਂ ਹੀ ਭੇਜਿਆ। ਅੱਛਾ ਜੀ। ਹਾਂਜੀ, ਨਿਊਜ਼ੀਲੈਂਡ ਮੈਂ ਭੇਜਿਆ, ਪੜ੍ਹਾਇਆ ਇਹਨੂੰ ਪੂਰਾ ਮੈਂ, ਤੇ ਉਸ ਤੋਂ ਬਾਅਦ ਇਹ ਕਿਸੇ ਤਰ੍ਹਾਂ ਕੈਨੇਡਾ ਚਲਾ ਗਿਆ ਜੀ। ਠੀਕ ਹੈ। ਕੈਨੇਡਾ ਇਹਦੇ ਰੌਸ ਸਟਰੀਟ ਗੁਰਦੁਆਰਾ ਜਿਹੜਾ ਆ ਇਹ ਵੈਨਕੂਵਰ, ਉਹ ਉੱਥੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਤੇ ਉਹਨਾਂ ਨੇ ਇਹਨੂੰ ਬੁਲਾਇਆ ਤੇ ਇਹਨੂੰ ਉੱਥੇ ਗ੍ਰੰਥੀ ਸਿੰਘ ਰੱਖ ਲਿਆ। ਅੱਛਾ ਜੀ। ਉੱਥੇ ਕਾਫੀ ਸਮਾਂ ਇਹ ਗ੍ਰੰਥੀ ਸਿੰਘ ਲੱਗਾ ਰਿਹਾ ਤੇ ਉਹਨਾਂ ਨੇ ਇਹਨੂੰ ਪੱਕਾ ਕਰਾਤਾ। ਠੀਕ ਹੈ। ਜਦੋਂ ਹੀ ਪੱਕਾ ਕਰਾਇਆ ਉਦੋਂ ਵੀ ਆਪਣੇ ਰਿਸ਼ਤੇਦਾਰਾਂ ਦੇ ਖਿਲਾਫ ਉੱਥੇ ਬੋਲਣ ਲੱਗ ਪਿਆ ਇਹ, ਤੇ ਉਹਨਾਂ ਨੇ ਉੱਥੋਂ ਮੇਰੀ ਦਬੀੜ ਲਵਾਈ ਤੇ ਇਹ ਟੋਰਾਂਟੋ ਆ ਕੇ ਇਹਨੇ ਸਾਹ ਲਿਆ ਫਿਰ ਉੱਥੋਂ ਵੈਨਕੂਵਰ ਤੋਂ ਦੌੜ ਕੇ। ਹੁਣ ਮੋਰੇ ਵੀ ਕੋਈ ਚਾਹੀਦਾ ਸੀ, ਪਰ ਜਿੱਥੇ ਪ੍ਰਸ਼ਾਦਾ ਪਾਣੀ ਛਕੇ ਉੱਥੋਂ ਇਹਨੇ ਪ੍ਰੋਫੈਸਰ ਸਿੰਘ ਸਾਹਿਬ, ਪ੍ਰੋਫੈਸਰ ਦਰਸ਼ਨ ਸਿੰਘ ਦੀ ਅਕੈਡਮੀ ਸੀਗੀ, ਇਹ ਉੱਥੇ ਅਕੈਡਮੀ ਤੇ ਚਲਾ ਗਿਆ ਤੇ ਉਹਨਾਂ ਨਾਲ ਬੜੇ ਮਿੱਠੇ ਪਨ ਦੇ ਵਿੱਚ ਬੋਲਦਾ ਰਿਹਾ, ਮੇਰਾ ਨਾਂ ਲਿਆ ਕਿਉਂਕਿ ਮੈਨੂੰ ਪ੍ਰੋਫੈਸਰ ਸਾਹਿਬ ਬਹੁਤ ਦੇਰ ਤੋਂ ਜਾਣਦੇ ਸੀ ਕਿ ਮੈਂ ਉਹਨਾਂ ਕੋਲ ਪੜ੍ਹਿਆ ਆ। ਪ੍ਰੋਫੈਸਰ ਸਾਹਿਬ ਨੇ ਇਹਦੀ ਬੜਾ ਮਾਣ ਇੱਜ਼ਤ ਕੀਤਾ, ਇਹਨੂੰ ਕਈ ਵਾਰੀ ਅਕੈਡਮੀ ਵੀ ਸੰਭਾਲਣੀ ਆਪ ਜਦੋਂ ਇੰਡੀਆ ਆਉਣਾ। ਤੇ ਜਦੋਂ ਉੱਥੇ ਇਹ ਪੈਰਾਂ ਤੇ ਹੋ ਗਿਆ, ਰੋਟੀਆਂ ਉੱਥੋਂ ਖਾਧੀਆਂ 4-5 ਸਾਲ, ਜਦੋਂ ਪੈਰਾਂ ਤੇ ਹੋ ਗਿਆ ਪ੍ਰੋਫੈਸਰ ਸਾਹਿਬ ਦੇ ਖਿਲਾਫ ਭੌਂਕਣ ਲੱਗ ਪਿਆ। ਅੱਛਾ। ਫਿਰ ਪ੍ਰੋਫੈਸਰ ਸਾਹਿਬ ਦੇ ਉਲਟ ਹੋ ਗਿਆ। ਇਹ ਲਖਬੀਰ ਦੀ ਤਾਂ ਉਹ ਗੱਲ ਆ, ਇੱਕ ਕਵੀ ਨੇ ਲਿਖਿਆ ਨਾ ਵੀ ਸੋਤੇ में कट गई कुछ गुनाहों में कट गई, रोते में कट गई कुछ आहों में कट गई, मंजिल पे चलने वाले मंजिल पे जा लगे, रास्ते बदलने वालों की रस्तों में कट गई। ਇਹ ਕਦੀ ਮੇਰੇ ਕੋਲ, ਕਦੀ ਵੈਨਕੂਵਰ, ਕਦੀ ਪ੍ਰੋਫੈਸਰ ਦਰਸ਼ਨ ਸਿੰਘ ਕੋਲ। ਹੁਣ ਫਿਕਰ ਨਾ ਕਰੋ ਵੀ ਇਹ ਆ ਵਿਰਸਾ ਰੇਡੀਓ ਦਾ ਇਹ ਸਕਾਇਆ, ਇਹ ਤਾਂ ਦੇਖਣਾ ਵੀ ਰੋਟੀਆਂ ਕਦੋਂ ਤੱਕ ਸੇਕ ਹੁੰਦੀਆਂ ਮੇਰੀਆਂ ਉੱਥੇ ਜੀ। ਹਾਲੇ ਰਸਤਾ ਹੋਰ ਵੀ ਇਹਨੂੰ ਬਦਲਣਾ ਆ। ਤੇ ਮੈਂ ਇਹਨੂੰ ਸਮਝਾ, ਇਹ ਜਦੋਂ ਰੇਡੀਓ ਵਿਰਸੇ ਤੇ ਗਿਆ ਤੇ ਮੇਰੇ ਤਾਂ ਉਹ ਦੁਸ਼ਮਣ ਬਣੀ ਹੋ ਸੀਗੇ, ਮੈਂ ਇਹਨੂੰ ਸਮਝਾਇਆ ਵੀ ਹਟ ਜਾ ਤੂੰ, ਮੈਂ ਇੱਥੇ 24 ਸਾਲ ਆਉਂਦਾ ਰਿਹਾ, ਇਹ ਕਿਸੇ ਦੇ ਸਕੇ ਨਹੀਂ ਹੋ ਜੀ। ਪਰ ਇਹਨੇ ਮੈਨੂੰ 2 ਟੁਕ ਜਵਾਬ ਦੇਤਾ ਵੀ ਮੈਂ ਉੱਥੋਂ ਨਹੀਂ ਹਟਣਾ, ਭਾਵੇਂ ਤੁਸੀਂ ਕੁਛ ਕਰ ਲਓ, ਤੁਹਾਡੀ ਨਿੱਜੀ ਹੋਊਗੀ ਗੱਲ। ਮੈਂ ਕਿਹਾ ਦੇਖ ਤੂੰ ਮੇਰਾ ਸ਼ਾਗਿਰਦ ਆ, ਮੈਂ ਤੈਨੂੰ 2-3 ਸਾਲ ਬੜੀ ਮਿਹਨਤ ਨਾਲ ਪੜ੍ਹਾਇਆ, ਇਹਦਾ ਉਸਤਾਦ ਤੋਂ ਬੇਮੁਖ ਹੋ ਕੇ ਨਹੀਂ ਚੱਲੀਦਾ ਹੁੰਦਾ, ਪਰ ਇਹ ਨਹੀਂ ਹਟਿਆ। ਅੱਛਾ। ਚਲੋ ਮੈਂ ਨਹੀਂ ਕਿਸੇ ਪਾਸੇ, ਮੈਂ ਕੋਈ ਪੋਸਟ ਨਹੀਂ ਇਹਦੀ ਪਾਈ, ਮੈਂ ਮਨ ਦੇ ਵਿੱਚ ਰੱਖਿਆ ਸੀ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ, ਮੈਂ ਆਪ ਦਰਖਤ ਲਾਇਆ ਤੇ ਮੈਂ ਆਪ ਉਸ ਨੂੰ ਇਹ ਨਹੀਂ ਪੁੱਟਣਾ। ਪਰ ਮੇਰਾ ਖਿਆਲ ਹੈ ਅਗਸਤ 2020 ਦੇ ਵਿੱਚ ਮੈਂ ਸਿੰਘਨਾਦ ਰੇਡੀਓ ਤੇ ਸਰਦਾਰ ਪਰਮਦੀਪ ਸਿੰਘ ਦੇ ਨਾਲ ਇੱਕ ਪ੍ਰੋਗਰਾਮ ਕੀਤਾ, ਇਹ ਸਿੱਖ ਧਰਮ ਦੇ ਵਿੱਚ ਕੇਸਾਂ ਦੀ ਮਹਾਨਤਾ ਜੀ। ਉਹਦੇ ਵਿੱਚ ਮੈਂ ਚਲੋ ਸਾਰਿਆਂ ਦੀਆਂ ਜਿਹੜੇ ਸਿੱਖ ਸਕਾਲਰ ਸੀਗੇ, ਵਿਦਵਾਨ ਸੀਗੇ, ਫਿਲਾਸਫਰ ਸੀਗੇ, ਯੂਰਪੀਅਨ ਜਿਹੜੇ ਫਿਲਾਸਫਰ ਸੀਗੇ, ਉਹਨਾਂ ਦੀਆਂ ਮੈਂ ਕੋਟੇਸ਼ਨਸ ਦੇ ਨਾਲ ਦੱਸਦਾ ਸੀ ਕੇਸਾਂ ਦੀ ਮਹਾਨਤਾ ਕੀ ਆ। ਜੀ ਜੀ। ਲਖਵੀਰ ਸਿੰਘ ਨੇ ਦੇਖੋ ਕਿੰਨੀ ਅਕਿਰਤ ਘਣਾ ਕੀਤੀ। ਉਹ ਪ੍ਰੋਗਰਾਮ ਤੋਂ 2 ਦਿਨ ਬਾਅਦ ਰੇਡੀਓ ਵਿਰਸੇ ਤੇ ਉਹ ਜਾਣੀ ਮੇਰੇ ਖਿਲਾਫ ਬੋਲੇ, ਉਹ ਕਲਿੱਪ ਚਲਾ ਕੇ ਮੇਰੇ ਖਿਲਾਫ ਬੋਲੀ। ਹੁਣ ਇਹ ਕਿੰਨੀ ਅਕਿਰਤ ਘਣਤਾ ਆ ਵੀ ਜਿਸ ਨੇ ਇਹਨੂੰ ਪੈਰਾਂ ਤੇ ਸਟੈਂਡ ਕੀਤਾ, ਜਿਹਨੇ ਇਹਨੂੰ ਨਿਊਜ਼ੀਲੈਂਡ ਭੇਜਿਆ, ਜਿਹਨੇ ਇਹਨੂੰ ਪੜ੍ਹਾਇਆ, ਇਹਨੂੰ ਰੋਜੀ ਰੋਟੀ ਦੇ ਵਿੱਚ ਪਾਇਆ, ਉਸ ਉਸਤਾਦ ਦੇ ਖਿਲਾਫ ਇਹ ਬੋਲਣ ਲੱਗ ਪਵੇ, ਇੱਕ ਚੈਨਲ ਤੇ ਜਾ ਕੇ, ਇੱਕ ਰੇਡੀਓ ਤੇ ਜਾ ਕੇ ਉਹਦੇ ਖਿਲਾਫ ਬੋਲਣ। ਇਹ ਕਿੰਨੀ ਅਕਿਰਤ ਘਣਤਾ ਦੀ ਗੱਲ ਆ। ਜੀ ਜੀ। ਮੈਂ ਇੱਕ ਵਾਰੀ ਰੇਡੀਓ ਤੇ ਪ੍ਰੋਗਰਾਮ ਸੁਣ ਰਿਹਾ ਸੀ ਵਿਵਿਧ ਭਾਰਤ ਤੇ, ਕੋਈ ਰਾਜਕੁਮਾਰ ਸ਼ਰਮਾ ਉੱਥੇ ਪ੍ਰੋਗਰਾਮ ਪੇਸ਼ ਕਰਦਾ ਸੀ। ਜੀ ਜੀ। ਉਹ ਕਹਿੰਦਾ ਮੈਨੂੰ ਫਲਾਣੇ ਬੰਦੇ ਨੇ ਨਾ ਇਸ ਪਾਸੇ ਲਾਇਆ ਤੇ ਮੈਂ ਚੱਲਦਾ ਜਾਣੀ ਇਸ ਮੁਕਾਮ ਤੇ ਪਹੁੰਚ ਗਿਆ। ਮੈਂ ਕਹਿੰਦਾ ਕਦੀ ਜ਼ਿੰਦਗੀ ਭਰ ਉਹਦਾ ਅਹਿਸਾਨ ਨਹੀਂ ਭੁੱਲ ਸਕਦਾ ਵੀ ਮੈਨੂੰ ਉਹਨੇ ਰੋਜ਼ੀ ਤੇ ਲਾਇਆ ਸੀ ਉਸ ਬੰਦੇ ਨੇ। ਮੈਂ ਸੁਣਦਾ ਸੋਚ ਰਿਹਾ ਸੀ, ਮੈਂ ਕਿਹਾ ਮੈਂ ਵੀ ਇੱਕ ਬੰਦੇ ਨੂੰ ਇਸੇ ਤਰ੍ਹਾਂ ਪੈਰਾਂ ਤੇ ਖੜਾ ਕੀਤਾ, ਬਾਹਰ ਭੇਜਿਆ, ਪੜ੍ਹਾਇਆ,
ਵੀ ਉਹ ਬੰਦੇ ਨੇ ਕੀ ਆਸਾਨ ਮੇਰਾ ਮੰਨਿਆ ਵੀ ਉਹ ਇੱਕ ਰੇਡੀਓ ਤੇ ਜਾ ਕੇ ਬੋਲਣ ਲੱਗ ਪਿਆ। ਉਸ ਤੋਂ ਮੈਂ ਪਹਿਲਾਂ ਬਿਲਕੁਲ ਨਹੀਂ ਸੀ ਇਹਦੇ ਖਿਲਾਫ ਬੋਲਣ ਦਾ, ਮਨ ਦੇ ਵਿੱਚ ਮੈਂ ਧਾਰਿਆ ਹੋਇਆ ਸੀ। ਪਰ ਜਦੋਂ ਇਹ ਅਗਸਤ 2020 ਦੇ ਵਿੱਚ ਇਹ ਬੋਲਿਆ ਰੇਡੀਓ ਵਿਰਸੇ ਤੇ, ਉਸ ਤੋਂ ਬਾਅਦ ਮੈਂ ਸਟੇਟਮੈਂਟ ਪਰਮਜੀਤ ਸਿੰਘ ਰਾਣਾ ਦੇ ਰੇਡੀਓ ਤੇ ਜਾ ਕੇ ਦਿੱਤੀ ਵੀ ਇਹ ਆ ਕਿਰਦਾਰ ਦਾ ਮਾਲਕ ਹੈ। ਲਖਬੀਰ ਸਿੰਘ ਨੂੰ ਸਿਰਫ ਇੱਕ ਕੋਈ ਥਾਂ ਚਾਹੀਦਾ ਬੋਲਣ ਵਾਸਤੇ, ਜਾਂ ਉਹਨੂੰ ਚਾਹੀਦਾ ਵੀ ਮੈਨੂੰ ਇੱਕ ਗੁਰਬਾਣੀ ਦੇ ਵਿੱਚ ਪੰਕਤੀ ਹਰੀ ਅੰਗੂਰੀ ਗਧਾ ਚਰੀ ਜੀ ਹਾਸੇ ਹੀਂਗੇ ਮਰੇ ਜੀ। ਤੇ ਜਿੱਦਾਂ ਇੱਕ ਗਧਾ ਖੋਤਾ ਜਿਹੜਾ ਆ ਉਹ ਨਵੀਂ ਨਵੀਂ ਫਸਲ ਚਾਹਣੀ ਚਾਹੁੰਦਾ, ਇਹ ਵੀ ਨਾ ਨਵੇਂ ਥਾਂ ਜਾ ਕੇ ਆਪਣੀਆਂ ਰੋਟੀਆਂ ਸੇਕਦਾ, ਨਵੇਂ ਥਾਂ ਜਾ ਕੇ ਰੋਟੀਆਂ ਸੇਕਦਾ। ਇਹ ਵਿਰਸੇ ਵਾਲਿਆਂ ਦਾ ਵੀ ਸਦਾ ਦਾ ਨਹੀਂ, ਉਹ ਜਿਨ੍ਹਾਂ ਨੇ ਇੱਥੇ ਇੰਨਾ ਵੱਡੇ ਆਸਾਨ ਕੀਤੇ ਆ। ਪ੍ਰੋਫੈਸਰ ਦਰਸ਼ਨ ਸਿੰਘ ਨੇ ਇਹਨੂੰ ਸਾਂਭਿਆ, ਇਹ ਉਹਨਾਂ ਦਾ ਸਕਾ ਹੋ ਸਕਿਆ, ਇਹ ਆਪਣੇ ਰਿਸ਼ਤੇਦਾਰਾਂ ਦਾ ਸਕਾ ਹੋ ਸਕਿਆ ਜਿਨ੍ਹਾਂ ਨੇ ਵੈਨਕੂਵਰ ਗੁਰਦੁਆਰੇ ਇਹਨੂੰ ਪੱਕਾ ਕਰਾਇਆ, ਜਿਨ੍ਹਾਂ ਨੇ ਉੱਥੇ ਦੀ ਇਹਨੂੰ ਸਿਟੀਜ਼ਨ ਦਵਾਈ, ਉਹਨਾਂ ਦਾ ਸਕਾ ਨਹੀਂ ਹੋ ਸਕਿਆ। ਮੇਰਾ ਸਕਾ ਨਹੀਂ ਹੋ ਸਕਿਆ, ਪ੍ਰੋਫੈਸਰ ਸਾਹਿਬ ਦਾ ਸਕਾ ਨਹੀਂ। ਇਹ ਕਿਹੜਾ ਸਕਾ ਹੋ ਸਕਦਾ ਦੱਸਿਓ ਤਾਂ ਮੈਨੂੰ। ਠੀਕ ਹੈ, ਇਹ ਲਖਬੀਰ ਦਾ ਇਹ ਕਿਰਦਾਰ ਆ। ਇਹ ਹਾਲੇ ਵੀ ਇਹਨੇ ਬਦਲਣਾ ਆ। ਜਦੋਂ ਇਹਨੂੰ ਹੋਰ ਹਰੀ ਅੰਗੂਰੀ ਕਿਸੇ ਪਾਸੇ ਦਿਸ ਪਈ ਤੇ ਇਹਨੇ ਉੱਥੇ ਮੂੰਹ ਮਾਰਨ ਵਾਸਤੇ ਚਲੇ ਜਾਣਾ ਇਹਨੇ। ਠੀਕ ਹੈ ਜੀ, ਬਿਲਕੁਲ। ਸੋ ਨੇਕੀ ਨੂੰ ਵੀ ਸੋਚਣਾ ਪੈਣਾ ਇਸ ਬਾਰੇ। ਸੋ ਆਪਾਂ ਸਰਦਾਰ ਪ੍ਰਭਜੀਤ ਸਿੰਘ ਜੀ, ਤੁਹਾਡੇ ਵੱਲ ਮੈਂ ਆਉਣਾ ਚਾਹੁੰਦਾ ਹਾਂ ਵੀ ਜਿਵੇਂ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ, ਕੋਈ ਪਹਿਲੀ ਵਾਰੀ ਮੈਨੂੰ ਲੱਗਦਾ ਹੋਇਆ ਹੋਣਾ ਕਿਸੇ ਧਾਰਮਿਕ ਸਟੇਜ, ਕਹੀ ਜਾਣ ਵਾਲੀ ਧਾਰਮਿਕ ਸਟੇਜ ਤੋਂ, ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਉੱਥੇ ਹੋਵੇ। ਸੋ ਉੱਥੇ ਕਮੈਂਟ ਕੀਤਾ ਗਿਆ ਜੀ ਮਿਸ ਯੂਨੀਵਰਸ ਬਣਨ ਦੇ ਉੱਤੇ ਕਿ ਇਹ ਬਹੁਤ ਵਧੀਆ ਹੋਇਆ ਜੀ, ਬਹੁਤ ਵਧੀਆ, ਉਸਨੇ ਆਪਣੇ ਜਿਸਮ ਨੂੰ ਸੰਭਾਲ ਕੇ ਰੱਖਿਆ ਹੋਇਆ। ਸੋ ਇਸ ਤਰੀਕੇ ਦੇ ਨਾਲ ਉਹ ਉੱਥੇ ਤੱਕ ਪਹੁੰਚੀ ਹੈ। ਸੋ ਬੜਾ ਇਹਦੇ ਉੱਤੇ ਜਿਹੜਾ ਵਿਵਾਦ ਵੀ ਬਾਅਦ 'ਚ ਪੈਦਾ ਹੋਇਆ ਸੀਗਾ। ਖੈਰ ਵਿਵਾਦ ਤਾਂ ਜੁੜੇ ਰਹਿੰਦੇ ਨੇ ਉਹਨਾਂ ਦੇ ਨਾਲ, ਕਿਉਂਕਿ ਉਹਨਾਂ ਦੀ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਹੁੰਦੀ ਨਹੀਂ ਜਿਹਦੇ ਉੱਤੇ ਵਿਵਾਦ ਨਹੀਂ ਹੁੰਦਾ। ਸੋ ਕਿਵੇਂ ਦੇਖਦੇ ਹੋ ਇੱਕ ਧਾਰਮਿਕ ਪੰਥਕ ਸਟੇਜ ਜੇ ਆਪਾਂ ਕਹੀਏ, ਤਾਂ ਉਹਦੇ ਤੋਂ ਇਸ ਤਰ੍ਹਾਂ ਦੇ ਪ੍ਰਚਾਰ ਹੋਣੇ, ਆਪਣੇ ਧੀਆਂ ਨੂੰ, ਆਪਣੇ ਬੱਚਿਆਂ ਨੂੰ ਆਪਾਂ ਕੀ ਸਿੱਖਿਆ ਦੇ ਰਹੇ ਹਾਂ ਕਿ ਭਾਈ ਇਸ ਤਰੀਕੇ ਨਾਲ ਵੀ ਤੁਸੀਂ ਅੱਗੇ ਜਾ ਸਕਦੇ ਹੋ, ਕਾਮਯਾਬ ਹੋ ਸਕਦੇ ਹੋ, ਕੀ ਹੈ ਇਹਦੇ ਬਾਰੇ ਦੱਸੋ ਸਾਨੂੰ। ਦੇਖੋ, ਸਭ ਤੋਂ ਪਹਿਲਾਂ ਤੇ ਜਿਹੜਾ ਸ਼ਬਦ ਵਰਤਿਆ ਗਿਆ ਹੈ ਨਾ, ਵਧਾਈ ਹੋਵੇ, ਮੈਂ ਇਸੇ ਸ਼ਬਦ ਤੇ ਗੱਲ ਕਰਨਾ ਚਾਹੁੰਦਾ ਵੀ ਵਧਾਈ ਉਸ ਚੀਜ਼ ਦੀ ਦਿੱਤੀ ਜਾਂਦੀ ਹੈ ਜਿਸ ਵਾਧੇ ਵਿੱਚ ਤੁਸੀਂ ਵੀ ਵਿਸ਼ਵਾਸ ਰੱਖਦੇ ਹੋ ਤੇ ਤੁਹਾਡੀ ਵੀ ਐਫਰਟ ਹੋਵੇ ਵੀ ਮੈਂ ਐਸਾ ਵਾਧਾ ਕਰਨਾ ਹੈ। ਹੁਣ ਗੁਆਂਢੀਆਂ ਦਾ ਕਾਕਾ ਬਾਹਰ ਚਲਾ ਗਿਆ ਵਾ ਤੇ ਮੈਂ ਵਧਾਈ ਤਾਂ ਦੇਣ ਜਾਣਾ ਕਿਉਂਕਿ ਮੇਰਾ ਘਰ ਬੈਠਾ ਵੇਟ ਕਰਨ ਡਿਆ ਵਾ ਤੇ ਮੇਰੀ ਵੀ ਆਸ ਹੈ ਵੀ ਉਹ ਵੀ ਕਿਸੇ ਤਰੀਕੇ ਨਾਲ ਨਿਕਲ ਜਾਏ ਜੀ। ਹੁਣ ਵਧਾਈ ਦੇਤੀ, ਮੇਰੀ ਨਾਰਾਜ਼ਗੀ ਇੰਨੀ ਆ ਵੀ ਅਧੂਰਾ ਕਿਉਂ ਕੀਤਾ ਕੰਮ। ਹੁਣ ਵਧਾਈ ਦੇਤੀ, ਪਲੇਟਫਾਰਮ ਤੁਹਾਡੇ ਕੋਲ ਹੈਗਾ ਪਰਮੇਸ਼ਰ ਦੁਆਰ ਵਾਲਾ, ਕਿਉਂਕਿ ਰੱਬ ਤਾਂ ਹੈ ਨਹੀਂ ਉਹਦੇ ਚ। ਜਦੋਂ ਅਕਾਲ ਪੁਰਖ ਹੈ ਹੀ ਨਹੀਂ, ਜਦੋਂ ਪਰਮੇਸ਼ਰ ਹੈ ਹੀ ਨਹੀਂ ਤੇ ਫਿਰ ਪਰਮੇਸ਼ਰ ਦੁਆਰ ਤੇ ਹੁਣ ਫਰਜ਼ੀ ਰਹਿ ਗਿਆ ਨਾ। ਹੁਣ ਤੁਹਾਡੇ ਕੋਲ ਪਲੇਟਫਾਰਮ ਹੈ ਜੀ, ਵਧਾਈ ਤੁਸੀਂ ਦੇ ਚੁੱਕੇ ਜੇ, ਤੇ ਇਸ ਕੰਮ ਨੂੰ ਅੱਗੇ ਕਦੋਂ ਵਧਾਉਣਾ ਹੈ ਜੀ। ਸਵਾਲ ਇਹ ਹੈ ਵੀ ਵਧਾਈ ਦੇਤੀ ਹੈ, ਪਰ ਇਹ ਵਧਾਈ ਜਿਹੜੀ ਦਿੱਤੀ ਹੈ ਇਹਨੂੰ ਵਾਧੇ ਵੱਲ ਕਦੋਂ ਤੋਰਨਾ ਹੈ ਜੀ। ਆਪਣੇ ਲੈਵਲ ਤੇ ਐਫਰਟ ਕਰਕੇ ਕਦੋਂ ਕਾਲ ਕਰਨੀ ਹੈ ਸਟੇਜ ਤੋਂ ਵੀ ਮੈਂ ਮਿਸ ਯੂਨੀਵਰਸ ਵਾਸਤੇ ਰਿਹਰਸਲ, ਚਲੋ ਮਿਸ ਯੂਨੀਵਰਸ ਆਪਾਂ ਦੂਰ ਨਾ ਜਾਈਏ ਕਿ ਮਿਸ ਪੰਜਾਬ ਵਾਸਤੇ, ਮਿਸ ਪਟਿਆਲਾ ਵਾਸਤੇ ਮੈਂ ਰਿਹਰਸਲ ਸ਼ੁਰੂ ਕਰਾਤੀ ਹੈ ਤੇ ਵੱਧ ਤੋਂ ਵੱਧ ਜਿਹੜੀਆਂ ਪਰਮੇਸ਼ਰ ਦਵਾਲ ਨੂੰ ਮੰਨਣ ਵਾਲੀਆਂ ਬੱਚੀਆਂ ਉਹ ਪਹੁੰਚਣ। ਫਿਰ ਵੇਖਾਂਗੇ ਵੀ ਸਾਡੀ ਜਿਹੜੀ ਬੱਚੀਆਂ ਨੇ, ਕੌਮ ਜਿਹੜੀ ਸਾਡੇ ਸਧਾਰਨ ਲੋਕ ਕਿਵੇਂ ਰਿਐਕਟ ਕਰਦੇ ਨੇ। ਹੀਰ ਦਾ ਕਿੱਸਾ ਸੁਣਾਉਣਾ ਸੌਖਾ ਏ ਜੀ, ਸੱਸੀ ਦਾ ਕਿੱਸਾ ਸੁਣਾਉਣਾ ਸੌਖਾ ਏ, ਸਾਹਿਬਾ ਦੇ ਸੰਬੰਧ ਵਿੱਚ ਗਾਉਣਾ ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ ਸੌਖਾ ਏ। ਪਰ ਜਦੋਂ ਘਰੋਂ ਕੋਈ ਸਾਹਿਬਾ ਬਣ ਕੇ ਨਿਕਲੇ, ਕੋਈ ਸੱਸੀ ਬਣ ਕੇ ਨਿਕਲੇ, ਫਿਰ ਪਤਾ ਲੱਗਦਾ ਹੈ ਜੀ। ਬਿਲਕੁਲ। ਹੁਣ ਇਹ ਜੋ ਇਹਨੇ ਗੱਲ ਕਹੀ ਹੈ, ਪਹਿਲੀ ਤੇ ਗੱਲ ਇਹ ਹੈ, ਹੁਣ ਮੈਂ ਗੱਲ ਨਾ ਪ੍ਰੈਕਟੀਕਲ ਪੱਖ ਤੋਂ, ਪਹਿਲਾਂ ਤੇ ਆਪਾਂ ਸਵਾਲ ਕਰਤਾ ਉਹਦੇ ਤੇ। ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਵੀ
ਫਿਟਨੈਸ। ਜੀ ਤੁਹਾਨੂੰ ਵੀ ਪਤਾ, ਤੁਸੀਂ ਇਸ ਦੇਸ਼ 'ਚ ਵਿਚਰਦੇ ਜੇ, ਗਿਆਨੀ ਜੀ ਮੇਰੇ ਤੋਂ ਬਹੁਤ ਸੀਨੀਅਰ ਨੇ ਜੀ ਤੇ ਅਨੇਕਾਂ ਦੇਸ਼ਾਂ 'ਚੋਂ ਗਏ ਨੇ, ਬਹੁਤਾਂ ਨਹੀਂ ਤੇ 25-30 ਦੇਸ਼ਾਂ 'ਚ ਤੇ ਇਹਨਾਂ ਨੇ ਕਥਾ ਕੀਤੀ ਹੈ। ਦੁਨੀਆ ਦੇ ਕੋਨੇ-ਕੋਨੇ 'ਚ ਵੀ ਵਿਚਰੇ ਨੇ। ਮੈਂ ਵੀ ਬਹੁਤ ਧੱਕੇ ਖਾਦੇ ਨੇ ਆਪਣੀ ਜ਼ਿੰਦਗੀ ਦੇ, ਬਹੁਤ ਦੇਸ਼ਾਂ 'ਚ ਕੰਮ ਵੀ ਕੀਤਾ ਹੈ। ਇਵਨ ਨਿਊਜ਼ੀਲੈਂਡ ਦੇ ਵਿੱਚ ਵੀ ਜਾ ਕੇ ਮੈਂ ਉੱਥੇ ਵੀ ਸਾਲ ਰਹਿ ਕੇ ਕੰਮ ਕੀਤਾ ਹੈ। ਠੀਕ ਹੈ। ਤੁਹਾਨੂੰ ਪਤਾ ਹੈ ਕਿ ਜਿਹਨੂੰ ਇਹ ਫਿਟਨੈਸ ਦੱਸੀ ਜਾਂਦਾ, ਉਸ ਫਿਗਰ ਨੂੰ ਮੇਨਟੇਨ ਕਰਨ ਵਾਸਤੇ ਬੱਚੀਆਂ ਕਿੰਨੇ ਰਾਜੀਨਾਮੇ ਰੋਟੀਆਂ ਨਾਲ, ਡਾਈਟ ਨਾਲ, ਕਿਸ ਤਰੀਕੇ ਨਾਲ ਆਪਣੇ ਸਰੀਰ ਤੇ ਤਸ਼ੱਦਦ ਕਰਦੀਆਂ ਨੇ ਤੇ ਫਿਰ ਉਹ ਫਿਗਰ ਮੇਨਟੇਨ ਕੀਤੀ ਜਾਂਦੀ ਹੈ। ਉਹ ਕੋਈ ਹੈਲਥੀ ਫਿਟਨੈਸ ਨਹੀਂ ਹੈ। ਉਹ ਮੇਨਟੇਨ ਕਰਨੀ ਇੱਕ ਕੰਪਲਸ਼ਨ ਹੋ ਜਾਂਦੀ ਹੈ ਜਦੋਂ ਤੁਸੀਂ ਆਪਣੇ ਸਰੀਰ ਦੀ ਨਮਾਇਸ਼ ਲਾਉਣੀ ਹੁੰਦੀ ਹੈ ਜੀ। ਹੁਣ ਕਾਰਨ ਇਹ ਹੈਗਾ ਵਾ ਕਿ ਜਦੋਂ ਧਾਰਮਿਕ ਸਟੇਜ ਦੇ ਉੱਤੋਂ, ਜਿਹਨੂੰ ਕਹਿੰਦਾ ਵੀ ਧਾਰਮਿਕ ਹੈ, ਜਦੋਂ ਉਸ ਸਟੇਜ ਦੇ ਉੱਤੋਂ ਇਸ ਤਰੀਕੇ ਨਾਲ ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਇਸ ਤਰੀਕੇ ਨਾਲ ਇਸ ਗੱਲ ਨੂੰ ਪ੍ਰਮੋਟ ਕੀਤਾ ਜਾਂਦਾ, ਤੇ ਫਿਰ ਸੋਚਣ ਤੇ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਇਹ ਕਨਸੈਪਟ ਸਿੱਖੀ ਦੇ ਅੰਦਰ, ਇਹ ਸੰਕਲਪ ਸਿੱਖਾਂ ਨੂੰ ਮਨਜ਼ੂਰ ਹੈ? ਜੇ ਇਹ ਮਨਜ਼ੂਰ ਹੈ ਤੇ ਫਿਰ ਸ਼ਿਵਨਾਭ ਵੱਲੋਂ ਭੇਜੀਆਂ ਟੈਸਟ ਕਰਨ ਵਾਸਤੇ ਵੀ ਪੀਰ ਜਿਹੜਾ ਅੰਦਰ ਆਵੇ, ਜੇ ਨਾਨਕ ਪੀਰ ਹੋਏਗਾ, ਜੇ ਨਾਨਕ ਫਕੀਰ ਹੋਏਗਾ, ਤੇ ਉਹਦੇ ਤੇ ਜਿਹੜੀ ਕਲਾਕ੍ਰਿਤੀ ਹੈ ਉਹ ਕਾਬੂ ਨਹੀਂ ਪਾ ਸਕੇਗੀ, ਉੱਤੇ ਸੁਹੱਪਣ ਕਾਬੂ ਨਹੀਂ ਪਾ ਸਕੇਗਾ, ਉੱਤੇ ਨਾਚ ਕਾਬੂ ਨਹੀਂ ਪਾ ਸਕੇਗਾ, ਮਸਤ ਨਹੀਂ ਹੋਏਗਾ। ਜੇ ਤੇ ਮਨਜ਼ੂਰ ਹੈ ਤੇ ਐਸੀ ਸਟੇਟਮੈਂਟ ਗੁਰੂ ਨਾਨਕ ਸਾਹਿਬ ਦੇ ਮੂੰਹ ਚੋਂ ਨਹੀਂ ਨਿਕਲੀ ਜਦੋਂ ਸ਼ਿਵਨਾਭ ਦੇ ਵਿੱਚ ਬਾਗ ਦੇ ਅੰਦਰ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ, ਕਿਉਂਕਿ ਮਿਲਿਆ ਨਹੀਂ ਕਦੀ, ਸ਼ਿਵਨਾਭ ਮਿਲਿਆ ਨਹੀਂ ਕਦੀ, ਐਸੀ ਸਟੇਟਮੈਂਟ ਗੁਰੂ ਸਾਹਿਬ ਦੇ ਮੂੰਹ ਚੋਂ ਨਹੀਂ ਨਿਕਲੀ। ਉੱਥੇ ਤੇ ਗਾਸ਼ੋ ਪੁੱਤਰੀ ਰਾਜਕੁਮਾਰ, ਇਹ ਪੁੱਤਰੀਓ, ਇਹ ਰਾਜਕੁਮਾਰੀਓ, ਤੁਸੀਂ ਉਸ ਮਾਲਕ ਦੇ ਗੁਣ ਗਾਓ, ਆਪਣੇ ਆਪ ਦੀ ਨਮਾਇਸ਼ ਨਾ ਕਰੋ। ਫਿਰ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿਤ ਪਹਿਨਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਜਿਹੜੀ ਚੀਜ਼ ਵਿਕਾਰੀ ਬਣਾਉਂਦੀ, ਭਾਵੇਂ ਬੰਦਾ ਪਾਵੇ ਤੇ ਭਾਵੇਂ ਜਨਾਨੀ ਪਾਵੇ, ਠੀਕ ਹੈ ਜੀ, ਉਹਦੇ ਤੇ ਗੁਰੂ ਸਾਹਿਬ ਨੇ ਵੱਡਾ ਸਵਾਲ ਕੀਤਾ। ਹੁਣ ਸਿੱਖਾਂ ਦੀ ਸਾਡੀ ਬੱਚੀ, ਅਸੀਂ ਉਹਨੂੰ ਦੱਸਣਾ ਸੀ, ਬਹਿਣਾ ਸੀ, ਸਮਝਾਉਣਾ ਸੀ ਅੰਦਰ ਖਾਤੇ ਵੜ ਕੇ, ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਅੰਦਰ ਖਾਤੇ ਬਹਿ ਕੇ ਗੱਲ ਕੀਤੀ ਜਾਂਦੀ ਹੈ, ਜਦੋਂ ਕੋਈ ਇਹੋ ਜਿਹੀ ਜਿਹਨੂੰ ਐਕਸਪੈਕਟਡ ਨਾ ਹੋਵੇ। ਇਹ ਸਾਡਾ ਸਿੱਖ ਸੱਭਿਆਚਾਰ ਨਹੀਂ ਹੈ, ਸਾਡਾ ਇਹ ਸਿੱਖ ਕਲਚਰ ਨਹੀਂ ਹੈ, ਕਿਉਂਕਿ ਅਸੀਂ ਉਹ ਆ ਜਿਹੜੇ ਐਸੀ ਨਮਾਇਸ਼ ਦੇ ਉੱਤੇ ਸਵਾਲ ਕਰਕੇ ਮਜਬੂਰ ਹੋਈਆਂ ਬੱਚੀਆਂ ਨੂੰ ਅਸੀਂ ਵਿਕਣਾ ਬੰਦ ਕੀਤਾ। ਕੀ ਹੁੰਦੀ ਸੀ ਜਿਹੜੀ ਅੱਜ ਕੈਟਵਾਕ ਕਿੱਥੋਂ ਆਈ ਹੈ? ਗਜਨੀ ਦੇ ਬਾਜ਼ਾਰਾਂ 'ਚ ਕੀ ਹੁੰਦਾ ਸੀ? ਕੈਟਵਾਕ ਹੀ ਹੁੰਦੀ ਸੀ। ਔਰਤ ਨੂੰ ਨਮਾਇਸ਼ ਬਣਾ ਕੇ ਤੋਰ ਦਿੱਤਾ ਜਾਂਦਾ ਸੀ, ਸਾਹਮਣੇ ਦਾਮ ਲਾਉਣ ਵਾਲੇ ਬੈਠੇ ਹੁੰਦੇ ਸਨ। ਅੱਜ ਕੀ ਹੈ? ਅੱਜ ਨਿਟਿੰਗ ਕੰਪਨੀ, ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਗਲੋਬਲਿਸਟ ਅਲੀਟ ਜਿਹੜੇ ਨੇ, ਉਹਨਾਂ ਨੇ ਸੌਦਾ ਵੇਚਣਾ ਹੈ ਆਪਣਾ। ਉਹ ਸੌਦਾ ਵੇਚਣ ਵਾਸਤੇ ਜੇ ਵਿਕਣੀ ਪਾਈ ਹੈ ਤੇ ਉਹਦੀ ਸਪਾਂਸਰਸ਼ਿਪ ਕਰਨ ਵਾਲੀ ਕੰਪਨੀ ਹੋਰ ਹੈ, ਉਹ ਸਪਾਂਸਰਡ ਹੈ। ਸਾਰੇ ਜਿੰਨਾ ਉੱਥੇ ਜੋ ਕੁਝ ਪਾਇਆ ਜਾਂਦਾ ਹੈ, ਪਹਿਰਾਵਾ ਹੈ, ਸਭ ਸਪਾਂਸਰਡ ਹੈ ਕੰਪਨੀਆਂ ਦਾ। ਕੰਪਨੀ ਨੇ ਸਮਾਨ ਵੇਚਣਾ ਹੈ। ਜਦੋਂ ਦਾ ਮਿਸ ਯੂਨੀਵਰਸ 70 ਸਾਲ ਹੋ ਗਏ ਆ, ਹੋਂਦ ਚ ਆਇਆ ਹੈ, ਜਿਹੜਾ ਕਾਸਮੈਟਿਕ ਮਟੀਰੀਅਲ ਹੈ ਜਾਂ ਜਿਹੜਾ ਐਸਾ ਸਮਾਨ ਹੈ, ਉਹਦੇ ਵਿੱਚ ਉਹਦੇ ਵਾਧਾ ਹੋਇਆ ਹੈ ਉਸ ਸੇਲ ਦੇ ਵਿੱਚ। ਸੋ ਬੇਸਿਕਲੀ ਜਿਵੇਂ ਦੁਕਾਨਾਂ ਦੇ ਅੰਦਰ ਅਸੀਂ ਬੁੱਤ ਲਾਉਨੇ ਆ, ਉਹਦੇ ਤੇ ਕੱਪੜੇ ਪਾ ਕੇ, ਇਹ ਤੁਰੇ ਫਿਰਦੇ ਕੰਪਨੀਆਂ ਬੁੱਤ ਤਿਆਰ ਕਰਦੀਆਂ ਨੇ। ਮੈਨੂੰ ਦੱਸੋ ਕਿ ਮਿਸ ਯੂਨੀਵਰਸ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਇਸ ਯੂਨੀਵਰਸ ਦੇ ਵਿੱਚ ਸਭ ਤੋਂ ਜ਼ਿਆਦਾ ਸੋਹਣੀ ਉਹ ਇੱਕ ਬੱਚੀ ਉਹ ਨੇ ਜਿਹੜੀ ਇਹ ਸਿਲੈਕਟ ਕਰਦੇ ਨੇ? ਕਿ ਸਾਰੇ ਯੂਨੀਵਰਸ ਨੂੰ ਦੇਖ ਲਿਆ ਸੀ? ਗੁਰੂ ਤੇ ਬਾਰ-ਬਾਰ ਵਿਸਮਾਤ 'ਚ ਜਾਂਦੇ ਨੇ, ਜੇ ਉਹ ਫੁੱਲਾਂ ਵਾਲੇ ਵੇਂਦੇ ਨੇ ਤੇ ਉਹ ਫੁੱਲ ਉਹਨੂੰ ਸਾਰੀ ਯੂਨੀਵਰਸ ਦੇ ਸਭ ਤੋਂ ਜ਼ਿਆਦਾ ਖੂਬਸੂਰਤ ਲੱਗਦੇ ਨੇ। ਹਵਾ ਵੱਲ ਵੇਂਦੇ ਨੇ, ਉਹ ਵੀ ਗਾਉਂਦੀ ਨਜ਼ਰ ਆਉਂਦੀ ਹੈ। ਅੱਗ ਵੱਲ ਵੇਂਦੇ ਨੇ, ਉਹ ਵੀ ਗਾਉਂਦੀ ਨਜ਼ਰ ਆਉਂਦੀ ਹੈ। ਗੁਰੂ ਤੇ ਵਿਸਮਕ ਨੇ, ਵਿਸਮਾਤ 'ਚ ਨੇ। ਹਰ ਚੀਜ਼ ਉਹ
ਕਿਸੇ ਨੂੰ ਅਧਿਕਾਰ ਖੇਤਰ 'ਚ ਨਹੀਂ ਲਿਆਉਂਦੇ ਕਿ ਸਭ ਤੋਂ ਜ਼ਿਆਦਾ ਇਹ ਚੀਜ਼ ਵਧੀਆ ਹੈ। ਉਹਦੇ ਮਾਲਕ ਦੀ ਬਣਾਈ ਹਰ ਚੀਜ਼ ਖੂਬਸੂਰਤ ਹੈ, ਹਰ ਚੀਜ਼ ਦੇ ਉੱਤੇ ਹੁਸਨ ਹੈ। ਕਿਤੇ ਜਿਹੜਾ ਕਾਲਾ ਰੰਗ ਹੈ ਉਹਨੂੰ ਸਲਾਇਆ ਹੈ, ਕਿਤੇ ਨੀਲੇ ਨੂੰ ਸਲਾਇਆ ਹੈ, ਕਿਤੇ ਲਾਲ ਨੂੰ ਸਲਾਇਆ ਹੈ ਜੀ। ਸੋ ਜਦੋਂ ਅਸੀਂ ਬਿਊਟੀ ਦੀ ਗੱਲ ਕਰਦੇ ਆ ਤੇ ਕਾਦਰ ਦੀ ਹਰ ਬਣਾਈ, ਕਾਦਰ ਦੀ ਜਿਹੜੀ ਕ੍ਰੀਏਸ਼ਨ ਹੈ ਉਹਦੇ ਵਿੱਚ ਬਿਊਟੀ ਕੁੱਟ-ਕੁੱਟ ਕੇ ਭਰੀ ਹੈ। ਜੀ ਜੀ। ਇਹ ਇੱਕ ਕੇਵਲ ਜਿਹੜੇ ਗਲੋਬਲਿਸਟ ਲੋਕ ਨੇ, ਜਿਨ੍ਹਾਂ ਨੇ ਵੱਡੀਆਂ ਜਿਨ੍ਹਾਂ ਦੀਆਂ ਫਰਮਾਂ ਨੇ, ਕੰਪਨੀਆਂ ਨੇ, ਉਹ ਐਸਾ ਜਿਹੜਾ ਡਰਾਮਾ ਹੈ ਉਹ ਰਚਦੇ ਨੇ। ਉਸ ਡਰਾਮੇ ਦੇ ਵਿੱਚੋਂ ਜਿਹੜੇ ਜੱਜ ਨੇ ਉਹ ਕੋਈ ਮਿਸ ਯੂਨੀਵਰਸ, ਕੋਈ ਮਿਸ ਇੰਡੀਆ, ਕੋਈ ਮਿਸ ਪੰਜਾਬ ਬਣਾ ਕੇ ਕੱਢ ਦਿੰਦੇ ਨੇ ਜੀ ਜੀ। ਤੇ ਅਸੀਂ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ। ਅਸੀਂ ਇੱਕ ਮੰਡੀ ਦੇ ਵਿੱਚ ਵਿਕਣ ਵਾਲੇ ਪ੍ਰੋਡਕਟ ਆ, ਇਹ ਧਿਆਨ 'ਚ ਰੱਖ ਲਿਓ। ਮੰਡੀ 'ਚ ਵਿਕਣ ਵਾਲੇ ਪ੍ਰੋਡਕਟ ਆ ਜੀ ਜੀ। ਸੋ ਜਿਹੜੇ ਸਾਡੇ ਮਿਸ ਯੂਨੀਵਰਸ, ਮਿਸ ਪੰਜਾਬ, ਇੱਕ ਪ੍ਰੋਡਕਟ ਦੇ ਰੂਪ 'ਚ ਪੇਸ਼ ਕੀਤੀ ਜਾਂਦੀ ਹੈ ਬੱਚੀ। ਇਹ ਬੰਦੇ ਜਿਨ੍ਹਾਂ ਦੀ ਕਾਮਨ ਸੈਂਸ ਇੰਨੀ ਲੋ ਹੈ ਕਿ ਜੇ ਭੁੰਜੇ ਬੈਠੇ ਨੇ ਨਾ ਤੇ ਉੱਥੇ ਵੀ ਸਾਨੂੰ ਟੋਇਆ ਕੱਢਣਾ ਪੈਣਾ ਲਾਗੇ ਜਾ ਕੇ ਵੀ ਕਿੰਨੀ ਕੁ ਲੋ ਹੈ। ਇੰਨੀ ਘੱਟ ਕਾਮਨ ਸੈਂਸ ਦੇ ਬੰਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਚੀਜ਼ ਨੂੰ ਕਿਸ ਸਿਨੈਰੀਓ 'ਚ, ਕਿਸ ਸੰਚੇ 'ਚ ਰੱਖ ਕੇ ਵੇਖਣਾ ਹੈ। ਤੇ ਬੈਠੇ ਸਟੇਜਾਂ ਤੇ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਨੇ, ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ। ਇਹ ਭੰਡ ਨੇ ਕੀ ਕਹੋਗੇ? ਇਹ ਤੁਸੀਂ ਮਤਲਬ ਧਾਰਮਿਕ ਲੋਕ ਜੇ ਵਧਾਈਆਂ ਕੀ ਮੰਗਦੇ? ਜੇ ਵਧਾਈ ਹੋਵੇ ਫਿਰ ਜੇ ਵਧਾਈ ਹੈ ਤਾਂ ਕਰੋ ਵਾਧਾ। ਫਿਰ ਤੁਹਾਨੂੰ ਤੁਹਾਡੇ ਲਾਗੋਂ ਸਾਹਮਣੇ ਬੈਠੀਆਂ ਬੀਬੀਆਂ ਨੇ ਜਵਾਬ ਦੇ ਦੇਣਾ ਸ਼ਾਇਦ। ਬੇਸ਼ੱਕ ਜਿੰਨੀਆਂ ਮਰਜ਼ੀ ਇਸ ਵੇਲੇ ਭੇਡ ਵਿਰਤੀ ਦੇ ਵਿੱਚ ਹੋਣ ਸਾਡੇ ਉਹ ਲੋਕ ਜਿਹੜੇ ਅੱਗੇ ਇਹਨੂੰ ਫੋਲੋ ਕਰਦੇ ਨੇ, ਪਰ ਇੰਨਾ ਕਿਤੇ ਜ਼ਮੀਰ ਜਾਗੂਗਾ ਨਾ ਵੀ ਅਸੀਂ ਆਪਣੀਆਂ ਬੱਚੀਆਂ ਨੂੰ ਇਹਨਾਂ ਸਟੇਜਾਂ ਦੇ ਉੱਤੇ ਕੱਪੜੇ ਲਵਾ ਕੇ ਤੋਰਨਾ ਹੈ। ਇਹ ਇੱਕ ਡਰਾਮਾ ਹੈ। ਇੱਕ ਹੋਰ ਪੰਥਕ ਸ਼ਖਸੀਅਤ ਦਾ ਮੈਂ ਬਿਆਨ ਸੁਣਿਆ, ਮੈਂ ਨਾਂ ਨਹੀਂ ਲੈਣਾ। ਅੱਛਾ ਜੀ। ਮੈਂ ਉਹਦਾ ਬਿਆਨ ਸੁਣ ਕੇ ਹੈਰਾਨ ਹੋ ਗਿਆ ਕਿ ਸਾਡੀ ਸੋਚ ਦੇ ਵਿੱਚ ਉਹ ਦੂਜਿਆਂ ਨੂੰ ਦੱਸੀ ਜਾਂਦੇ ਨੇ ਵੀ ਅੱਖ ਜਿਹੜੀ ਤੁਹਾਡੀ ਵੇਖਣ ਵਾਲੀ ਸਹੀ ਹੋਣੀ ਚਾਹੀਦੀ ਹੈ। ਇਹਨਾਂ ਨੂੰ ਇਹ ਬੰਦਾ ਪੁੱਛੇ ਵੀ ਜਿਹੜੀ ਅੱਖ ਨਾਲ ਨਾਨਕ ਨੂੰ ਵੇਖਦੇ ਨੇ ਤੇ ਕਹਿੰਦੇ ਨੇ ਗਾਸ਼ੋ ਪੁੱਤਰੀ ਰਾਜਕੁਮਾਰ, ਉਹਦੇ ਤੋਂ ਉਸ ਅੱਖ ਤੋਂ ਵੀ ਵਧੀਆ ਅੱਖ ਹੋ ਸਕਦੀ ਹੈ। ਅਸੀਂ ਤੇ ਉਸ ਅੱਖ ਦੇ ਨਜ਼ਰੀਏ ਰਾਹੀਂ ਦੇਖਣਾ ਚਾਹੁੰਦੇ ਆ ਵੀ ਸਾਡੀ ਬੱਚੀ, ਧੀ, ਭੈਣ। ਤੁਸੀਂ ਦੱਸੋ ਵੀ ਅੱਜ ਔਰਤ ਗੁਲਾਮ ਨਹੀਂ ਹੈ? ਔਰਤ ਨੂੰ ਤੁਹਾਨੂੰ ਦਿਲਚਸਪੀ ਦੇਣੀ ਪੈਂਦੀ ਹੈ ਸਟੇਜ ਦੇ ਉੱਤੇ ਚੱਲ ਕੇ। ਬਿਲਕੁਲ। ਔਰਤ ਵੇਚ ਨਹੀਂ ਰਹੀ ਆਪਣੇ ਆਪ ਨੂੰ। ਬਿਲਕੁਲ। ਅੱਜ ਵਿਕਣ ਦਾ ਤਰੀਕਾ ਅਲੱਗ ਹੋ ਗਿਆ। ਅੱਜ ਨਹੀਂ ਵੇਚ ਰਹੀ ਔਰਤ ਆਪਣੇ ਆਪ ਨੂੰ। ਦੱਸੋ ਮੈਨੂੰ ਵੀ ਔਰਤ ਨੂੰ ਕੀ ਲੋੜ ਹੈ ਤੁਹਾਡੇ ਸਾਹਮਣੇ ਚੱਲ ਕੇ ਦਿਖਾ ਕੇ ਤੇ ਆਪਣਾ ਪ੍ਰਗਟ ਕਰਨ ਦੇ? ਕਨਫੀਡੈਂਸ ਨਹੀਂ ਹੁੰਦਾ। ਇਹੋ ਜਿਹੀ ਉਹ ਜਵਾਬ ਸਭ ਪ੍ਰੀ ਪਲਾਨਡ ਹੈ, ਪ੍ਰੀ ਪ੍ਰਪੇਅਰਡ ਹੈ। ਬਕਾਇਦਾ ਕੋਰਸ ਹੁੰਦੇ ਨੇ, ਸਟੱਡੀ ਹੁੰਦੀ ਹੈ ਇਸ ਚੀਜ਼ ਦੀ। ਉਹਦੇ ਵਿੱਚ ਕੋਈ ਇਹ ਨਹੀਂ ਵੀ ਜੱਗੋਂ 13ਵੀਂ ਗੱਲ ਹੈ। ਜਿਹੜੀਆਂ ਅੱਜ ਤੱਕ ਪਿਛਲੇ 70 ਸਾਲ ਤੋਂ ਮਿਸ ਯੂਨੀਵਰਸ ਬਣਦੀਆਂ ਆ ਰਹੀਆਂ ਨੇ, ਉਹਨਾਂ ਦੱਸੋ ਕਿਹੜਾ ਦੁਨੀਆ 'ਚ ਕ੍ਰਾਂਤੀ ਲੈਂਦੀ ਹੈ ਜਿਹੜੀ ਸਾਡੀ ਇਸ ਬੱਚੀ ਨੇ ਲੈਣੀ ਆ? ਹੱਦ ਇਹਨਾਂ ਦੀ ਦੌੜ ਬਾਲੀਵੁੱਡ ਤੱਕ ਆ। ਜੇ ਹੋ ਸਕਦਾ ਕਿਤੇ ਹਾਲੀਵੁੱਡ ਤੋਂ ਇੱਕ ਅੱਧੀ ਕਿਤੇ ਆਫਰ ਆ ਜਾਏ, ਵੱਖਰਾ ਵਿਸ਼ਾ, ਨਹੀਂ ਤੇ ਹੱਦ ਦੇ ਨਾਲ ਹੀ ਬਾਲੀਵੁੱਡ ਤੱਕ ਦੌੜਿਆ। ਉਹ ਮਿਸ ਯੂਨੀਵਰਸ ਬਣਨ ਤੋਂ ਬਾਅਦ ਉਹਨੇ ਆਪਣੀ ਇੱਛਾ ਪ੍ਰਗਟ ਕਰ ਵੀ ਦਿੱਤੀ ਹੈ ਕਿ ਮੈਂ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਉਸ ਬੱਚੀ ਨੂੰ। ਸੋ ਇੰਨੀ ਕੁ ਦੌੜ ਹੈ। ਇਹ ਅਸੀਂ ਧਾਰਮਿਕ ਸਟੇਜਾਂ ਤੋਂ ਪਤਾ ਨਹੀਂ ਕਿੱਧਰ ਨੂੰ ਤੁਰ ਪੈਂਦੇ। ਉਹ ਵੀ ਉਹਦਾ ਪਰਸਨਲ ਮਾਮਲਾ ਹੈ। ਜੇ ਕਿਤੇ ਉਹ ਫਿਲਮਾਂ ਦੇ ਵਿੱਚ ਜਾ ਰਹੀ ਹੈ, ਉਹ ਉਥੋਂ ਇਨਕਮ ਲਏਗੀ, ਆਪਣੀ ਲਾਈਫ ਵਧੀਆ ਬਣਾਏਗੀ, ਉਹਦਾ ਪਰਸਨਲ ਮਾਮਲਾ। ਕੌਮ ਦਾ ਤਾਂ ਮਾਮਲਾ ਹੀ ਨਹੀਂ ਇਹਦੇ ਵਿੱਚ। ਕੌਮ ਦਾ ਮਾਮਲਾ ਨਹੀਂ। ਸਾਨੂੰ ਸਟੇਜਾਂ ਤੇ ਡਿਸਕਸ ਕਰਨ ਦੀ ਕੀ ਲੋੜ ਹੈ? ਹਾਂ, ਜੇ ਉਹ ਸੁਣਦੀ ਹੈ ਤੇ ਅਸੀਂ ਗੱਲ ਕਰ ਸਕਦੇ ਉਹਦੇ ਨਾਲ ਵੀ ਇਹ ਜਿਹੜਾ ਕਲਚਰ ਸਾਡਾ ਨਹੀਂ ਹੈ। ਜੇ ਨਹੀਂ, ਉਹਦੀ ਇੱਛਾ ਹੈ, ਮਤਲਬ ਸਾਡਾ, ਅਸੀਂ ਫੋਰਸ ਤੇ ਕਰਦੇ ਹੀ ਨਹੀਂ ਕਿਸੇ ਨੂੰ। ਉਹ ਆਪਣੇ ਤਰੀਕੇ ਨਾਲ ਜ਼ਿੰਦਗੀ ਜੀ ਸਕਦੀ ਹੈ, ਪਰ ਉਹਦੇ ਤੇ ਕੌਮ ਗੌਰਵਮਈ ਨਹੀਂ ਹੋ ਸਕਦੀ। ਸਵਾਲ ਕੇਵਲ ਇੰਨਾ ਹੈ, ਹਰ ਬੰਦੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਣ ਦਾ ਹੱਕ ਹੈ। ਕੋਈ ਵਾਲ ਕਟਾ ਲੇ, ਕੋਈ ਰੱਖ ਲੇ। ਜਿਹੜਾ ਕਟਾਉਣ ਵਾਲਾ ਵਾ ਉਹਦੇ ਤੇ ਅਸੀਂ ਗੌਰਵਮਈ ਨਹੀਂ ਹੋ ਸਕਦੇ। ਰੱਖਣ ਵਾਲੇ ਨੂੰ ਐਪਰੀਸ਼ੀਏਟ ਕੀਤਾ ਜਾ ਸਕਦਾ ਵੀ ਇਹਨੇ ਉਸ ਕਾਦਰ ਦੇ ਹੁਕਮ ਨੂੰ ਮੰਨਿਆ, ਪਰ ਉਹਦੇ ਤੇ ਉਹ ਹੋਰ ਜ਼ਿੰਮੇਵਾਰੀ ਆ ਜਾਂਦੀ ਵੀ ਸੇਦਾਰੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਉਹਦੇ ਤੇ ਹੋਰ ਜ਼ਿੰਮੇਵਾਰੀ ਆ ਜਾਂਦੀ ਅਗਲੇ ਬੰਦੇ। ਬਿਲਕੁਲ। ਸੋ ਗੌਰਵਮਈ ਨਹੀਂ ਹੋਇਆ ਜਾ ਸਕਦਾ। ਹਾਂ, ਉਹਦੀ ਆਪਣੀ ਜ਼ਿੰਦਗੀ ਹੈ। ਸ਼ੀ ਕੈਨ ਲਿਵ ਦੀ ਵੇ ਸ਼ੀ ਵਾਂਟ ਟੂ ਲਿਵ।
ਬਿਲਕੁਲ ਬਿਲਕੁਲ। ਜੇ ਆਪਾਂ ਦੇਖੀਏ ਇੱਥੇ ਮਨ ਦੇ ਵਿੱਚ ਕਈ ਵਾਰੀ ਸਵਾਲ ਪੈਦਾ ਹੋ ਜਾਂਦਾ ਕਿ ਅੱਜ ਤੋਂ ਤਕਰੀਬਨ 4-5 ਸਾਲ ਪਹਿਲਾਂ ਇੱਕ ਸਾਧ ਸੀ ਜੋ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਹੈ। ਜਦੋਂ ਉਹਦੇ ਡੇਰੇ ਦੀਆਂ ਵੀਡੀਓਜ਼ ਦੇਖਦੇ ਸੀ ਤਾਂ ਕੁਝ ਇਸ ਤਰ੍ਹਾਂ ਦਾ ਜੋ ਅੱਜ ਸਟੇਜਾਂ ਤੋਂ ਹਜੇ ਫਿਲਹਾਲ ਕਿਹਾ ਜਾ ਰਿਹਾ, ਮਤਲਬ ਆਪਾਂ ਇਹ ਕਹਿ ਸਕਦੇ ਆਉਣ ਵਾਲੇ ਸਮਾਂ ਉਸ ਤਰ੍ਹਾਂ ਹੋ ਸਕਦਾ ਕਿ ਉਹਦੇ ਵੱਲੋਂ ਵੀ ਇਸ ਤਰ੍ਹਾਂ ਬੀਬੀਆਂ ਨੇ ਜਿਹੜੀਆਂ ਔਰਤਾਂ ਨੇ, ਲੜਕੀਆਂ, ਉਹਨਾਂ ਨੂੰ ਤਿਆਰ ਕਰਕੇ ਆਪਣੀ ਸਟੇਜ ਤੇ ਖੜਾ ਕੀਤਾ ਜਾਂਦਾ ਸੀ, ਜੋ ਉਹਦੇ ਉੱਤੇ ਫੁੱਲ ਵੀ ਵਰਸਾਉਂਦੀਆਂ ਸੀ। ਤੇ ਜਿਸ ਤਰ੍ਹਾਂ ਦੇ ਉਹਦੇ ਕਾਰਨਾਮੇ ਬਾਅਦ ਵਿੱਚ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਅੱਜ ਉਹ ਜੇਲ੍ਹ ਦੇ ਵਿੱਚ ਬੰਦ ਹੈ, ਸੁਣਿਆ ਜਾ ਰਿਹਾ ਕਿ ਉਹਨੂੰ ਪੈਰੋਲ ਵੀ ਮਿਲ ਗਈ ਹੈ। ਸੋ ਕਿਤੇ ਨਾ ਕਿਤੇ ਮਾਨਸਿਕਤਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਵਰਜ਼ਨ ਵੀ ਇਹ ਆ ਸਕਦਾ ਹੈ ਜੋ ਮੈਨੂੰ ਲੱਗ ਰਿਹਾ ਪਰਸਨਲੀ। ਸੋ ਗਿਆਨੀ ਜੀ, ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ। ਮੇਰਾ ਸਵਾਲ ਜਿਹੜਾ ਤੁਹਾਨੂੰ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਢੱਡਰੀਆਂ ਵਾਲਾ ਉਹਨੇ ਜਦੋਂ ਜਿਹੜੇ ਇੱਕ ਆਪਣੀ ਵੀਡੀਓ ਵਾਇਰਲ ਹੁੰਦੀ ਹੈ ਕਿ ਸਿੱਖ ਧਰਮ ਨਹੀਂ ਹੈ, ਹਿੰਦੀ ਦੇ ਵਿੱਚ ਬੜਾ ਕੁਝ ਉਹ ਕਿਹਾ ਗਿਆ ਕਿ ਇੱਕ ਲਹਿਰ ਹੈ। ਸੋ ਉਸ ਤੋਂ ਬਾਅਦ ਹਰਨਾਜ ਸੰਧੂ ਵਾਲਾ ਮਾਮਲਾ, ਤੇ ਉਸ ਤੋਂ ਬਾਅਦ ਫਿਰ ਹੁਣ ਜਦੋਂ ਰਿਪਲਾਈ, ਜਦੋਂ ਆਪਾਂ ਕਹਿ ਲਈਏ ਵੀ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਇੱਕ ਵੀਡੀਓ ਰਾਹੀਂ, ਇੱਕ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਜਦੋਂ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਉਧਰੋਂ ਨਿਕਲਿਆ ਢੱਡਰੀਆਂ ਵਾਲੇ ਦਾ, ਬੜੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਜਿਸ ਤਰ੍ਹਾਂ ਦੀ ਕਦੀ ਇਮੇਜਿਨ ਨਹੀਂ ਸੀ ਕੀਤਾ ਜਾ ਸਕਦਾ ਵੀ ਇਸ ਤਰ੍ਹਾਂ ਵੀ ਬੋਲਣਗੇ ਉਹ। ਸੋ ਉਹ ਕਿਵੇਂ ਤੁਸੀਂ ਦੇਖਦੇ ਹੋ ਵੀ ਇੱਕ ਸਿੰਘਨਾਥ ਟੀਵੀ ਜਾਂ ਫਿਰ ਖਾਲਸਾ ਨਿਊਜ਼ ਜਾਂ ਫਿਰ ਜਿਹੜੀਆਂ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੇ ਉੱਤੇ ਜਿਹੜੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੇ ਨੇ ਆਪਣੀ ਸ਼ਬਦਾਵਲੀ ਦੇ ਅਨੁਸਾਰ, ਕਿਵੇਂ ਤੁਸੀਂ ਇਹਨੂੰ ਮਹਿਸੂਸ ਕਰਦੇ ਹੋ ਕਿ ਇਹ ਕਿਉਂ ਕਿ ਹੋ ਰਿਹਾ ਜਿਹੜਾ ਹੈ? ਦੇਖੋ ਵੀਰ ਜੀ, ਜੋ ਰਣਜੀਤ ਸਿੰਘ ਢੱਡਰੀਆਂ ਵਾਲਾ ਆ, ਉਹਦੀ ਆਪਣੀ ਤਾਂ ਕੋਈ ਸੋਚ ਹੈ ਨਹੀਂ। ਉਹ ਜੋ ਕੁਝ ਵੀ ਪਿੱਛੋਂ ਉਹਨੂੰ ਫੀਡਬੈਕ ਆਉਂਦੀ ਆ ਨਿਊਜ਼ੀਲੈਂਡ ਤੋਂ, ਹਰਨੇਕ ਸਿੰਘ ਦੀ, ਜਾਂ ਉੱਤੋਂ ਜਿੱਥੋਂ ਵੀ ਇਹਨਾਂ ਨੂੰ ਏਜੰਸੀਆਂ ਤੋਂ ਪੈਸੇ ਮਿਲਦੇ ਆ, ਉਹ ਜੋ ਵੀ ਉਹ ਇਹਨਾਂ ਨੂੰ ਆਰਡਰ ਕਰਦੇ ਆ, ਉਹੀ ਇਹ ਬੋਲਦੇ। ਇਹਦੀ ਆਪਣੀ ਕੋਈ ਸੋਚ ਨਹੀਂ, ਕੋਈ ਆਪਣੀ ਇਹਦੀ ਸਟੱਡੀ ਨਹੀਂ ਹੋ। ਅੱਛਾ ਜੀ। ਜੇਕਰ ਇਹਦੀ ਆਪਣੀ ਕੋਈ ਸਟੱਡੀ ਹੋਵੇ, ਕੋਈ ਆਪਣੇ ਜੀਵਨ ਦਾ ਅਭਿਆਸ ਹੋਵੇ, ਤੇ ਇਹ ਏਦਾਂ ਛੜਪੇ ਨਾ ਮਾਰੇ ਪਈ ਪ੍ਰਮਾਤਮਾ ਹੈ ਨਹੀਂ, ਕੁਦਰਤ ਹੀ ਕਾਦਰ ਆ, ਕੁਦਰਤ ਕਾਦਰ ਆ, ਕੁਦਰਤ ਰੱਬ ਪਹਿਲਾਂ ਰੱਬ ਹੈ ਨਹੀਂ, ਫਿਰ ਕੁਦਰਤ ਰੱਬ ਆ, ਫਿਰ ਕੁਦਰਤ ਹੀ ਰੱਬ ਆ। ਇਹ ਸਟੇਟਮੈਂਟ ਆ ਕਿਉਂ ਬਦਲਦਾ? ਕਿਉਂਕਿ ਆਪਣੀ ਸਟੇਟਮੈਂਟ, ਇਹ ਆਪਣੀ ਇਹਦੀ ਸਟੱਡੀ ਹੈ ਨਹੀਂ ਹੋ। ਇਸੇ ਤਰ੍ਹਾਂ ਇਹਦੀ ਆਪਣੀ ਕੋਈ ਸੋਚ ਨਹੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਧਰਮ ਨਹੀਂ ਚਲਾਇਆ, ਇਹਦੀ ਆਪਣੀ ਸਟੇਟਮੈਂਟ ਨਹੀਂ। ਇਹ ਤਾਂ ਪਿੱਛੋਂ ਇਹਨੂੰ ਫੀਡਬੈਕ ਹੋਈ ਆ, ਉਹਨਾਂ ਨੇ ਕਿਹਾ ਵੀ ਜੇ ਤੂੰ ਆਹ ਸਟੇਟਮੈਂਟ ਆਪਣੇ ਹਿਸਾਬ ਨਾਲ ਦਊਂਗਾ ਤੈਨੂੰ ਇੰਨੇ ਪੈਸੇ ਮਿਲਣੇ ਆ। ਇਹ ਪਿੱਛੋਂ ਏਜੰਸੀਆਂ ਇਹਨਾਂ ਨੂੰ ਪ੍ਰਮੋਟ ਕਰਦੀਆਂ ਆ। ਇਹ ਜਾਂ ਤਾਂ ਨਿਊਜ਼ੀਲੈਂਡ ਤੋਂ ਸਟੇਟਮੈਂਟ ਘੜੀ ਗਈ ਜਾਂ ਫਿਰ ਇਹ ਨਾਗਪੁਰ ਤੋਂ ਸਟੇਟਮੈਂਟ ਘੜੀ ਗਈ। ਜੀ ਜੀ। ਕਿਉਂਕਿ ਨਾਗਪੁਰ ਵਾਲੇ ਵੀ ਕਹਿੰਦੇ ਆ ਵੀ ਸਿੱਖ ਧਰਮ ਇੱਕ ਕੋਈ ਧਰਮ ਨਹੀਂ, ਇਹ ਵੀ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਧਰਮ ਨਹੀਂ ਚਲਾਇਆ, ਕੋਈ ਸਿੱਖ ਧਰਮ ਨਹੀਂ ਚਲਾਇਆ। ਫਿਰ ਜਦੋਂ ਇਹਨਾਂ ਨੂੰ ਸਵਾਲ ਕੀਤੇ ਗਏ ਸਿੰਘਨਾਥ ਰੇਡੀਓ ਤੋਂ, ਫਿਰ ਇਹ ਆ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਨਸਾਨੀਅਤ ਦਾ ਧਰਮ ਚਲਾਇਆ। ਜਦੋਂ ਇਹਨਾਂ ਨੂੰ ਇਹ ਸਵਾਲ ਕੀਤਾ ਜਾਵੇ ਵੀ ਇਨਸਾਨੀਅਤ ਦਾ ਧਰਮ ਕਿਵੇਂ ਚਲਾਇਆ, ਤੁਸੀਂ ਦੱਸੋ ਭਾਈ ਗੁਰਦਾਸ ਜੀ ਤਾਂ ਏਦਾਂ ਕਹਿੰਦੇ ਮਾਰਿਆ, ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਚਲਾਇਆ। ਆਹੋ, ਨਿਰਮਲ ਪੰਥ ਆ ਵੀ ਜਿਹਦੇ ਵਿੱਚ ਕੋਈ ਕੋਟ ਨਹੀਂ, ਛਲ ਫਰੇਬ ਨਹੀਂ, ਦਿਖਾਵਾ ਨਹੀਂ, ਦੇਖਾ ਦੇਖੀ ਨਹੀਂ ਹੋ, ਕੋਈ ਕੂੜ ਕਪਟ ਨਹੀਂ ਹੋ, ਉਹ ਨਿਰਮਲ ਧਰਮ ਆ। ਬਾਕੀਆਂ ਤੋਂ ਉਹ ਨਿਆਰਾ ਧਰਮ ਆ ਉਹ। ਜਦੋਂ ਇਹਨਾਂ ਨੂੰ ਇਹ ਭਾਈ ਗੁਰਦਾਸ ਜੀ ਦੀਆਂ ਸਟੇਟਮੈਂਟਾਂ ਦੱਸ ਦੇਣੀਆਂ, ਇਹਨਾਂ ਨੇ ਉੱਥੋਂ ਵੀ ਬਦਲ ਜਾਣਾ, ਕਿਉਂਕਿ ਆਪਣੀ ਸਟੱਡੀ ਕੋਈ ਨਹੀਂ ਇਹਦੀ, ਆਪਣਾ ਅਭਿਆਸ ਕੋਈ ਨਹੀਂ। ਪਹਿਲਾਂ ਦੂਏ ਤਰ੍ਹਾਂ ਸਾਧਾਂ ਦੇ ਵਿੱਚ ਵਿਚਰਦਾ ਸੀ, ਢੋਲਕੀਆਂ ਛੈਣੇ ਕੁੱਟਦਾ ਸੀਗਾ। ਫਿਰ ਇਹਨੂੰ ਦੱਸਿਆ ਗਿਆ ਵੀ ਹੁਣ ਇਹ ਤੇਰਾ ਹਲਵਾ ਵੰਡਾ ਬੰਦ ਹੋ ਜਾਣਾ, ਇਹ ਬੜਾ ਚਿਰ ਚਲਾ ਰਿਹਾ ਤੂੰ, ਇਹ ਮਸ਼ੀਨਰੀ ਜਿਹੜੇ ਉਹ ਚੜ੍ਹਦੇ ਜਾ ਰਿਹਾ, ਇਹਨਾਂ ਪਾਸੇ ਆ ਜਾ। ਫਿਰ ਇਹਨਾਂ ਪਾਸੇ ਆ ਗਿਆ ਇਹ ਜੀ। ਤੇ ਕੀਰਤਨ ਜਿਹੜਾ ਉਹ ਸ਼ਬਦ ਗੁਰਬਾਣੀ ਦਾ ਕਰਨਾ ਪਿਆ, ਧਾਰਨਾ ਛੱਡ ਦਿੱਤੀਆਂ ਜਿਹੜੀਆਂ, ਉਹ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਜਿੱਦਾਂ ਇਹ ਕਵਿਤਾ ਬਣਾ ਕੇ ਗਾਉਂਦਾ ਸੀ, ਓਦਾਂ ਗਾਉਣੀਆਂ ਫਿਰ ਛੱਡ ਦਿੱਤੀਆਂ ਇਹਨੇ। ਫਿਰ ਇਹਨੂੰ ਦੱਸਿਆ, ਫਿਰ ਇਹਨੂੰ ਕਿਸੇ ਨੇ ਪਿੱਛੋਂ ਹੋਰ ਫੀਡਬੈਕ ਦਿੱਤੀ ਵੀ ਇਸ ਤੋਂ ਵੀ ਅੱਗੇ ਚੱਲ, ਤੂੰ ਇੱਥੇ ਠਹਿਰ ਨਾ, ਹੋਰ ਅੱਗੇ ਚੱਲ। ਫਿਰ ਇਹ ਜਿਹੜੇ ਇਹ ਬਣੇ ਆ, ਕੀ ਇਹਨਾਂ ਨੂੰ ਕਹਿੰਦੇ ਆ ਹੁਣ, ਇਹਨਾਂ ਦਾ ਨਾਂ ਰੱਖਿਆ ਆ, ਚਲੋ ਕੋਈ ਵੀ, ਉੱਥੇ ਆ ਗਿਆ। ਹਾਂਜੀ, ਅਪਗ੍ਰੇਡ
ਅਪਗ੍ਰੇਡ ਹੁਣ ਇਹ ਅਪਗ੍ਰੇਡ ਤੇ ਆ ਗਿਆ। ਇਹ ਕਿਉਂ ਬਦਲਦਾ ਜਾ ਰਿਹਾ ਦਿਨ ਬ ਦਿਨ? ਕਿਉਂਕਿ ਦੋ ਗੱਲਾਂ ਮੇਨ ਸਾਹਮਣੇ ਆਉਂਦੀਆਂ ਆ। ਸਾਰੇ ਬੇਸ਼ੱਕ ਸੋਚ ਕੇ ਦੇਖ ਲਿਓ, ਕਿਉਂਕਿ ਇਹਦੀ ਆਪਣੀ ਕੋਈ ਸਟੱਡੀ ਨਹੀਂ ਹੋ, ਆਪ ਕੁਛ ਪੜ੍ਹਦਾ ਨਹੀਂ ਹੋ, ਆਪਣਾ ਕੋਈ ਜੀਵਨ ਦਾ ਇਹਦਾ ਅਭਿਆਸ ਨਹੀਂ ਹੋ। ਜਿਵੇਂ ਜਿਵੇਂ ਇਹਨੂੰ ਚੰਗਾ ਲੱਗਦਾ ਵੀ ਏਦਾਂ ਮੈਂ ਚੜ੍ਹਨਾ ਪਿੱਛੋਂ RSS ਵਾਲੇ ਜਿਹੜੇ ਆ ਉਹ ਇਹਨੂੰ ਕਹਿੰਦੇ ਵੀ ਇਸ ਤਰ੍ਹਾਂ ਤੈਨੂੰ ਅਸੀਂ ਵੀ ਦੁਆ ਸਟੈਂਡ ਕਰਾਂਗੇ। ਇਹ ਉਹਨਾਂ ਦੀਆਂ ਸਟੇਟਮੈਂਟਾਂ ਜਾਂ ਜਿਹੜਾ ਹਰਮੀਤ ਸਿੰਘ ਨਿਊਜ਼ੀਲੈਂਡ ਵਾਲਾ ਉਹਨੂੰ ਵੀ ਤਾਂ ਆਖਰ ਏਜੰਸੀਆਂ ਹੀ ਚਲਾਉਂਦੀਆਂ ਆ ਨਾ। ਕਿਉਂਕਿ ਇਹਨਾਂ ਕੋਲ ਕਸਵੱਟੀ ਜਿਹੜੀ ਆ ਆਪਣੇ ਵਾਸਤੇ ਕੁਛ ਆ, ਦੂਆਂ ਵਾਸਤੇ ਕੁਛ ਆ, ਢੱਡਰੀਆਂ ਵਾਲੇ ਬਾਰੇ ਕੁਛ ਆ, ਦੂਆਂ ਪ੍ਰਚਾਰਕਾਂ ਵਾਸਤੇ ਕੁਛ ਆ। ਜਾਂ ਤਾਂ ਇਹ ਕਸਵੱਟੀ ਕੋਈ ਇੱਕ ਤੈਅ ਕਰ ਦੇਣ ਵੀ ਆਹ ਕਸਵੱਟੀ ਆ, ਉਹ ਸਾਰਿਆਂ ਤੇ ਕਸਵੱਟੀ ਲਾਉਣ ਨਾ, ਇੱਕ ਤੇ ਨਾ ਲਾਉਣ ਉਹ ਕਸਵੱਟੀ। ਇੱਕ ਵਾਰੀ ਮੇਰਾ ਖਿਆਲ ਆ, ਮੈਂ ਇੱਕ ਵਾਰ ਨਿਊਜ਼ੀਲੈਂਡ ਗਿਆ ਤੇ ਆ ਜਿਹੜਾ ਮੇਰਾ ਕੁੜਤਾ ਇੱਥੋਂ ਬਟਨਾ ਤੋਂ ਥੋੜਾ ਥੋੜਾ ਉਸੇ ਕਲਰ ਦੇ ਧਾਗੇ ਨਾਲ ਕੱਢਿਆ ਸੀਗਾ। ਉਹ ਵੀ ਬਹੁਤ ਜ਼ਿਆਦਾ ਲਾਈਟ ਸੀਗਾ। ਤੇ ਮੈਨੂੰ ਇਹ ਨੇਕੀ ਨੇ ਕਿਹਾ ਜੇ ਤੁਸੀਂ ਹੁਣ ਆਹ ਕਢਾਈ ਵਾਲਾ ਪਾਉਣ ਲੱਗ ਪਏ। ਮੈਂ ਕਿਹਾ ਜੇ ਕਹਿੰਦਾ ਵੀ ਆਪਾਂ ਨਹੀਂ ਪਾਉਂਦੇ। ਹੁਣ ਕਸਵੱਟੀ ਕਿਉਂ ਬਦਲ ਗਈ? ਹੁਣ ਬਾਬਾ ਨੇਤਾ ਪ੍ਰਤੀ ਨਵੀਆਂ ਪੁਸ਼ਾਕਾਂ ਬਦਲਦਾ ਆ, ਇੰਨੀਆਂ ਮਹਿੰਗੀਆਂ ਲੋਕਾਂ ਦੇ ਪੈਸਿਆਂ ਤੇ ਪਲਦਾ। ਹੁਣ ਕਿਉਂ ਕਸਵੱਟੀ ਇਹਦੀ ਬਦਲ ਗਈ? ਹੁਣ ਕਿਉਂ ਮੂੰਹ ਨੂੰ ਤਾਲਾ ਲੱਗ ਗਿਆ? ਹੁਣ ਵੀ ਬਾਬੇ ਬਾਰੇ ਫੁੱਲੇ ਪਈ ਉਹ ਇਸ ਤਰ੍ਹਾਂ ਫੈਸ਼ਨ ਪ੍ਰਸਤ ਆ, ਨਵੀਆਂ ਉਹ ਫੈਸ਼ਨਾਂ ਕਰਦਾ। ਜਿਹੜਾ ਕੁੜਤਾ ਉਹਦੇ ਨਾਲ ਤੇ ਦੂਈ ਹਜੂਰੀਆ ਲੈਣਾ, ਉਹਦੇ ਨਾਲ ਦੀ ਪੱਗ ਲੈਣੀ, ਉਹਦੇ ਨਾਲ ਦੀ ਖੁੰਡੀ ਰੱਖਣੀ, ਉਹਦੇ ਨਾਲ ਦਾ ਕੁੱਤਾ ਰੱਖਣਾ। ਇਹ ਹੁਣ ਕਿਉਂ ਤਾਲੇ ਲੱਗ ਗਏ? ਜੇ ਮੈਂ ਲੜਕੀਆਂ ਦਾ ਮੈਚ ਦੇਖਣ ਚਲ ਗਿਆ ਤੇ ਕਸਵੱਟੀ ਹੋਰ ਸੀ, ਫਿਰ ਤੁਸੀਂ ਲੜਕੀਆਂ ਦਾ ਮੈਚ ਦੇਖਣ ਚਲੇ ਗਏ, ਉਹਨੂੰ ਮੁੱਦਾ ਬਣਾ ਲਿਆ। ਅੱਜ ਇਹ ਸਾਧ ਜਿਹੜਾ ਆ ਇਹ ਮਿਸ ਯੂਨੀਵਰਸਲ ਨੂੰ ਦੇਖਦਾ ਬੈਠ ਕੇ ਉਹਨੂੰ ਵਧਾਈਆਂ ਦਿੰਦਾ। ਅੱਜ ਕਿਉਂ ਤਾਲੇ ਲੱਗ ਗਏ ਇਹਨਾਂ ਦੀਆਂ ਜਵਾਨਾਂ ਨੂੰ? ਇਹਨਾਂ ਦੇ ਕੋਲ ਗੁਰਬਾਣੀ ਕਸਵੱਟੀ ਨਹੀਂ ਹੋ ਇਹਨਾਂ ਦੇ ਕੋਲ, ਇਸ ਕਰਕੇ ਇਹ ਸਾਰੇ ਚੁੱਪ ਹੋ ਜਾਂਦੇ ਆ। ਫਿਰ ਜੀ ਇਹ ਹੈਗਾ ਇਹਨਾਂ ਦਾ। ਬਿਲਕੁਲ ਵਾਕਈ। ਤੇ ਜੇ ਅੱਜ ਆਪਾਂ ਗੱਲ ਕਰਦੇ ਹਾਂ ਮੌਜੂਦਾ ਸਮੇਂ ਦੇ ਵਿੱਚ ਚੱਲੇ ਖਾੜਕੂ ਸੰਘਰਸ਼ ਬਾਰੇ, ਤਾਂ ਇੱਕ ਐਸੀ ਟਿੱਪਣੀ ਇਹ ਨੇਕੀ ਵੱਲੋਂ ਵੀ ਕੀਤੀ ਗਈ ਸੀ ਕਿ KPS ਗਿੱਲ ਜਿਹੜਾ ਹੈ ਉਹਨੇ ਬਹੁਤ ਵਧੀਆ ਕੰਮ ਕੀਤਾ, ਜਿਹੜਾ ਇਹ ਕਤਲੇਆਮ ਕੀਤਾ ਪੰਜਾਬ ਦੇ ਵਿੱਚ। ਜਿਹੜੇ ਆਮ ਜਿਹੜੇ ਚੁੱਕ ਕੇ ਪਰਿਵਾਰਾਂ ਦੇ ਵਿੱਚੋਂ ਇਹ ਸ਼ਾਇਦ ਇਹ ਭੁੱਲ ਜਾਂਦੇ ਆ, ਪਤਾ ਨਹੀਂ ਇਹਨਾਂ ਦਾ ਪਰਿਵਾਰ ਵੀ ਉੱਥੇ ਸੀ ਜਾਂ ਨਹੀਂ ਸੀ, ਕਿ ਛੋਟੇ ਬੱਚੇ ਜਿਹੜੇ ਹੈ ਉਹਨਾਂ ਵੱਲੋਂ ਉਸ ਵੇਲੇ ਸ਼ਹੀਦ ਕਰ ਦਿੱਤੇ ਗਏ। ਕਿਵੇਂ ਬੇਪੱਤੀ ਕੀਤੀ ਗਈ ਪੰਜਾਬ ਦੇ ਵਿੱਚ, ਇੱਕ ਵਹਿਸ਼ੀਆਨਾ ਜਿਹੜਾ ਉਹ ਮਾਹੌਲ ਸੀ। ਸੋ ਇਸ ਤਰ੍ਹਾਂ ਦੀ ਚੀਜ਼ ਨੂੰ ਇਹ ਪ੍ਰਮੋਟ ਕਰਦੇ ਨੇ ਵੀ ਉਹ ਹੋਇਆ ਬਹੁਤ ਵਧੀਆ ਹੋਇਆ ਸੀਗਾ ਤੇ ਇਸ ਤਰ੍ਹਾਂ ਦੁਬਾਰਾ ਵੀ ਹੋਣਾ ਚਾਹੀਦਾ। ਮਤਲਬ ਕਿ ਆਪਾਂ ਆਮ ਦੇਖਦੇ ਹਾਂ ਵੀ ਆ ਪਿੱਛੇ ਜੇ ਜਦੋਂ ਨਰਿੰਦਰ ਮੋਦੀ ਨੂੰ ਵਾਪਸ ਮੋੜ ਦਿੱਤਾ ਗਿਆ ਤਾਂ ਉਸ ਵੇਲੇ ਸੋਸ਼ਲ ਮੀਡੀਆ ਤੇ ਟਿੱਪਣੀਆਂ ਆਈਆਂ ਸੀ ਕਿ 84 ਦੁਬਾਰਾ ਦੁਹਰਾ ਦਿਆਂਗੇ। ਸੋ ਜਦੋਂ ਐਸੇ ਲੋਕ ਐਸੀਆਂ ਟਿੱਪਣੀਆਂ ਕਰਨਗੇ ਜਿਹੜੇ ਵਿੱਚ ਨੇ, ਫਿਰ ਤਾਂ ਅਗਲਿਆਂ ਨੂੰ ਬੜਾਵਾ ਮਿਲਦਾ ਹੈ। ਮਤਲਬ ਕਿ ਉਹ ਤਾਂ ਫਿਰ ਤਿਆਰ ਨੇ, ਕਿਉਂਕਿ ਤੁਹਾਡੇ ਵਿੱਚ ਹੀ ਇਹੋ ਜਿਹੇ ਬੰਦੇ ਪਹਿਲਾਂ ਬੈਠੇ ਹੋਏ ਆ। ਔਰ ਕਿਸਾਨਾਂ ਦੇ ਬਾਰੇ ਵੀ ਇਹਨੇ ਬਹੁਤ ਟਿੱਪਣੀਆਂ ਕੀਤੀਆਂ ਪਈ ਇਹ ਫੁਕਰੇ ਆ, ਜੇ ਆਏ ਉੱਥੇ ਚਲੇ ਗਏ। ਕਦੀ ਕਿਸੇ ਨੇ ਦਿੱਲੀ ਨਹੀਂ, ਜੇ ਬੜੀਆਂ ਇਹਦੀਆਂ ਸਟੇਟਮੈਂਟਾਂ ਜਿਹੜੇ ਧਾਰਮਿਕ ਸ਼ਖਸੀਅਤਾਂ ਹੋਈਆਂ ਆ ਉਹਨਾਂ ਦੇ ਖਿਲਾਫ ਦਿੰਦਾ ਰਿਹਾ। ਭਾਈ ਨੰਦ ਲਾਲ ਸਿੰਘ ਜੀ ਦੇ ਬਾਰੇ, ਬੀਬੀ ਮਾਤਾ ਸੁੰਦਰ ਕੌਰ ਬਾਰੇ, ਇਹ ਇੰਨਾ ਕੁਝ ਬੋਲਦਾ। ਢੱਡਰੀਆਂ ਵਾਲੇ ਦੀ ਜ਼ੁਬਾਨ ਟੁੱਟ ਜਾਵੇ ਵੀ ਜੇ ਹੁਣ ਨਜ਼ਰੀਆ ਪੇਸ਼ ਕਰੇ ਵੀ ਭਾਈ ਇਹ ਗੱਲ ਠੀਕ ਨਹੀਂ। ਹੁਣ ਐਦੂ ਕੋਈ ਘਟੀਆ ਸਟੇਟਮੈਂਟ ਨਹੀਂ ਹੋ ਸਕਦੀ ਜੋ ਨਿਊਜ਼ੀਲੈਂਡ ਵਾਲੇ ਨੇਕੀ ਨੇ ਦਿੱਤੀ ਵੀ ਜੇ ਗੁਰੂ ਨਾਨਕ ਦੇ ਘਰ ਕੁੜੀ ਜੰਮ ਪੈਂਦੀ ਤੇ ਉਹ ਸ੍ਰੀ ਚੰਦ ਵਾਂਗੂ ਉਹ ਵੀ ਨੰਗੀ ਰਹਿੰਦੀ ਤੇ ਲੋਕਾਂ ਨਾਲ ਸਰੀਰਕ ਸੰਬੰਧ ਬਣਾਉਂਦੀ ਤੇ ਫਿਰ ਗੁਰੂ ਨਾਨਕ ਦੇ ਪ੍ਰਚਾਰ ਨੂੰ ਕੀ ਕੋਈ ਫਰਕ ਪੈਂਦਾ? ਇਹ ਮੇਰਾ ਖਿਆਲ ਵੀ ਇਦੂ ਘਟੀਆ ਦੁਨੀਆ ਦੇ ਵਿੱਚ ਕਿਸੇ ਦੀ ਹੋਰ ਨਜ਼ਰ ਨਹੀਂ, ਉਹ ਨਜ਼ਰੀਆ ਨਹੀਂ, ਇੰਨਾ ਘਟੀਆ ਨਜ਼ਰੀਆ ਇਹਦਾ ਆ। ਢੱਡਰੀਆਂ ਵਾਲੇ ਨੇ ਆਪਣੇ ਮੂੰਹ ਜਵਾਨੇ ਹੀ ਨੂੰ ਤਾਲਾ ਹੀ ਲਾ ਲਿਆ ਵੀ ਉਹਦੇ ਤੇ ਆਪਣਾ ਰਿਐਕਸ਼ਨ ਦੇਵੇ, ਉਹਦਾ ਆਪਣਾ ਸਪਸ਼ਟੀਕਰਨ ਦੇਵੇ ਵੀ ਦੇਖ ਇਹ ਗੱਲ ਨਹੀਂ ਕਦੀ ਹੋ ਸਕਦੀ, ਤੂੰ ਨੈਗੇਟਿਵ ਕਿਉਂ ਸੋਚਦਾ ਆ। ਗੁਰੂ ਅੰਗਦ ਪਾਤਸ਼ਾਹ ਜੀ ਦੀਆਂ ਦੋ ਪੁੱਤਰੀਆਂ ਸੀ, ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ। ਬੀਬੀ ਅਮਰੋ ਜੀ ਦੀ ਪ੍ਰੇਰਨਾ ਦੇ ਨਾਲ ਬਾਬਾ ਅਮਰਦਾਸ ਜੀ ਗੁਰੂ ਅੰਗਦ ਪਾਤਸ਼ਾਹ ਜੀ ਦੀ ਸ਼ਰਨ ਆਇਆ ਜੀ। ਉਹ ਕਿੰਨੀ ਮਹਾਨ ਆ ਜਿਸਨੇ ਉਹਨੂੰ ਗੁਰੂ ਪਦਵੀ ਤੱਕ ਪਹੁੰਚਾਤਾ ਆਪਣੇ ਸਹੁਰੇ ਨੂੰ। ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਦੋ ਪੁੱਤਰੀਆਂ ਆ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ। ਬੀਬੀ ਭਾਨੀ ਜੀ ਕਿੰਨੇ ਮਹਾਨ ਆ, ਮਾਤਾ ਉਹ ਗੁਰੂ ਮਾਤਾ ਵੀ ਆ, ਗੁਰੂ ਪਤਨੀ ਵੀ ਆ, ਗੁਰੂ
ਪੁੱਤਰੀ ਵੀ ਆ ਉਹ ਬੀਬੀ ਕਿੰਨੀ ਮਹਾਨ ਆ। ਫਿਰ ਗੁਰੂ ਛੇਵੇਂ ਪਾਤਸ਼ਾਹ ਦੀ ਪੁੱਤਰੀ ਬੀਬੀ ਬੀਰੋ ਜੀ ਦੀ ਆ, ਉਹਨਾਂ ਦੇ 2 ਪੁੱਤਰ ਜਿਹੜੇ ਆ ਉਹ ਭੰਗਾਣੀ ਦੇ ਯੁੱਧ ਵਿੱਚ ਜੀਤਮਲ ਤੇ ਸੰਗੋ ਸ਼ਾਹ ਜੀ ਸ਼ਹੀਦ ਹੁੰਦੇ ਆ। ਉਸ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਦੀ ਪੁੱਤਰੀ ਆ ਬੀਬੀ ਅਨੂਪ ਕੌਰ ਜੀ, ਜਿਨ੍ਹਾਂ ਨੇ ਇਤਿਹਾਸ ਲਿਖਣਾ ਸ਼ੁਰੂ ਕੀਤਾ। ਇਹ ਗੁਰੂ ਸਾਹਿਬ ਦੀਆਂ ਪੁੱਤਰੀਆਂ ਸੀ ਜਿਹੜੀਆਂ ਇੰਨੀਆਂ ਮਹਾਨ, ਢੱਡਰੀਆਂ ਵਾਲੇ ਦਾ ਮੂੰਹ ਟੁੱਟ ਜਾਵੇ। ਜਿਹੜਾ ਇਹ ਕਹਿਣਾ ਚਾਹੀਦਾ ਸੀ ਉਹਨੂੰ ਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਪੁੱਤਰੀ ਜੰਮਦੀ, ਸ਼ਾਇਦ ਉਹ ਅਗਲੇ ਗੁਰੂ ਦੀ ਵਾਰਸ ਉਹ ਬਣਦੀ। ਜਿੱਦਾਂ ਦੂਏ ਗੁਰੂ ਪਾਤਸ਼ਾਹ ਦੀਆਂ ਪੁੱਤਰੀਆਂ ਮਹਾਨ ਹੁੰਦੀ ਨਿਕਲੀਆਂ, ਏਦਾਂ ਗੁਰੂ ਨਾਨਕ ਪਾਤਸ਼ਾਹ ਦੀ ਪੁੱਤਰੀ ਵੀ ਮਹਾਨ ਹੋ ਸਕਦੀ। ਪਰ ਢੱਡਰੀਆਂ ਵਾਲੇ ਨੇ ਤਾਂ ਮੂੰਹ ਸੀਤਾ। ਉਹ ਕਹਿੰਦਾ ਮੇਰੀ ਵਡਿਆਈ ਹੁੰਦੀ ਆ ਉਸ ਰੇਡੀਓ ਤੇ, ਮੈਂ ਕਿਉਂ ਕਿਸੇ ਦੇ ਖਿਲਾਫ ਬੋਲਣਾ। ਉਹ ਕਹਿੰਦਾ ਨੇਕੀ ਤਾਂ ਬੜਾ ਚੰਗਾ ਆ, ਮੈਂ ਉਹ ਸੁਣਦਾ ਆ। ਉਹ ਤਰਕ ਨਾਲ ਗੱਲ, ਕਿਹੜੀ ਤਰਕ ਉਹਦੇ ਕੋਲ ਮੈਨੂੰ ਦੱਸੇ ਇਹ। ਤੇ ਜਦੋਂ ਆਪਣੇ ਹਮਲਾ ਹੁੰਦਾ, ਜਦੋਂ ਕੁੱਟ ਪੈਂਦੀ ਆ, ਉਹਦੇ ਉੱਤੇ ਕੋਈ ਵੀ ਇਹਨਾਂ ਦਾ ਬਿਆਨ ਉਸ ਵੇਲੇ ਨਹੀਂ ਸੀ ਆਇਆ? ਜੇ ਉਦਾਂ ਕਹਿੰਦੇ ਵੀ ਆਪਾਂ ਨਹੀਂ, ਲਖਵੀਰ ਦਾ ਆਇਆ ਬਿਆਨ। ਅੱਛਾ ਜੀ। ਵੀ ਤੁਸੀਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੇ ਚਮਕੌਰ ਸਾਹਿਬ ਦੇ ਵਿੱਚ ਜਦੋਂ ਉਹ ਲੜੇ ਆ, ਉਹਨਾਂ ਦੇ ਜ਼ਖਮ ਤੁਸੀਂ ਕਹਿੰਦੇ ਆ ਅਸੀਂ ਤਾਂ ਹਰਮੇਕ ਤੇ ਹਮਲਾ ਹੋਇਆ ਆ, ਅਸੀਂ ਤਾਂ ਉਹ ਜ਼ਖਮ ਗਿਣਾਂਗੇ। ਲਖਵੀਰ ਨੂੰ ਸਾਰਾ ਕੁਝ ਪਤਾ ਪੜਿਆ, ਪਰ ਇਹ ਬੁੱਧੂ ਨੂੰ ਇਹ ਨਹੀਂ ਪਤਾ ਕਿ ਕਾਰਨ ਕੀ ਆ ਜ਼ਖਮਾਂ ਦੇ। ਉਹਦਾ ਜਸ ਪੱਤਰ ਆਏ, ਲੱਖ ਪੱਤਰ ਆਏ ਤੇ ਵੀ ਜ਼ਖਮ ਹੋਏ ਸੀਗੇ ਕਿ ਤੂੰ ਉਹ ਗਿਣ ਤੁਰਕੂਗਾ ਤੂੰ ਜ਼ਖਮ। ਠੀਕ ਹੈ ਜੀ। ਪਰ ਇਹ ਕਹਿੰਦਾ ਮੈਂ ਉਹ ਜ਼ਖਮ, ਇਹਨਾਂ ਦੀ ਆ ਸਟੇਟਮੈਂਟ ਆ। ਇਹਨਾਂ ਦੇ ਜਦੋਂ ਤਾਂ ਆਪਣੇ ਪ੍ਰਤੀ ਹੁੰਦਾ ਨਜ਼ਰੀਆ ਬਦਲ ਜਾਂਦਾ, ਦੂਏ ਪ੍ਰਤੀ ਤਾਂ ਨਜ਼ਰੀਆ ਬਦਲ ਜਾਂਦਾ ਇਹਨਾਂ ਦਾ। ਜਾਂ ਤਾਂ ਇੱਕ ਕਸਵੱਟੀਏ ਰੱਖਣ ਤਾਂ ਇਹਨਾਂ ਨੂੰ ਇਮਾਨਦਾਰ ਮੰਨ ਲਈਏ। ਕੋਈ ਇਮਾਨਦਾਰੀ ਤਾਂ ਹੈ ਨਹੀਂ ਇਹਨਾਂ ਦੇ ਕੋਲ। ਬਿਲਕੁਲ ਬਿਲਕੁਲ। ਸਰਦਾਰ ਪ੍ਰਭਦੀਪ ਸਿੰਘ ਜੀ, ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ। ਸਵਾਲ ਜਿਹੜਾ ਮੇਰਾ ਹੈਗਾ ਤੁਹਾਨੂੰ, ਤਕਰੀਬਨ ਆਪਾਂ ਹੁਣ ਰੈਪ ਅਪ ਕਰ ਦਿਆਂਗੇ। ਸੋ ਪਰਮੇਸ਼ਰ ਦੁਆਰ ਜਿਹੜਾ ਨਾਮ ਰੱਖਿਆ ਗਿਆ ਸੀ, ਸ਼ੁਰੂ ਦੇ ਵਿੱਚ ਇਹਨਾਂ ਵੱਲੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਗਈਆਂ ਸੀ। ਸੋ ਅੱਜ ਦੇ ਸੰਦਰਭ 'ਚ ਜੇ ਦੇਖਣਾ ਹੋਵੇ ਤਾਂ ਕੀ ਮੰਨਦੇ ਹੋ? ਡੇਰਾ ਇੱਕ ਸੰਸਥਾ ਹੈਗੀ ਹੈ, ਗੁਰਦੁਆਰਾ ਹੈ, ਕੀ ਮੰਨਦੇ ਹੋ? ਕਿਉਂਕਿ ਉਹਨਾਂ ਸਟੇਜਾਂ ਤੋਂ ਫਿਰ ਮਿਸ ਯੂਨੀਵਰਸ ਤਿਆਰ ਕਰਨ ਦੀਆਂ ਗੱਲਾਂ ਵੀ ਹੋ ਰਹੀਆਂ, ਹੋ ਸਕਦਾ ਮੁਕਾਬਲੇ ਕਰਵਾਏ ਵੀ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤੇ ਜਿਸ ਤੱਕ ਗੱਲ ਹੈ ਪਰਮੇਸ਼ਰ ਦੁਆਰ ਦੀ, ਹੁਣ ਤੁਹਾਡਾ ਸਵਾਲ ਵਾਜਬ ਹੈ। ਹੁਣ ਇੱਕ ਗੱਲ ਇਹਨਾਂ ਨੂੰ ਬਦਲ ਲੈਣੀ ਚਾਹੀਦੀ ਹੈ ਵੀ ਜਦੋਂ ਪਰਮੇਸ਼ਰ ਰੱਦ ਹੋ ਗਿਆ, ਕਮ ਸੇ ਕਮ ਇਹਦਾ ਨਾਮ ਤੇ ਬਦਲ ਜੀ। ਜਦੋਂ ਪਰਮੇਸ਼ਰ ਹੈ ਹੀ ਨਹੀਂ ਤੇ ਪਰਮੇਸ਼ਰ ਦੁਆਰ ਕਿੱਥੋਂ ਆ ਗਿਆ? ਜੇ ਪਰਮੇਸ਼ਰ ਹੈ ਤਾਂ ਫਿਰ ਵੀ ਖਤਰਨਾਕ ਹੈ ਨਾਮ, ਕਿਉਂਕਿ ਕਿਸੇ ਵੀ ਪਰਮੇਸ਼ਰ ਦਾ ਕੋਈ ਕਿਸੇ ਨਿਸ਼ਚਿਤ ਜਗ੍ਹਾ ਤੇ ਦੁਆਰ ਨਹੀਂ ਹੈ। ਜੀ ਜੀ। ਇਹ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਹੀ ਉਹਦਾ ਦੁਆਰ ਹੈ। ਕਰਤੇ ਕੁਦਰਤੀ ਮੁਸ਼ਤਾਕ ਜੀ, ਇਹ ਸਾਰੀ ਕਾਦਰ ਦੀ ਜਿਹੜੀ ਕਰਤੇ ਦੀ ਜਿਹੜੀ ਕੁਦਰਤ ਹੈ, ਉਹ ਹੀ ਉਹਦਾ ਦੁਆਰ ਹੈ ਜੀ। ਜੇ ਤੇ ਪਰਮੇਸ਼ਰ ਜਿਹੜੇ ਪਰਮੇਸ਼ਰ ਦੀ ਹੋਂਦ ਚ ਵਿਸ਼ਵਾਸ ਰੱਖਦੇ ਨੇ, ਉਹਨਾਂ ਵਾਸਤੇ ਵੀ ਗਲਤ ਹੈ, ਇਹ ਨਾਮ ਗਲਤ ਹੈ ਜੀ। ਤੇ ਜਿਨ੍ਹਾਂ ਨੂੰ ਪਰਮੇਸ਼ਰ ਚ ਹੈ ਹੀ ਨਹੀਂ ਵਿਸ਼ਵਾਸ, ਤੇ ਉਹਨਾਂ ਵਾਸਤੇ ਪਰਮੇਸ਼ਰ ਦੁਆਰ ਕਿੱਥੋਂ ਆ ਗਿਆ? ਬਿਲਕੁਲ ਬਿਲਕੁਲ। ਮੈਂ ਪਿੱਛੇ ਜਿਹੇ ਇੱਕ ਪੋਸਟ ਵੀ ਲਿਖ ਕੇ ਪਾਈ ਵੀ ਪਰਮੇਸ਼ਰ ਨਹੀਂ ਹੈ ਪਰ ਪਰਮੇਸ਼ਰ ਦੁਆਰ ਹੈ। ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਪਰ ਧਾਰਮਿਕ ਕਰਮ ਅਸੀਂ ਕਰਨੇ ਆ ਸਾਰੇ। ਅਸੀਂ ਅੰਮ੍ਰਿਤ ਵੀ ਛਕਾਉਣਾ ਹੈ, ਅਸੀਂ ਪਾਠ ਵੀ ਰਖਾਉਣੇ ਆ ਜੀ, ਅਸੀਂ ਅਰਦਾਸਾਂ ਵੀ ਕਰਨੀਆਂ ਨੇ, ਪਰ ਧਰਮ ਨਹੀਂ ਚਲਾਇਆ ਨਾਨਕ ਨੇ ਕੋਈ। ਇਹ ਦੱਸੋ, ਇਹ ਤੋਂ ਦੋਗਲੀਆਂ ਸਟੇਟਮੈਂਟਸ ਕੌਣ ਦੇ ਸਕਦਾ ਜੀ ਜੀ। ਇਹ ਅਸਲ ਦੇ ਵਿੱਚ ਡੇਰਾ ਹੁਣ ਮੈਂ ਕਹਾਂਗਾ ਵੀ ਗੱਲ ਛੋਟੀ ਹੋ ਜਾਂਦੀ ਹੈ। ਇਹਨੂੰ ਇਸ ਲੈਵਲ ਦਾ ਡੇਰਾ ਕਹੀਏ ਵੀ ਜਿਵੇਂ ਸਿਰਸੇ ਵਾਲੇ ਦਾ ਸੀ, ਜਿਹਦੇ ਅੰਦਰ ਹਰ ਤਰ੍ਹਾਂ ਦੀ ਅਯਾਸ਼ੀ ਵਾਲੀ ਉਹਦੀ ਮਨੋਕਾਮਨਾ ਸੀ, ਪੂਰੀ ਹੁੰਦੀ ਸੀ। ਉਹੋ ਹੀ ਅਯਾਸ਼ੀ ਦੇ ਰਾਹ ਤੇ ਪਿਆ, ਤਰ੍ਹਾਂ ਤਰ੍ਹਾਂ ਦੇ ਹੱਥ 'ਚ ਖੂੰਡੀਆਂ, ਤਰ੍ਹਾਂ ਤਰ੍ਹਾਂ ਦੇ ਪਖੰਡ ਕਰਕੇ ਫੋਟੋਆਂ ਲਵਾਉਣੀਆਂ, ਇਹੋ ਕੰਮ ਉਹ ਕਰਦਾ ਹੁੰਦਾ ਹੈ। ਬਿਲਕੁਲ ਬਿਲਕੁਲ। ਉਹ ਫਿਲਮਾਂ 'ਚ ਆ ਗਿਆ ਸੀ ਤੇ ਐਸੀਆਂ ਹੀ ਪੋਜ ਦੇ ਕੇ, ਭਾਵੇਂ ਉਹ ਧਾਰਮਿਕ ਲੈਕਚਰ ਨੇ, ਪਰ ਪੋਜ ਇਸ ਤਰੀਕੇ ਨਾਲ, ਐਸੀ ਪਿੱਛੋਂ ਬਣਾਵਟ, ਲੋਕੇਸ਼ਨ ਸਾਰੀ ਉਹ ਜਿਹੜੀ ਇੱਕ ਫਿਲਮ ਇੰਡਸਟਰੀ ਚੂਜ਼ ਕਰਦੀ ਹੈ। ਸੋ ਐਸਾ ਫਿਲਮੀ ਮਾਹੌਲ ਤਿਆਰ ਕਰੀ ਜਾਂਦਾ ਹੈ ਜੀ। ਸੋ ਜਿੰਨਾ ਇਹਦਾ ਦਾਰੋਮਦਾਰ ਹੈ ਸਾਰਾ ਹੀ ਜੀ ਜੀ, ਉਹ ਸਾਰਾ ਸਿਰਸੇ ਵਾਲੇ ਨਾਲ ਮਿਲਦਾ ਹੈ। ਤੁਹਾਡੀ ਗੱਲ ਬਿਲਕੁਲ ਠੀਕ ਸੀ ਜਿਹੜੀ ਤੁਸੀਂ ਸਵਾਲ ਪੁੱਛਣ ਲੱਗਿਆ ਕੀਤੀ ਹੈ ਪਹਿਲਾਂ, ਵੀ ਜਿਵੇਂ ਸਿਰਸੇ ਵਾਲੇ ਨੇ ਕੁਝ ਬੱਚੀਆਂ ਜਿਹੜੀਆਂ ਮਿਸਗਾਈਡਡ ਹੋ ਜਾਂਦੀਆਂ ਨੇ, ਉਹ ਫੁੱਲ ਵਰਸਾਉਣ ਵਾਸਤੇ ਰੱਖ ਲਈਆਂ ਜੀ।
ਇਹ ਬਸ ਹੁਣ ਉੱਥੋਂ ਤੱਕ ਗੱਡੀ ਪਹੁੰਚਣ ਵਾਲੀ ਹੈ। ਇਹ ਗਿਆਨੀ ਰਣਜੋਤ ਸਿੰਘ ਵੀ ਜਾਣਦੇ ਨੇ। ਪਿਛਲੇ ਲੰਮੇ ਸਮੇਂ ਤੋਂ ਹੀ ਕਹਿਣ ਡਿਆ ਵੀ ਇਹ ਗੌਡਮੈਨ ਹੈ, ਇਹਨੇ ਭਾਈ ਗੁਰੂ ਬਣਨਾ ਹੈ, ਗੁਰੂ ਡੰਮ ਦੇ ਰਾਹ ਤੇ ਪਿਆ ਏ, ਇਹਨੇ ਗੁਰੂ ਬਣਨਾ ਏ, ਇਹਨੇ ਪ੍ਰਗਟ ਕਰਨਾ। ਤੇ ਉਹ ਪੰਥ ਇਹਨਾਂ ਚਲਾ ਲਿਆ ਅਪਗ੍ਰੇਡ, ਗ੍ਰੰਥ ਇਹਨਾਂ ਨੇ ਰੱਦ ਕਰ ਦਿੱਤਾ। ਇਹਦਾ ਮਤਲਬ ਇਹਨਾਂ ਨੇ ਆਪਣਾ ਗ੍ਰੰਥ ਕਿਸੇ ਨੂੰ ਨਹੀਂ ਮੰਨਦੇ। ਕਦੀ ਇਹ ਕਪੂਰ ਬਾਣੀ ਚੁੱਕ ਲਿਆਉਂਦੇ ਨੇ। ਕਪੂਰ ਬਾਣੀ ਨਹੀਂ, ਵੈਸੇ ਕਪੂਰ ਦੀਆਂ ਰਚਨਾਵਾਂ ਨੇ, ਪਰ ਇਹਨਾਂ ਵਾਸਤੇ ਬਾਣੀ ਆ ਜੀ। ਕਦੀ ਇਹ ਕਪੂਰ ਬਾਣੀ ਚੁੱਕ ਲਿਆਉਂਦੇ ਨੇ, ਜਾਂ ਫਿਰ ਤੁਰੇ ਫਿਰਦੇ ਗ੍ਰੰਥ ਆ ਇਹਨਾਂ ਦੇ। WhatsApp ਤੇ ਕੋਈ ਗ੍ਰੰਥ ਲੱਭ ਜਾਂਦਾ ਇਹਨਾਂ ਨੂੰ, ਉੱਥੇ ਕੋਈ ਪੋਸਟ ਆ ਗਈ, ਉਹ ਵੀ ਗ੍ਰੰਥ ਦੇ ਬਰਾਬਰ ਹੀ ਲੈ ਲੈਂਦੇ ਨੇ। ਪਿੱਛੇ ਜੇ ਇਹਨਾਂ ਨੇ ਕਿਸੇ ਬਾਜ ਦੇ ਖੰਭ ਤੋੜ ਛੱਡੇ ਸੀ, ਅੱਛਾ, ਅਸੀਂ ਫਿਰ ਵਾਪਸ ਲਿਆ ਕੇ ਖੰਭ ਵਾਪਸ ਲਾਏ ਵੀ ਭਾਈ ਕੋਈ ਬਾਜ ਏਡਾ ਬੇਵਕੂਫ ਨਹੀਂ ਹੈ ਵੀ ਉਹ ਆਪਣੇ ਖੰਭ ਆਪਣੀ ਚੁੰਝ ਨਾਲ ਕੱਢ ਕੇ ਤੋੜਦਾ ਤੇ ਨਵੇਂ ਆਉਂਦੇ ਨੇ ਜੀ। ਈਵਨ ਸਾਡੇ ਇੱਕ ਆਪਣਾ ਵਿਦਵਾਨ ਬਜ਼ੁਰਗ ਭਾਈ ਇੰਦਰ ਸਿੰਘ ਘੱਗਾ, ਉਹਨਾਂ ਖੰਭਾਂ ਦੀ ਆਣ ਕੇ ਇੰਦਰ ਸਿੰਘ ਘੱਗਾ ਹੋਣਾ ਨੇ ਵੀ ਆਣ ਕੇ ਜਿਹੜਾ ਢੱਡਰੀ ਵਾਲੇ ਦੀ ਸਪੋਰਟ ਕੀਤੀ। ਅੱਛਾ ਜੀ। ਮੈਂ ਜਿਹੜਾ ਕਿਹਾ ਵੀ ਘੱਗਾ ਜੀ ਖੰਭ ਨਹੀਂ ਜੇ ਆਉਣੇ ਵਾਪਸ, ਹੁਣ ਖੰਭ ਪੁੱਟੇ ਗਏ। ਸੋ ਕਦੀ ਇਹ ਖੰਭ ਪੁੱਟ ਬੈਂਦੇ ਨੇ। ਸੋ ਏਦਾਂ ਦੀਆਂ ਇਹਨਾਂ ਦੀਆਂ ਸਟੇਟਮੈਂਟਾਂ ਫਿਰ ਇਹਨਾਂ ਨੂੰ ਵਾਪਸ ਲੈਣੀਆਂ ਪੈਂਦੀਆਂ ਨੇ। ਪਿੱਛੇ ਜਿਹਾ ਇੱਕ ਤਾਨਸੇਨ ਦਾ ਮਸਲਾ ਸ਼ੋਅ ਬੈਠੇ ਸਨ ਤੇ ਬੀਰਬਲ ਨੂੰ ਗਾਉਣ ਲਾਤਾ ਇਹਨਾਂ ਨੇ। ਬੀਰਬਲ ਨੂੰ ਗਾਤਾ ਇਹਨਾਂ ਨੇ। ਤੇ ਮਤਲਬ ਇਹਨਾਂ ਦਾ ਆਪਣਾ ਗ੍ਰੰਥ, ਆਪਣਾ ਗਿਆਨ ਜੀ, ਗ੍ਰੰਥ ਰੱਦ ਕਰ ਦਿੱਤਾ, ਪੰਥ ਸ਼ੁਰੂ ਕਰ ਲਿਆ ਜਿਹੜਾ ਅਪਗ੍ਰੇਡ ਨਾਮ ਦੇ ਕੇ, ਤੇ ਗੁਰੂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ। ਇਹਨਾਂ ਦੇ ਜਿੰਨੇ ਚੇਲੇ ਬਲ ਕੇ ਉਹ ਇੱਥੋਂ ਸ਼ੁਰੂ ਕਰਦੇ ਨੇ ਗੱਲ, ਆ ਗਿਆ ਲੈਣਾ, ਸਾਡਾ ਲੈਣਾ। ਅਜੇ ਇਹ ਨਹੀਂ ਪਤਾ ਵੀ ਉਹ ਲੈਣਾ ਕੌਣ ਸੀ ਜੀ ਜੀ, ਉਹਦੀ ਕਰਾਮਾਤ ਕੀ ਸੀ। ਕਰਾਮਾਤ ਭਾਵ ਉਹਦਾ ਕਰਮ, ਜਿਹੜੇ ਇਹਦੇ ਕਰਾਮਾਤ ਦੇ ਰੂਪ ਚ ਪ੍ਰਗਟ ਹੋਏ। ਉਹ ਲੈਣਾ ਕੌਣ ਸੀ ਉਹਦੇ ਬਾਰੇ ਨਹੀਂ ਇਹਨਾਂ ਨੂੰ ਪਤਾ। ਪਰ ਇਹ ਕਿਉਂਕਿ ਜਿਹੜੇ ਲੋਕ, ਮੈਂ ਅੱਗੇ ਵੀ ਕਿਹਾ ਕਈ ਨਾ, ਮੈਂ ਹਮੇਸ਼ਾ ਬਾਰ-ਬਾਰ ਇਹ ਗੱਲ ਕਹਿਣਾ ਚਾਹੁੰਦਾ ਵੀ ਭੇਡ ਜਿਹੜੀ ਵਿਰਤੀ ਹੁੰਦੀ ਨਾ, ਉਹਦਾ ਮੈਥੇਮੈਟਿਕ ਸਿੱਧਾ ਹੁੰਦਾ। ਉਹਦੇ ਵਾਸਤੇ ਜਿਵੇਂ ਭੁੱਖੇ ਲਈ 2 ਤੇ 2 4 ਰੋਟੀਆਂ, ਉਹਦੇ ਲਈ 4 ਭੇਡਾਂ ਨੇ। ਜਿਹੜਾ ਪਰਮੇਸ਼ਰ ਦਵਾਰ ਹੈ ਜਿਹੜਾ ਵਾ, ਇਹਨੂੰ ਹੁਣ ਤਰਸ ਕਰਨਾ ਚਾਹੀਦਾ ਆਪਣੀ ਸੋਚ ਤੇ ਮਾਨਸਿਕਤਾ ਤੇ ਵੀ ਭਾਈ ਮੈਂ ਪਰਮੇਸ਼ਰ ਦਵਾਰ ਕਹੀ ਆ ਨਾ, ਪਰਮੇਸ਼ਰ ਤੇ ਰੱਦ ਮੈਂ ਕਰ ਬੈਠਾ ਕੋਲੋਂ ਹੀ। ਕਮ ਸੇ ਕਮ ਜੇ ਤੇ ਇਮਾਨਦਾਰ ਹੋਵੇ, ਫਿਰ ਇਹ ਸਭ ਕੁਝ ਛੱਡ ਕੇ ਘਰੋਂ ਭੱਜ ਗਏ ਤੇ ਕੁਦਰਤ ਵਾਲੇ ਦਵਾਰ 'ਚ ਚਲੇ ਜਾਏ, ਕਿਸੇ ਜੰਗਲ ਦੇ ਵਿੱਚ ਜਾ ਕੇ ਉੱਥੇ ਬਹਿ ਜੇ। ਕਿਉਂਕਿ ਉਹ ਤੋਂ ਵਧੀਆ ਜੰਗਲ ਦਾ ਆਨੰਦ, ਪਹਾੜਾਂ ਦੇ ਆਨੰਦ, ਪਾਣੀ ਵਹਿੰਦੇ ਹੋਣ ਉਹਨਾਂ ਦੇ ਆਨੰਦ ਕਿਤੇ ਲੱਭਦੇ ਨੇ। ਉਹ ਚਾਰ ਦੀਵਾਰੀ 'ਚ ਬੰਦ ਹੋ ਕੇ ਪਰਮੇਸ਼ਰ ਲੱਭੀ ਜਾਣਾ, ਤੈਨੂੰ ਤਾਂ ਕੁਦਰਤ ਰੂਪੀ ਵੱਡਾ ਰੱਬ ਲੱਭ ਗਿਆ। ਬਿਲਕੁਲ ਬਿਲਕੁਲ। ਤੂੰ ਕਿਸੇ ਪਾਣੀ 'ਚ ਕਿਤੇ ਕਿਸੇ ਖਾਲ 'ਚ ਬਹਿ ਜਾ ਕੇ ਤੇ ਕੋਈ ਐਸੇ ਕਾਰਜ ਕਰ। ਇਸ ਕਰਕੇ ਇਹਨੂੰ ਪਹਿਲੀ ਗੱਲ ਤੇ ਛੱਡ ਦੇਣਾ ਚਾਹੀਦਾ। ਜੇ ਨਹੀਂ ਛੱਡਦਾ ਜੀ, ਕਮ ਸੇ ਕਮ ਕੋਈ ਇਹਦਾ ਨਾਂ ਬਦਲੇ, ਕੋਈ ਮਤਲਬ ਕੋਈ ਮਾਡਲਿੰਗ ਹਾਊਸ, ਕੋਈ ਆਉਣ ਵਾਲਾ ਪ੍ਰੋਜੈਕਟ, ਜਿਹੜਾ ਕੋਈ ਫਿਲਮੀ ਪ੍ਰੋਜੈਕਟ, ਕੋਈ ਐਸਾ ਨਾਮ ਰੱਖ ਲੈ ਵੀ ਨਾਮ ਅਸੀਂ ਸੁਜੈਸਟ ਕਰ ਦਿਆਂਗੇ, ਇੰਨੀ ਕੁ ਹੱਲ ਹੈ, ਮਦਦ ਅਸੀਂ ਕਰਾਂਗੇ। ਚਲੋ ਸਾਨੂੰ ਪੁਰਾਣਾ ਜਾਣਦਾ ਹੈ ਜੀ, ਕਮ ਸੇ ਕਮ ਪਰਮੇਸ਼ਰ ਤੋਂ ਖੜਾ ਛਡਾਵੇ। ਅਸੀਂ ਹੁਣ ਇਸ ਗੱਲ 'ਚ ਦੇ ਹੱਕ 'ਚ ਆ ਵੀ ਪਰਮੇਸ਼ਰ ਨਹੀਂ ਹੈ। ਅਸੀਂ ਮੰਨ ਲਈ ਗੱਲ ਵੀ ਪਰਮੇਸ਼ਰ ਨਹੀਂ ਹੈ, ਪਰ ਜੇ ਨਹੀਂ ਹੈ ਤਾਂ ਪਰਮੇਸ਼ਰ ਦੁਆਰ ਵੀ ਨਹੀਂ ਚਾਹੀਦਾ, ਪਰਮੇਸ਼ਰ ਦੁਆਰ ਵੀ ਰੱਦ ਹੋਣਾ ਚਾਹੀਦਾ ਜੀ। ਜਿਸ ਤਰ੍ਹਾਂ ਰਜਨੀਸ਼ ਨੇ ਆਪਣਾ ਪੂਨੇ ਦੇ ਵਿੱਚ ਬਣਾਇਆ ਸੀਗਾ ਅੱਡਾ, ਉਸ ਤਰ੍ਹਾਂ ਦਾ ਅੱਡਾ ਇੱਕ ਬਣਾ ਲਵੇ। ਬਿਲਕੁਲ ਬਿਲਕੁਲ ਬਿਲਕੁਲ। ਕਾਫੀ ਚੀਜ਼ਾਂ ਸਿਮੀਲਰ ਆਪਾਂ ਦੇਖਦੇ ਹਾਂ ਵੀ ਉਹ ਜਿਹੜੇ ਸਾਹਿਬ ਦੀ ਆਪਾਂ ਗੱਲ ਕੀਤੀ ਹੈ, ਸੋ ਉਹਦੇ ਨਾਲ ਲੱਗਦੀਆਂ। ਟਿਕਟੌਕ ਦੇ ਉੱਤੇ ਵੀ ਉਹ ਵੀਡੀਓ ਬਣਾ ਕੇ ਵੱਖਰੇ ਵੱਖਰੇ ਭੇਸ ਬਣਾ ਕੇ ਪਾਉਂਦਾ ਸੀ। ਅੱਜ ਕੱਲ੍ਹ ਇਹਨਾਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਹੀ ਨੇ, ਰੰਗ ਬਿਰੰਗੇ ਕੱਪੜੇ ਪਾਉਣੇ, ਉਹ ਸਾਰਾ ਕੁਝ, ਉਹ ਫਿਲਮਾਂ ਦੇ ਵਿੱਚ ਜਾਣਾ, ਫਿਰ ਉਹ ਸਾਰਾ ਕੁਝ ਮੈਨੂੰ ਲੱਗਦਾ ਗਾਉਣਾ ਵੀ, ਉਹ ਸਾਰਾ ਕੁਝ ਹੌਲੀ ਹੌਲੀ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ। ਸੋ ਗਿਆਨੀ ਜੀ, ਅਖੀਰਲਾ ਸਵਾਲ ਮੈਂ ਚੰਦ ਸ਼ਬਦਾਂ ਦੇ ਵਿੱਚ ਤੁਹਾਡੇ ਕੋਲੋਂ ਮੈਂ ਜਾਣਨਾ ਕਿ ਕੀ ਐਸਾ ਪ੍ਰਚਾਰ ਜੋ ਇਹ ਨਿਊਜ਼ੀਲੈਂਡ ਤੋਂ ਜਾਂ ਫਿਰ ਇੱਥੋਂ ਹੋ ਰਿਹਾ, ਇਹ ਕਰ ਰਹੇ ਨੇ, ਸੋ ਕੌਮ ਦੇ ਉੱਤੇ, ਸਿੱਖ ਕੌਮ ਦੇ ਉੱਤੇ ਕੋਈ ਇਹਦਾ ਮਾੜਾ ਪ੍ਰਭਾਵ ਪੈ ਰਿਹਾ ਜਾਂ ਫਿਰ ਐਵੇਂ ਛੱਡੀ ਜਾ ਰਹੇ ਨੇ? ਕੋਈ ਕਿਵੇਂ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਵਾਕਈ ਇਹ ਚੇਂਜ ਕਰ ਰਹੇ ਨੇ ਸਾਰਾ ਕੁਝ, ਜਿਵੇਂ ਅਪਗ੍ਰੇਡ ਕਹਿਣ ਦੇ ਨਾਂ ਦੇ ਉੱਤੇ ਤਬਦੀਲੀ ਲਿਆ ਰਹੇ ਨੇ? ਮਤਲਬ ਕੀ ਕਰ ਰਹੇ ਹੈ? ਦੇਖੋ, ਇਸ ਦਾ ਪ੍ਰਭਾਵ ਬਹੁਤ ਸਾਰਾ ਪੈ ਰਿਹਾ। ਜਿਸ ਤਰ੍ਹਾਂ ਇੱਕ ਕਿਸੇ ਅਪਗ੍ਰੇਡ ਨੇ ਲਾਈਵ ਹੋ ਕੇ ਇੱਕ ਕੈਂਚੀ ਦੇ ਨਾਲ ਕੇਸ ਕਟਾ ਲਏ ਸੀਗੇ, ਤੇ ਉਹ ਇਹਨਾਂ ਦੇ ਪ੍ਰਚਾਰ ਦਾ ਹੀ ਉਹ ਅਸਰ ਸੀਗਾ। ਇਹਨਾਂ ਦੇ ਪ੍ਰਚਾਰ ਤੋਂ ਲੋਕ
ਜਿਹੜੇ ਆ ਧਰਮ ਤੋਂ ਪਿੱਛੇ ਹਟਦੇ ਜਾ ਰਹੇ ਆ, ਗੁਰਬਾਣੀ ਤੋਂ ਪਿੱਛੇ ਹਟਦੇ ਜਾ ਰਹੇ ਆ। ਪਰ ਇਹਨਾਂ ਦਾ ਬਹੁਤਾ ਲੋਕ ਇਹਨਾਂ ਦੇ ਮਗਰ ਨਹੀਂ, ਉਹ ਕੁਝ ਜਿਹੜੇ ਭੇਡਾਂ ਹੈਗੀਆਂ ਇਹਨਾਂ ਦੇ ਮਗਰ ਹੈਗੀਆਂ ਤੇ ਇਹਨਾਂ ਦਾ ਪ੍ਰਭਾਵ ਹੈਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹਨੇ ਆਪਣੇ ਕੇਸ ਕਤਲ ਕਰਾ ਲਿਆ ਸੀ, ਇੱਕ ਜਰਮਨ ਦੇ ਵਿੱਚ ਬੈਠਾ ਆ ਇਹਨਾਂ ਦਾ ਅਪਗ੍ਰੇਡ, ਉਹਨੇ ਆਪਣੇ ਲੜਕੇ ਦੇ ਕੇਸ ਕਟਾ ਲਏ, ਇਹਨੇ ਆਪਣੇ ਕੇਸ ਕਟਾ ਲਏ, ਫਿਰ ਦੂਸਰਿਆਂ ਨੂੰ ਕਹਿਣ ਲੱਗਾ ਕੇਸਾਂ ਦੀ ਲੋੜ ਨਹੀਂ। ਅੱਜ ਤੇ ਲੋਕ ਚਾਹੁੰਦੇ ਵੀ ਏਦਾਂ ਦਾ ਕੋਈ ਉਹਨਾਂ ਨੂੰ ਟਿਪ ਮਿਲੇ ਤੇ ਉਹ ਜਲਦੀ ਉਹ ਕਰਨ। ਬਿਲਕੁਲ। ਤੇ ਇਸ ਕਰਕੇ ਇਸ ਨੂੰ ਰੋਕਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਤੇ ਮੈਂ ਇਹ ਵੀ ਸਮਝਦਾ ਆ ਵੀ ਇੱਕ ਤਾਂ ਸਿੰਘਨਾਦ ਰੇਡੀਓ ਪਲੇਟਫਾਰਮ ਜਿਹੜਾ ਇਹਨਾਂ ਨੂੰ ਰੋਕਣ ਵਾਸਤੇ ਬਹੁਤ ਵੱਡਾ ਆ ਉਹ ਅਦਾਰਾ, ਤੇ ਦੂਸਰਾ ਇੱਕ ਜਰਮਨ ਦੇ ਵਿੱਚ ਵੀ ਆ ਭਾਈ ਸੁਖਦੇਵ ਸਿੰਘ ਵੀ, ਉਹ ਵੀ ਇਹ ਕਹਿੰਦੇ ਹੁੰਦੇ ਸੀ ਵੀ ਵਿਚਾਰਾਂ ਦਾ ਯੁੱਗ ਆ। ਠੀਕ ਹੈ, ਵਿਚਾਰਾਂ ਦਾ ਯੁੱਗ ਆ, ਹੁਣ ਆਓ ਵਿਚਾਰ ਕਰੋ ਸਾਡੇ ਨਾਲ ਆ ਕੇ, ਤੁਹਾਡੇ ਵਾਸਤੇ ਇਹ ਹੈਗੇ ਪਲੇਟਫਾਰਮ, ਉੱਥੇ ਕਰੋ ਫੋਨ। ਹੁਣ ਕਿਉਂ ਨਹੀਂ ਫੋਨ ਕਰਦੇ ਇਹ? ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਆ, ਇਹਨਾਂ ਨੇ ਪਿੱਛੇ ਇੱਕ ਹੋਰ ਵੀ ਚਲਾਇਆ ਸੀਗਾ ਵੀ ਗੁਰਬਾਣੀ ਤੋਂ ਹਟ ਕੇ ਤੁਸੀਂ ਸਾਡੇ ਨਾਲ ਵਿਚਾਰ ਕਰੋ, ਗੁਰਬਾਣੀ ਦੀ ਕੋਟੇਸ਼ਨ ਨਾ ਦਿਓ, ਗੁਰਬਾਣੀ ਦਾ ਪ੍ਰਵਾਨ ਨਾ ਦਿਓ, ਕਿਉਂਕਿ ਗੁਰਬਾਣੀ ਜਿਹੜੀ ਆ ਅਟਲ ਸਚਾਈ ਆ। ਗੁਰਬਾਣੀ ਦੇ ਸਾਹਮਣੇ ਇਹ ਟਿਕਦੇ ਨਹੀਂ, ਇਹਨਾਂ ਦੀ ਦਲੀਲ ਕੋਈ ਟਿਕਦੀ ਨਹੀਂ। ਇਸ ਕਰਕੇ ਇਹਨਾਂ ਨੇ ਲੋਕਾਂ ਨੂੰ ਗੁਰਬਾਣੀ ਨਾਲੋਂ ਵੀ ਤੋੜਨਾ ਚਾਹਿਆ, ਇਹ ਕਹਿ ਕੇ ਵੀ ਗੁਰਬਾਣੀ ਤੋਂ ਹਟ ਕੇ ਗੱਲ ਕਰੋ ਸਾਰੇ ਜਾਣੇ, ਵੀ ਗੁਰਬਾਣੀ ਤੇ ਹੁਣ ਬਹੁਤ ਪੁਰਾਣੇ ਯੁੱਗ ਦੀ ਹੋ ਚੁੱਕੀ ਆ, ਹੁਣ ਨਵੀਆਂ ਗੱਲਾਂ ਤੁਸੀਂ ਕਰੋ। ਇਹ ਲੋਕਾਂ ਦੇ ਉੱਤੇ ਅਸਰ ਪੈਂਦਾ ਆ। ਲੋਕਾਂ ਨੂੰ ਚਾਹੀਦਾ ਵੀ ਇਹਨਾਂ ਦੀ ਚਾਲਾਂ ਨੂੰ ਸਮਝਣ। ਇਹ ਤਾਂ ਆਪਣੇ TRP ਵਧਾਉਣ ਵਾਸਤੇ ਜਾਂ ਨਾਗਪੁਰ ਤੋਂ ਪੈਸੇ ਲੈਣ ਵਾਸਤੇ ਜਾਂ ਸਾਧ ਜਿਹੜਾ ਉਹ ਐਸ਼ ਕਰਨ ਵਾਸਤੇ ਰਜਨੀਸ਼ ਵਾਂਗੂ ਸਾਰਾ ਕੁਝ ਕਰਦਾ, ਜਾਂ ਸਿਰਸੇ ਵਾਲੇ ਸਾਧ ਵਾਂਗੂ ਕਰਦਾ। ਇਹ ਲੋਕਾਂ ਨੂੰ ਹੁਣ ਸਮਝਣਾ ਪੈਣਾ ਆ ਵੀ ਸਾਡਾ ਤਾਂ ਜਿਹੜਾ ਸਾਰਾ ਕੁਝ ਸੱਭਿਆਚਾਰ ਉਹ ਗੁਰਬਾਣੀ ਆ, ਅਸੀਂ ਗੁਰਬਾਣੀ ਅਨੁਸਾਰ ਚੱਲਣਾ ਆ। ਤੋ ਇਹਨਾਂ ਦੀਆਂ ਕੁਝ ਚੰਦ ਭੇਡਾਂ ਹੀ ਆ, ਬਹੁਤਾ ਇਹਨਾਂ ਦਾ ਉਹਦਾ ਅਸਰ ਉਸਰ ਨਹੀਂ ਪੈਂਦਾ, ਕਿਉਂਕਿ ਹੁਣ ਸਿੰਘਨਾਦ ਰੇਡੀਓ ਜਾਂ ਭਖ ਦੇ ਬੋਲ ਜਾਂ ਤੁਹਾਡਾ ਵੀ ਇਹ ਮੈਂ ਅੱਜ ਸੁਣਿਆ ਤੇ ਇਹਨਾਂ ਨੂੰ ਕਾਫੀ ਜਵਾਬ ਦੇਣ ਲੱਗ ਪਏ। ਇਸ ਕਰਕੇ ਕੋਈ ਇਹਨਾਂ ਦਾ ਬਹੁਤਾ ਅਸਰ ਨਹੀਂ ਲੋਕਾਂ ਤੇ ਪੈ ਰਿਹਾ। ਬਿਲਕੁਲ ਜੀ, ਬਿਲਕੁਲ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਬੜੇ ਐਸੇ ਨੌਜਵਾਨ ਨੇ ਜਿਹੜੇ ਮੂੰਹ ਤੋੜ ਜਵਾਬ ਦਿੰਦੇ ਨੇ ਨਾਲੋਂ ਨਾਲ। ਆਪਾਂ ਦੇਖਦੇ ਰਹਿੰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰ੍ਹਾਂ ਦੇ ਜਿਹੜੀਆਂ ਟਿੱਪਣੀਆਂ ਨੇ ਉਹ ਇਹਨਾਂ ਦੇ ਉੱਤੇ ਹੁੰਦੀਆਂ, ਪਰ ਪਤਾ ਨਹੀਂ ਕਦੋਂ ਸਮਝ ਆਊਗੀ ਵੀ ਜਾਂ ਨਹੀਂ। ਸਰਦਾਰ ਪ੍ਰਭਦੀਪ ਸਿੰਘ ਜੀ, ਮੈਂ ਅਖੀਰ ਦੇ ਵਿੱਚ ਜੇਕਰ ਤੁਸੀਂ ਕੁਝ ਐਡ ਕਰਨਾ ਚਾਹੋ ਤੇ ਮੈਂ ਇੱਕ ਸਵਾਲ ਵੀ ਨਾਲ ਰੱਖ ਦਈਏ ਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਡਿਬੇਟ ਕਰਨੀ ਚਾਹਣ ਉਹ ਜਿਹੜੇ ਹੈਗੇ ਨੇ ਆਪਣੇ ਨੇਕੀ ਹੋਰੀ ਢੱਡਰੀਆਂ ਵਾਲੇ ਹੋ ਗਏ, ਸੋ ਆਪ ਜੀ ਤਿਆਰ ਹੋ ਜੇਕਰ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਵੀ ਆਪਾਂ ਰੱਖ ਦਈਏ, ਉਹ ਲਿਖ ਦਈਏ? ਮੈਂ ਤਾਂ ਪਹਿਲਾਂ ਵੀ ਕਈ ਵਾਰ ਗੱਲ ਸਪਸ਼ਟ ਕੀਤੀ ਹੈ ਸਿੰਘਨਾਦ ਟੀਵੀ ਤੋਂ ਹੀ ਜੀ, ਸਪਸ਼ਟ ਨਹੀਂ ਕੀਤੀ, ਐਫਰਟ ਵੀ ਕੀਤੀ ਆ। ਮੈਂ ਅਮਰੀਕਾ ਤੱਕ ਵੀ ਜਾ ਕੇ ਆਇਆ ਮਗਰ ਢੱਡਰੀਆਂ ਵਾਲੇ ਦੇ। ਅੱਛਾ ਜੀ। ਕਿ ਸਾਡੀ ਡਿਬੇਟ ਘੱਟੋ ਘੱਟ ਢੱਡਰੀਆਂ ਵਾਲੇ ਨਾਲ। ਓਕੇ ਜੀ। ਉਸ ਤੋਂ ਥੱਲੇ ਜੇ ਨਿਊਜ਼ੀਲੈਂਡ ਵਾਲਾ ਇਹ ਹੋਣਾ ਚਾਹੁੰਦਾ ਜੀ, ਹਰਨੇਕ ਜੀ ਜੀ, ਉਹਦੀ ਜ਼ਿੰਮੇਵਾਰੀ ਲਵੇ ਪਬਲਿਕ 'ਚ ਵੀ ਮੇਰੇ ਥਾਂ ਤੇ ਡਿਬੇਟ ਕਰੇਗਾ, ਠੀਕ ਹੈ, ਬਿਲਕੁਲ, ਅਸੀਂ ਉਹਦੇ ਨਾਲ ਵੀ ਤਿਆਰ ਹੈ, ਪਰ ਉਹਦੀ ਜ਼ਿੰਮੇਵਾਰੀ ਇਹ ਪਹਿਲਾਂ ਪਬਲਿਕ ਡੋਮੇਨ ਤੇ ਲਵੇ। ਠੀਕ ਹੈ ਜੀ। ਹੋਰ ਉਸ ਤੋਂ ਥੱਲੇ ਵਾਲੀ ਜਿਹੜੀ ਭੀੜ ਹੈ ਉਹਦੇ ਨਾਲ ਉਹਨਾਂ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ, ਉਹਨਾਂ ਨਾਲ ਕੀ ਅਸੀਂ ਗੱਲ ਕਰਨੀ ਹੈ। ਜੀ ਜੀ ਜੀ, ਬਿਲਕੁਲ। ਜਦੋਂ ਤੁਸੀਂ ਉਹਨਾਂ ਦਾ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕਾ ਵੀ ਉਹਨਾਂ ਦਾ ਮੈਥਮੈਟਿਕਸ ਸਿੱਧਾ ਹੈ। ਮੈਂ ਕਿਸੇ ਕਲਾਸ 'ਚ ਬੈਠਾਂਗਾ, ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾ ਦੇਣੀ। ਇੱਕ ਬੱਚਾ ਭੇਡਾਂ ਚਾਰਦਾ ਹੈ ਜੀ, ਉਹ ਮੈਥ ਦੀ ਕਲਾਸ 'ਚ ਬੈਠਾ ਹੈ। ਟੀਚਰ ਨੇ ਪੁੱਛਿਆ, ਸਵਾਲ ਪਾਇਆ ਹੈ ਕਿ ਇੱਕ ਵਾੜੇ ਦੇ ਅੰਦਰ 10 ਭੇਡਾਂ ਸਨ, ਉਹਨਾਂ ਦੇ ਵਿੱਚੋਂ 2 ਭੇਡਾਂ ਚਲੇ ਗਈਆਂ, ਪਿੱਛੇ ਕਿੰਨੀਆਂ ਰਹਿ ਗਈਆਂ? ਸਾਰੇ ਹੱਥ ਖੜੇ ਕਰ ਦਿੱਤੇ ਤੇ ਉਹਨੇ ਤਿੰਨਾਂ ਚੋਂ ਪੁੱਛਿਆ, ਸਾਰਿਆਂ ਜਵਾਬ ਦਿੱਤਾ 8 8 10 ਚੋਂ 2 ਨਿਕਲੇ 8। ਵਾੜੇ ਵਾਲੇ ਨੇ ਵੀ ਹੱਥ ਖੜਾ ਕੀਤਾ, ਕਹਿੰਦਾ ਪਿੱਛੇ ਕਿੰਨੀਆਂ ਰਹਿ ਗਈਆਂ? ਉਹਨੇ ਆਂਦਾ 0। ਕਹਿੰਦਾ ਤੈਨੂੰ ਮੈਥ ਨਹੀਂ ਆਉਂਦਾ? ਆਂਦਾ ਤੁਸੀਂ ਮੈਥ ਜਾਣਦੇ ਜੇ ਮੈਂ ਭੇਡਾਂ ਨੂੰ ਜਾਣਦਾ। ਮੈਨੂੰ ਪਤਾ ਜਿੱਧਰ 2 ਜਾਣੀਆਂ ਮਗਰ 8 ਜਾਣੀਆਂ ਨੇ ਉਹਦੇ। ਜੀ 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 ਜੀ, ਜਿੱਧਰ ਨੂੰ 2 ਜਾਣੀਆਂ ਮਗਰ 8 ਜਾਣੀਆਂ ਨੇ। ਇਸ ਕਰਕੇ ਹੁਣ ਜਿਹੜੀਆਂ 2 ਦੇ ਮਗਰ 8 ਜਾਣ ਵਾਲੀਆਂ ਨੇ ਉਹਨਾਂ ਨਾਲ ਹੀ ਕੀ ਗੱਲ ਕਰਨੀ। ਮੈਂ ਤੇ ਕਦੀ ਇੱਥੇ ਮੇਰੇ ਪਲੇਟਫਾਰਮ ਤੋਂ ਕੋਈ ਆ ਵੀ ਜਾਵੇ ਤੇ ਮੈਂ ਨਾਲ ਹੀ ਜਿਹੜਾ ਅਗਲੇ ਘਰ ਤੋਰ ਦਿੰਦਾ ਨਾ, ਚਲੋ। ਕਿਉਂਕਿ ਸਾਡਾ ਜਿਹੜੀ
ਸਾਡਾ ਅਸੀਂ ਮੰਨਦੇ ਆ ਵੀ ਜਿਹੜੀ ਸਾਡੀ ਬੌਧਿਕਤਾ ਹੈ ਨਾ, ਉਹ ਇੱਕ ਖਜ਼ਾਨਾ ਹੈ। ਜੀ ਜੀ ਇਹ ਜਾਂ ਤੇ ਇਹ ਜਦੋਂ ਜਿੱਥੇ ਸਾਡਾ ਪੂਰਾ ਗੱਲ ਹੋਣੀ ਚਾਹੀਦੀ ਉਸ ਲੈਵਲ ਤੇ ਗੱਲ ਹੋਵੇ, ਤਾਂ ਥੱਲੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ। ਉਹ ਤੇ ਵਿਚਾਰੇ ਮਿਸਗਾਈਡਡ ਨੇ, ਮਿਸਗਾਈਡਡ ਨਾਲ ਉਲਝੋਗੇ। ਜੇ ਕੋਈ ਮਿਸਗਾਈਡਡ ਨਾਲ ਉਲਝੋਗੇ, ਉਹਦੇ ਨਾਲ ਉਲਝਣ ਦਾ ਫਾਇਦਾ ਕੋਈ ਨਹੀਂ। ਉਹ ਤੇ ਵਿਚਾਰੇ ਨੇ ਕੱਲ ਨੂੰ ਬਦਲਣਾ ਹੈ ਆਪਣੇ ਆਪ ਨੂੰ। ਜੀ ਜੀ ਸੋ ਉਹ ਤੇ ਚੁੱਪ ਕਰਕੇ ਮਤਲਬ ਵਿਸ਼ਰਾਮ ਚ ਰਹਿਣ। ਹਾਂ, ਬਾਬੇ ਨੂੰ ਅਸੀਂ ਕਈ ਵਾਰ ਕਹਿ ਚੁੱਕੇ, ਇੱਕ ਵਾਰ ਨਹੀਂ, ਸੈਂਕੜੇ ਵਾਰ ਕਹਿ ਚੁੱਕੇ ਆ, ਕਰੋ ਹਿੰਮਤ। ਪਿਛਲੇ 4 ਸਾਲਾਂ ਤੋਂ ਕਹਿ ਰਹੇ ਆ, ਇੱਕ ਵਾਰ ਨਹੀਂ, 4 ਸਾਲਾਂ ਤੋਂ ਪਿਛਲੇ ਤੋਂ ਕਹਿ ਰਿਹਾ ਵੀ ਆ ਜਾਓ। ਜੀ ਜੀ ਸਾਰਾ ਰਿਕਾਰਡ ਪਿਆ, ਅੱਜ ਕੱਲ ਕੋਈ ਲੁਕਿਆ ਥੋੜਾ ਕਿਸੇ ਤੋਂ ਚੀਜ਼। ਸਾਰਾ ਰਿਕਾਰਡ। ਸਾਨੂੰ ਇਹ ਨਹੀਂ ਵੀ ਤੁਸੀਂ ਸਿੰਘ ਨਾਥ ਤੇ ਆ ਜਾਓ, ਤੁਹਾਡੇ ਪਲੇਟਫਾਰਮ ਤੇ ਆ ਜਾਣ, ਕੋਈ ਪਲੇਟਫਾਰਮ ਲੈ ਲੈਣਾ ਆਪਣਾ ਪੰਜਾਬ ਦਾ। ਅੱਜ ਕੱਲ ਪਲੇਟਫਾਰਮ ਬਹੁਤ ਨੇ, ਆਪਣਾ ਜਿਹੜੇ ਕਾਫੀ ਪਪੂਲਰ ਪੰਜਾਬ ਦੇ ਪਲੇਟਫਾਰਮ ਨੇ, ਉਹਨਾਂ ਤੇ ਚਲੇ ਜਾਣ ਕਿਸੇ ਤੇ ਵੀ। ਇਧਰੋਂ ਮੈਂ ਲੱਗ ਜੂ ਜੀ, ਨਾਲੇ ਸਾਂਝਾ ਹੋਏਗਾ। ਬਿਲਕੁਲ। ਸੋ ਹੁਣ ਅਸੀਂ ਸਾਡੇ ਨਾਲ ਖੁੱਲੀ ਛੁੱਟੀ ਹੈ, ਠੀਕ ਹੈ, ਗੱਲ ਕਰਨ ਨੂੰ ਤਿਆਰ ਆ ਅਸੀਂ। ਠੀਕ ਹੈ। ਤੇ ਉੱਥੇ ਜਿਹੜੀ ਆ ਅਸੀਂ ਇੱਕ ਵਿਸ਼ਾ ਰੱਖੀ ਹੁਣ, ਪਹਿਲਾਂ ਰੱਬ ਦਾ ਸ਼ੁਰੂ ਕਰ ਲੈਣਾ, ਫਿਰ ਧਰਮ ਦਾ ਸ਼ੁਰੂ ਕਰ ਲੈਣਾ, ਭਾਵੇਂ 10 ਪ੍ਰੋਗਰਾਮ ਹੋ ਜਾਣਾ, ਪਰ ਜਿੱਥੇ ਜਿੱਥੇ ਸਾਡੇ ਸਵਾਲ ਹੈ ਉੱਥੇ ਤੇ ਗੱਲ ਕਰੀ ਜਾਵਾਂਗੇ। ਬਿਲਕੁਲ ਠੀਕ ਹੈ ਜੀ, ਠੀਕ ਹੈ। ਸੋ ਬਿਲਕੁਲ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਕਹਿ ਦੇਣਾ ਚਾਹੁੰਦੇ ਹਾਂ, ਜੋ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਚਾਹੋ ਵੀ ਜਿਹੜੇ ਤੁਹਾਡੇ ਮਸਲੇ ਨੇ, ਜਿਸ ਤੋਂ ਲੈ ਕੇ ਤੁਸੀਂ ਕਦੇ ਨਿਊਜ਼ੀਲੈਂਡ, ਕਦੇ ਪੰਜਾਬ, ਪਰਮੇਸ਼ਰ ਦੁਆਰ ਤੋਂ ਜਿਹੜੀਆਂ ਐਸੀਆਂ ਸਟੇਟਮੈਂਟਸ ਆਉਂਦੀਆਂ, ਇਹਦੇ ਬਾਰੇ ਜੇਕਰ ਡਿਬੇਟ ਕਰਨੀ ਚਾਹੋ ਤਾਂ ਖੁੱਲਾ ਸੱਦਾ ਤੁਹਾਨੂੰ, ਤੁਸੀਂ ਮੈਸੇਜ ਕਰ ਸਕਦੇ ਹੋ, ਸਾਡੇ ਨੰਬਰ ਹੋਣਗੇ। ਸੋ ਉਹਦੇ ਉੱਤੇ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਨਾ ਚਾਹੁੰਦਿਆਂ ਹੋਇਆਂ ਵੀ ਪ੍ਰੋਗਰਾਮ ਲੰਬਾ ਹੋ ਗਿਆ, ਕਿਉਂਕਿ ਬੜੀਆਂ ਕੀਮਤੀ ਗੱਲਾਂ ਸੀ, ਖਜ਼ਾਨਾ ਸੀਗਾ, ਸੋ ਜੋ ਸਾਂਝਾ ਕਰਨਾ ਤੁਹਾਡੇ ਨਾਲ ਬਹੁਤ ਜ਼ਰੂਰੀ ਸੀ। ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਬਹੁਤ ਜ਼ਰੂਰੀ ਹੈ। ਮਤਲਬ ਕਿ ਜੇ ਤੁਹਾਨੂੰ ਚੰਗਾ ਲੱਗਦਾ ਹੈ, ਜਿਹੜੇ ਵਿਚਾਰ ਹੋਏ ਨੇ, ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ, ਇਹ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਇਸ ਪ੍ਰੋਗਰਾਮ ਵਾਸਤੇ ਮਿਹਨਤੀ ਹੈ, ਖਾਸ ਤੌਰ ਦੇ ਉੱਤੇ। ਸੋ ਬਹੁਤ ਧੰਨਵਾਦ ਕਰਦਾ ਜੀ ਮੈਂ ਤੁਹਾਡਾ, ਤੁਸੀਂ ਆਪਣਾ ਸਮਾਂ ਜਿਹੜਾ ਹੈ ਉਹ ਸਾਡੇ ਦਰਸ਼ਕਾਂ ਵਾਸਤੇ ਕੱਢਿਆ। ਸੋ ਬੜੇ ਕੀਮਤੀ ਵਿਚਾਰ ਤੁਸੀਂ ਜਿਹੜੇ ਸਾਂਝੇ ਕੀਤੇ ਨੇ, ਮੈਂ ਬਹੁਤ ਧੰਨਵਾਦ ਕਰਦਾ ਦੋਨਾਂ ਸ਼ਖਸੀਅਤਾਂ ਦਾ। ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।